सीता घुंघरू अजय नौ जम कह करे आस निरासी जाजत योगिता विद्या विचारिता परोपकारी विद्या दया दिगंबर आप मरे अवरान मारी नानक जाने जोज न तेरे विद्या विचारिता परोपकारी विद्या। ਬੇਨਤੀ ਕਰਦਾ ਹਾਂ ਕਿ ਮੰਚ ਤੇ ਵਿਰਾਜਮਾਨ ਹੋਣ। ਉਸ ਤੋਂ ਬਾਅਦ ਭਾਸ਼ਾ ਅਫਸਰ ਮਨਜੀਤ ਪੁਰੀ ਜੀ, ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ ਜੀ, ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਜੀ, ਡਾਕਟਰ ਕੁਲਵੀਰ ਜੀ ਅਤੇ ਖੋਜ ਅਫਸਰ ਕੰਵਰਜੀਤ ਸਿੰਘ ਸਿੱਧੂ ਸਾਹਿਬ ਜੀ ਨੂੰ ਵੀ ਗੁਜ਼ਾਰਿਸ਼ ਹੈ ਕਿ ਮੰਚ ਤੇ ਵਿਰਾਜਮਾਨ ਹੋਣ। ਹੁਣ ਸਾਡੇ ਦਾ ਸਮਾਗਮ ਭਾਸ਼ਾ ਵਿਭਾਗ ਪੰਜਾਬ ਫਰੀਦਕੋਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਨੂੰ ਬੇਨਤੀ ਹੈ ਕਿ ਭਾਸ਼ਾ ਵਿਭਾਗ ਦੀ ਧੁਨੀ ਦੇ ਸਨਮਾਨ ਹਿੱਤ ਅਸੀਂ ਖੜੇ ਹੋਈਏ। ਹੁਣ ਸਾਡੇ ਵਿਦਿਆਰਥੀ ਭਾਸ਼ਾ ਮੰਚ ਦੇ ਅਹੁਦੇਦਾਰ ਵਿਦਿਆਰਥੀ ਸੁਖਚੈਨ ਸਿੰਘ, ਸਮੀਰ, ਧਨ ਸਿੰਘ, ਪ੍ਰਤਾਪ ਸਿੰਘ ਸਾਡੇ ਮੁੱਖ ਮਹਿਮਾਨਾਂ ਨੂੰ ਬੁੱਕੇ ਭੇਂਟ ਕਰਨ ਦੀ ਰਸਮ ਅਦਾ ਕਰਨਗੇ। ਨਿੰਦਰ ਘੁਗਿਆਣਵੀ ਜੀ ਨੂੰ ਸੁਖਚੈਨ ਸਿੰਘ ਬੁੱਕੇ ਭੇਂਟ ਕਰਨਗੇ।
ਭਾਸ਼ਾ ਅਫਸਰ ਮਨਜੀਤ ਪੁਰੀ ਜੀ ਨੂੰ ਸਾਡਾ ਵਿਦਿਆਰਥੀ ਸਮੀਰ ਬੁੱਕੇ ਭੇਟ ਕਰਨ ਦੀ ਰਸਮ ਅਦਾ ਕਰੇਗਾ। ਡਾਕਟਰ ਕੁਲਵੀਰ ਸਿੰਘ ਮਾਲਕ ਜੀ ਨੂੰ ਸਾਡਾ ਵਿਦਿਆਰਥੀ ਧੰਨ ਸਿੰਘ ਬੁੱਕੇ ਭੇਟ ਕਰੇਗਾ। ਅਤੇ ਖੋਜ ਅਫਸਰ ਕਮਰਜੀਤ ਸਿੰਘ ਸਿੱਧੂ ਸਾਹਿਬ ਨੂੰ ਸਾਡਾ ਵਿਦਿਆਰਥੀ ਪ੍ਰਤਾਪ ਸਿੰਘ ਬੁੱਕੇ ਭੇਟ ਕਰੇਗਾ। ਅੱਜ ਦਾ ਸਮਾਗਮ ਨਿੰਦਰ ਘੁਗਿਆਣਵੀ ਜੀ ਦੇ ਰੂਬਰੂ ਨਾਲ ਸੰਬੰਧਿਤ ਭਾਸ਼ਾ ਵਿਭਾਗ ਜ਼ਿਲ੍ਹਾ ਫਰੀਦਕੋਟ ਦੁਆਰਾ ਪਦਮ ਸ਼੍ਰੀ ਗੁਰਦਿਆਲ ਸਿੰਘ ਭਾਸ਼ਾ ਮੰਚ ਯੂਨੀਵਰਸਿਟੀ ਕਾਲਜ ਜੈਤੋ ਦੇ ਸਹਿਯੋਗ ਨਾਲ ਹੋ ਰਿਹਾ ਹੈ। ਕਿਉਂਕਿ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 61ਵਾਂ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਹੈ। ਇਸ ਲਈ ਅੱਜ ਦਾ ਸਮਾਗਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਪਨਾ ਦਿਵਸ ਨੂੰ ਵੀ ਸਮਰਪਿਤ ਹੈ। ਇਹ ਸਾਰਾ ਪ੍ਰੋਗਰਾਮ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ ਜੀ ਦੀ ਸੁਚੱਜੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ ਹੈ। ਇਹਨਾਂ ਦੇ ਸੇਵਾ ਕਾਲ ਦੌਰਾਨ ਅਜਿਹੇ ਬਹੁਤ ਸਾਰੇ ਸਮਾਗਮ ਕਰਵਾਏ ਜਾ ਚੁੱਕੇ ਹਨ। ਇਹਨਾਂ ਦੀ ਸੁਚੱਜੀ ਅਗਵਾਈ ਹੇਠ ਯੂਨੀਵਰਸਿਟੀ ਕਾਲਜ ਜੈਤੋ ਦਿਨ ਦੁੱਗਣੀ ਰਾਤ ਚੌਗਣੀ ਦਿਨ ਬਾ ਦਿਨ ਤਰੱਕੀ ਕਰ ਰਿਹਾ ਹੈ। ਹੁਣ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਗੁਜ਼ਾਰਿਸ਼ ਕਰਦਾ ਹਾਂ ਕਿ ਸਾਡੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਸਵਾਗਤੀ ਸ਼ਬਦ ਬੋਲਣ। ਬਹੁਤ ਹੀ ਸਤਿਕਾਰਯੋਗ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਡੇ ਇਸ ਕਾਲਜ ਦੇ ਪਦਮ ਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਭਾਸ਼ਾ ਮੰਚ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਆਯੋਜਿਤ ਕੀਤੇ ਜਾ ਰਹੇ ਇਸ ਰੂਬਰੂ ਸਮਾਗਮ ਦੇ ਰੂਹੇ ਰਵਾਂ ਸ਼੍ਰੀ ਨਿੰਦਰ ਘੁਗਿਆਣਵੀ ਜੀ ਜੋ ਕਿ ਸੁਪ੍ਰਸਿੱਧ ਲੇਖਕ ਨੇ। ਅੱਜ ਜਿਵੇਂ ਕਿ ਡਾਕਟਰ ਲਖਵਿੰਦਰ ਹੋਰੀ ਤੁਹਾਨੂੰ ਦੱਸ ਰਹੇ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 61ਵਾਂ ਸਥਾਪਨਾ ਦਿਵਸ ਯੂਨੀਵਰਸਿਟੀ ਦੇ ਅੰਦਰ ਔਰ ਯੂਨੀਵਰਸਿਟੀ ਦੇ ਵੱਖ-ਵੱਖ ਜੋ ਫੀਲਡ ਦੇ ਵਿੱਚ ਇੰਸਟੀਚਿਊਟ ਚੱਲਦੇ ਨੇ ਉਹਨਾਂ ਦੇ ਵਿੱਚ ਮਨਾਇਆ ਜਾ ਰਿਹਾ। ਉਸੇ ਲੜੀ ਦੇ ਤਹਿਤ ਅੱਜ ਦਾ ਇਹ ਸਮਾਗਮ ਅਸੀਂ ਆਪਣੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਜੀ ਆਇਆਂ ਕਹਿਣਾ ਚਾਹਾਂਗਾ ਸਾਡੇ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਨਿੰਦਰ ਘੁਗਿਆਣਵੀ ਜੀ, ਜਿਨ੍ਹਾਂ ਦੇ ਬਾਰੇ ਮੈਂ ਬਹੁਤਾ ਵਿਸਥਾਰ 'ਚ ਨਹੀਂ ਦੱਸਾਂਗਾ। ਉਹ ਜ਼ਿੰਮੇਵਾਰੀ ਸਾਡੇ ਮਾਣਯੋਗ ਭਾਸ਼ਾ ਅਫਸਰ ਮਨਜੀਤ ਪੁਰੀ ਹੋਰਾਂ ਦੀ ਹੈ, ਉਹ ਦੱਸਣਗੇ। ਲੇਕਿਨ ਮੈਂ ਵਿਦਿਆਰਥੀਆਂ ਨੂੰ ਗਾਹੇ ਬਗਾਹੇ ਇਹ ਦੱਸਦਾ ਰਿਹਾ, ਜਦੋਂ ਉਹਨਾਂ ਨੂੰ ਵਾਰਤਕ ਵਿਵੇਕ ਕਿਤਾਬ ਪੜ੍ਹਾਉਂਦਿਆਂ ਉਹਦੇ ਵਿੱਚ ਇੱਕ ਚੈਪਟਰ ਹੈ ਪੰਜਾਬੀ ਲੋਕ ਗਾਇਕੀ ਦੇ 4 ਥੰਮ, ਤੇ ਵਿਦਿਆਰਥੀਆਂ ਨੂੰ ਯਾਦ ਹੋਏਗਾ ਕਿ ਹਰ ਵਾਰੀ ਮੈਂ ਲਾਰਾ ਲਾਉਂਦਾ ਸੀ ਕਿ ਮੈਂ ਕਦੇ ਤੁਹਾਨੂੰ ਇਹਨੂੰ ਬੁਲਾਉਂਗਾ, ਆਪਾਂ ਕਾਲਜ ਬੁਲਾਵਾਂਗੇ। ਸੋ ਸਬਬ ਬਣਿਆ, ਮੈਨੂੰ ਫੋਨ ਆਇਆ ਮਨਜੀਤ ਪੁਰੀ ਹੋਰਾਂ ਦਾ, ਭਾਸ਼ਾ ਵਿਭਾਗ ਦੇ ਜੋ ਨਵ ਨਿਯੁਕਤ ਭਾਸ਼ਾ ਅਫਸਰ ਨੇ ਫਰੀਦਕੋਟ, ਕਿ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਅਸੀਂ ਕਰਨਾ ਚਾਹੁੰਦੇ ਹਾਂ। ਤੇ ਮੈਂ ਕਿਹਾ ਕਿ ਸਾਡੇ ਲਈ ਤਾਂ ਖੁਸ਼ਕਿਸਮਤੀ ਦੀ ਗੱਲ ਹੈ ਕਿ ਤੁਸੀਂ ਸਾਡੇ ਕਾਲਜ ਲੈ ਕੇ ਆਓ, ਅਸੀਂ ਤੁਹਾਨੂੰ ਭਰਪੂਰ ਸਹਿਯੋਗ ਦੇਵਾਂਗੇ ਔਰ ਇਹ ਸਮਾਗਮ ਸਾਡੇ ਕਾਲਜ ਦੇ ਹਿੱਸੇ ਪਾ ਦੇਵਾਂਗੇ। ਸੋ ਇਸ ਸਿਲਸਿਲੇ ਤਹਿਤ ਇਸ ਤਰ੍ਹਾਂ ਹੀ ਸਬਬ ਬਣਿਆ। ਨਿੰਦਰ ਘੁਗਿਆਣਵੀ ਆਪਣੇ ਆਪ ਦੇ ਵਿੱਚ ਬੜੀ ਖੂਬਸੂਰਤ ਸ਼ਖਸੀਅਤ ਨੇ। ਜਿੰਨੀ ਇਹਨਾਂ ਦੀ ਉਮਰ ਹੈ ਉਸ ਤੋਂ ਜ਼ਿਆਦਾ ਇਹ ਕਿਤਾਬਾਂ ਲਿਖ ਚੁੱਕੇ ਨੇ। ਉਮਰ ਬਾਰੇ ਮੈਂ ਤੁਹਾਨੂੰ ਕੁਝ ਨਹੀਂ ਦੱਸਣਾ ਕਿ ਕਿੰਨੀ ਹੈ, ਦੇਖਣ ਨੂੰ ਇਹ ਉਮਰ ਨਾਲੋਂ ਅੱਧੇ ਲੱਗਦੇ ਨੇ, ਜਿੰਨੇ ਦੇ ਲੱਗਦੇ ਨੇ ਉਹਦੇ ਨਾਲ 2 ਨੂੰ ਗੁਣਾ ਕਰ ਲਿਓ, ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿੰਨੀ ਉਮਰ ਹੈ ਇਹਨਾਂ ਦੀ। ਜਾਂ ਇਹਨਾਂ ਨੂੰ ਕਿਤਾਬਾਂ ਪੁੱਛ ਲਓ ਕਿ ਕਿੰਨੀਆਂ ਕਿਤਾਬਾਂ ਲਿਖੀਆਂ, ਇਹ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਕਿੰਨੇ ਕੁ ਸਾਲ ਉਮਰ ਇਹਨਾਂ ਦੀ ਹੋਊਗੀ।
ਸੋ ਇਹ ਇਹਨਾਂ ਦੀ ਆਪਣੀ ਇੱਕ ਖੂਬਸੂਰਤੀ ਹੈ, ਹਮੇਸ਼ਾ ਖੁਸ਼ ਰਹਿੰਦੇ ਹੈ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਹੈ। ਸਾਡੇ ਜੋ ਦੂਜੇ ਮਹਿਮਾਨ ਨੇ ਭਾਸ਼ਾ ਅਫਸਰ ਮਨਜੀਤ ਪੁਰੀ ਜੀ। ਮਨਜੀਤ ਪੁਰੀ ਹੋਰਾਂ ਨਾਲ ਬਹੁਤ ਪੁਰਾਣੀ ਲਿਹਾਜ਼, ਬਹੁਤ ਪੁਰਾਣੀ ਸਾਂਝ ਹੈ। ਇੱਕ ਸਾਹਿਤਕਾਰ ਹੋਣ ਦੇ ਨਾਤੇ, ਇੱਕ ਕਵੀ ਹੋਣ ਦੇ ਨਾਤੇ ਉਹਨਾਂ ਦੀ ਆਪਣੀ ਇੱਕ ਪਛਾਣ ਹੈ ਪੰਜਾਬੀ ਸਾਹਿਤ ਦੇ ਵਿੱਚ। ਇਸ ਤੋਂ ਇਲਾਵਾ ਅਧਿਆਪਨ ਖੇਤਰ ਦੇ ਵਿੱਚ ਉਹਨਾਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਹੈ ਤੇ ਉਹਨਾਂ ਦੀਆਂ ਸਾਹਿਤਕ ਰੁਚੀਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਉਹਨਾਂ ਨੂੰ ਭਾਸ਼ਾ ਅਫਸਰ ਦੇ ਤੌਰ ਤੇ ਫਰੀਦਕੋਟ ਜ਼ਿਲ੍ਹੇ ਵਿੱਚ ਨਿਯੁਕਤ ਕੀਤਾ। ਅਫਸਰੀ ਕਰਨੀ ਅਲੱਗ ਗੱਲ ਹੈ, ਇੱਕ ਪੈਸ਼ਨ ਨਾਲ, ਇੱਕ ਜਨੂਨ ਨਾਲ ਕਿਸੇ ਕੰਮ ਨੂੰ ਚਲਾਉਣਾ ਉਹ ਆਪਣਾ ਇੱਕ ਸਵਾਦ ਵਾਲੀ ਗੱਲ ਹੈ। ਸੋ ਮਨਜੀਤ ਪੁਰੀ ਜੀ ਇੱਕ ਪੈਸ਼ਨ ਨਾਲ, ਇੱਕ ਜਜ਼ਬੇ ਨਾਲ ਵਿਭਾਗ ਨੂੰ ਚਲਾ ਰਹੇ ਹੈ। ਇਸ ਤੋਂ ਪਹਿਲਾਂ ਜੋ ਭਾਸ਼ਾ ਵਿਭਾਗ ਸੀਗਾ ਉਹ ਫਰੀਦਕੋਟ ਜ਼ਿਲ੍ਹੇ ਦਾ ਹੋ ਕੇ ਤੇ ਫਰੀਦਕੋਟ ਸ਼ਹਿਰ ਤੱਕ ਹੀ ਸੀਮਿਤ ਰਹਿੰਦਾ ਸੀ। ਛੋਟਾ ਮੋਟਾ ਕੋਈ ਪ੍ਰੋਗਰਾਮ ਕਰਾ ਲਿਆ, ਖਾਣਾ ਪੂਰਤੀ ਹੋ ਗਈ। ਲੇਕਿਨ ਪਿਛਲੇ ਸਮੇਂ ਜੋ ਭਾਸ਼ਾ ਅਫਸਰ ਨਿਯੁਕਤ ਕੀਤੇ ਨੇ ਉਹ ਸ਼੍ਰੀ ਕ੍ਰਿਸ਼ਨ ਕੁਮਾਰ IAS ਜਦੋਂ ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸੈਕਟਰੀ ਬਣੇ ਤਾਂ ਉਹਨਾਂ ਦੀ ਸੋਚ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਚੁਣਿਆ ਜਿਹੜੇ ਬੰਦਿਆਂ 'ਚ ਜਨੂਨ ਸੀ ਸਾਹਿਤ ਪ੍ਰਤੀ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਜੋ ਬੰਦਾ ਲਾਇਆ ਗਿਆ ਉਹ ਵੀ ਰੰਗਕਰਮੀ ਹੈ, ਭਾਸ਼ਾ ਵਿਭਾਗ ਦੇ ਡਿਸਟ੍ਰਿਕਟ ਆਫਿਸਰ ਦੇ ਵਜੋਂ। ਇਸ ਤਰ੍ਹਾਂ ਇੱਕ ਸਾਹਿਤ ਦਾ ਮਾਹੌਲ ਜਿਹੜਾ ਹੈ ਉਹ ਫਰੀਦਕੋਟ ਸ਼ਹਿਰ ਦੇ ਵਿੱਚੋਂ ਨਿਕਲ ਕੇ ਆਸ-ਪਾਸ ਜਿਹੜਾ ਬਿਖਰਨਾ ਸ਼ੁਰੂ ਹੋਇਆ, ਜਿਹਦੇ 'ਚ ਬਹੁਤ ਵੱਡਾ ਰੋਲ ਭਾਸ਼ਾ ਅਫਸਰ ਦਾ ਹੁੰਦਾ ਹੈ। ਸੋ ਉਸ ਲਈ ਅਸੀਂ ਮਨਜੀਤ ਪੁਰੀ ਨੂੰ ਹਾਰਦਿਕ ਵਧਾਈ ਦਿੰਦੇ। ਇਹਨਾਂ ਦੇ ਨਾਲ ਹੀ ਖੋਜ ਅਫਸਰ ਕਮਰਜੀਤ ਸਿੰਘ ਸਿੱਧੂ ਨੇ, ਉਹ ਵੀ ਭਾਸ਼ਾ ਵਿਭਾਗ ਨੂੰ ਚਲਾਉਣ ਦੇ ਵਿੱਚ ਇਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਹੇ ਨੇ। ਸਾਡੇ ਦਰਮਿਆਨ ਇੱਕ ਸ਼ਖਸੀਅਤ ਪ੍ਰਧਾਨਗੀ ਮੰਡਲ 'ਚ ਜੋ ਬੈਠੇ ਨੇ ਡਾਕਟਰ ਕੁਲਬੀਰ ਮਲਿਕ। ਕੁਲਬੀਰ ਮਲਿਕ ਤੁਹਾਡੇ ਇਲਾਕੇ ਦੇ ਨੇ, ਮੇਰੇ ਖਿਆਲ ਚੈਨਾ ਪਿੰਡ ਹੈ ਇਹਨਾਂ ਦਾ। ਕੁਲਬੀਰ ਮਲਿਕ ਨੇ ਥੀਏਟਰ ਦੇ ਖੇਤਰ ਦੇ ਵਿੱਚ, ਨਾਟਕ ਦੇ ਖੇਤਰ ਦੇ ਵਿੱਚ ਬਹੁਤ ਅੱਛਾ ਨਾਮ ਕਮਾਇਆ ਹੈ। ਨਾਟਕਕਾਰ ਵੀ ਨੇ, ਨਾਟਕ ਨਿਰਦੇਸ਼ਕ ਵੀ ਨੇ, ਅਭਿਨੇਤਾ ਵੀ। ਉਸ ਤੋਂ ਵੀ ਖੂਬਸੂਰਤ ਗੱਲ ਕਿ ਬਹੁਤ ਅੱਛੇ ਪ੍ਰਾਧਿਆਪਕ ਨੇ, ਇਹ ਪ੍ਰੋਫੈਸਰ ਨੇ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਦੇ ਵਿੱਚ। ਆਪਣੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨਾ, ਆਪਣੇ ਵਿਦਿਆਰਥੀਆਂ ਨੂੰ ਰੰਗ ਮੰਚ ਨਾਲ ਜੋੜਨਾ ਇਹਨਾਂ ਦਾ ਖੂਬਸੂਰਤ ਹਾਸਲ ਹੈ। ਸੋ ਇਹਨਾਂ ਸ਼ਖਸੀਅਤਾਂ ਦੇ ਨਾਲ ਨਾਲ ਸਾਡੇ ਦਰਮਿਆਨ ਕੁਝ ਹੋਰ ਸ਼ਖਸੀਅਤਾਂ ਵੀ ਆਈਆਂ ਨੇ। ਸ਼ਰਮਾ ਜੀ ਜਿਹੜੇ ਕਿ ਅਕਸਰ ਸਾਹਿਤਕ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਉਹ ਸਾਡੇ ਦਰਮਿਆਨ ਪਹੁੰਚੇ ਨੇ। ਸਾਡੇ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ, ਉਹਨਾਂ ਦਾ ਵੀ ਮੈਂ ਸਵਾਗਤ ਕਰਦਾ। ਅਸੀਂ ਭਾਸ਼ਾ ਵਿਭਾਗ ਪੰਜਾਬ ਦੀਆਂ ਹਦਾਇਤਾਂ ਤੇ ਇੱਕ ਭਾਸ਼ਾ ਮੰਚ ਸਥਾਪਿਤ ਕੀਤਾ ਹੈ, ਜਿਸ ਦਾ ਅਸੀਂ ਇੱਕ ਨਾਂ ਰੱਖਿਆ ਹੈ ਪਦਮ ਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਭਾਸ਼ਾ ਮੰਚ, ਯੂਨੀਵਰਸਿਟੀ ਕਾਲਜ ਜੈਤੋ। ਉਹਦੇ ਅਸੀਂ 4 ਅਹੁਦੇਦਾਰ ਨਿਯੁਕਤ ਕੀਤੇ ਜਿਹੜੇ ਕਿ ਵਿਦਿਆਰਥੀਆਂ ਦੇ ਵਿੱਚੋਂ। ਇੱਕ ਉਹਨਾਂ ਦਾ ਸਰਪ੍ਰਸਤ ਹੈ ਜਿਹੜਾ ਕਿ ਅਧਿਆਪਕ ਹੈ। ਸਰਪ੍ਰਸਤ ਵਜੋਂ ਜ਼ਿੰਮੇਵਾਰੀ ਮੈਂ ਨਿਭਾ ਰਿਹਾ ਔਰ ਪ੍ਰਧਾਨ ਵਜੋਂ ਸੁਖਚੈਨ ਸਿੰਘ BCom ਦਾ ਵਿਦਿਆਰਥੀ। ਖੜੇ ਹੋ ਕੇ ਥੋੜੀ ਇੰਟਰੋਡਕਸ਼ਨ ਦੇ ਦਿਓ ਆਪਣੀ। ਸੁਖਚੈਨ ਸਿੰਘ ਇਹ ਭਾਸ਼ਾ ਮੰਚ ਦੇ ਪ੍ਰਧਾਨ ਨੇ। ਮੇਰੇ ਇਹ ਇੰਟਰੋਡਿਊਸ ਕਰਾਉਣ ਦਾ, ਦੱਸਣ ਦਾ ਮਕਸਦ ਇਹ ਹੈ ਕਿ ਇਹਨਾਂ ਦੀ ਥਾਂ ਆਉਣ ਵਾਲੇ ਸਾਲਾਂ 'ਚ ਤੁਹਾਡੇ ਚੋਂ ਕਿਸੇ ਹੋਰ ਨੇ ਲੈਣੀ ਹੈ। ਸੁਖਚੈਨ ਸਿੰਘ ਬੈਠੋ ਪਲੀਜ਼। ਇਹਨਾਂ ਦੇ ਜਿਹੜੇ ਭਾਸ਼ਾ ਮੰਚ ਦੇ ਮੀਤ ਪ੍ਰਧਾਨ ਅਸੀਂ ਬਣਾਏ ਨੇ ਉਹ ਨੇ ਧਨ ਸਿੰਘ BA1 ਦੇ ਵਿਦਿਆਰਥੀ ਨੇ। ਪਹਿਲਾਂ BCom ਦਾ ਸੀ, ਇਹ BA1 ਦਾ ਵਿਦਿਆਰਥੀ ਹੈ। ਬੈਠੋ। ਤੀਜਾ ਅਸੀਂ ਬਣਾਇਆ ਜਨਰਲ ਸਕੱਤਰ। ਜਨਰਲ ਸਕੱਤਰ ਤੋਂ ਅਸੀਂ ਬਹੁਤ ਸਾਰੇ ਕੰਮ ਲੈਂਦੇ ਹਾਂ, ਉਹ ਤੋਂ ਫੋਟੋਗ੍ਰਾਫੀ ਦਾ ਕੰਮ ਵੀ ਲੈਂਦੇ ਹਾਂ, ਉਹ ਤੋਂ ਵੀਡੀਓਗ੍ਰਾਫੀ ਦਾ ਕੰਮ ਵੀ ਲੈਂਦੇ ਹਾਂ। ਉਹ ਆਪਣਾ ਵਿਦਿਆਰਥੀ ਹੈ BA ਫਾਈਨਲ ਦਾ ਸਮੀਰ। ਸਮੀਰ ਬਾਰੇ ਮੈਂ ਦੱਸਣਾ ਚਾਹੂੰਗਾ ਘੁਗਿਆਣਵੀ ਸਾਹਿਬ, ਇਸਨੇ ਸ਼ਾਰਟ ਮੂਵੀ ਦੇ ਵਿੱਚ ਯੂਨੀਵਰਸਿਟੀ ਦੇ ਜੋਨਲ ਫੈਸਟੀਵਲ 'ਚ ਪੋਜੀਸ਼ਨ ਹਾਸਲ ਕੀਤੀ ਔਰ ਯੂਨੀਵਰਸਿਟੀ ਪੱਧਰ ਤੇ ਜਾ ਕੇ ਵੀ ਆਪਣੀ ਫਿਲਮ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਤੀਸਰਾ ਵਿਦਿਆਰਥੀ ਸਾਡੇ ਸਾਇੰਸ ਗਰੁੱਪ ਦੇ ਵਿੱਚੋਂ ਹੈ ਪ੍ਰਤਾਪ ਸਿੰਘ। ਪ੍ਰਤਾਪ ਸਿੰਘ ਸ਼ਾਹੀ ਕਿਸਮ ਦਾ ਵਿਦਿਆਰਥੀ ਹੈ, ਲੇਕਿਨ ਬਹੁਤ ਗੁਣੀ ਵਿਦਿਆਰਥੀ ਤੇ ਆਗਿਆਕਾਰ ਵਿਦਿਆਰਥੀ ਹੈ। ਇਹਦੀ ਆਗਿਆਕਾਰੀ ਨੇਚਰ ਕਰਕੇ ਹੀ ਇਹਨੂੰ ਨੋਮੀਨੇਟ ਕੀਤਾ। ਸ਼ਾਬਾਸ਼। ਸੋ ਇਹ
ਇੱਕ ਪ੍ਰੋਗਰਾਮ ਜਿਹੜਾ ਅਸੀਂ ਚਲਾ ਰਹੇ ਹਾਂ, ਇਹ ਇੱਕ ਮਾਡਲ ਹੈ ਕਿ ਪ੍ਰੋਗਰਾਮ ਕਿਵੇਂ ਚੱਲਦਾ ਹੈ। ਮੈਂ ਇੱਛਾ ਰੱਖਦਾ ਕਿ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੋਣਗੇ ਉਹ ਇਹ ਵਿਦਿਆਰਥੀ ਆਪਣੇ ਪੱਧਰ ਤੇ ਸਟੇਜ ਕੰਡਕਟ ਕਰਨ, ਆਪਣੇ ਪੱਧਰ ਤੇ ਇਹ ਜੀ ਆਇਆਂ ਨੂੰ ਕਹਿਣ, ਆਪਣੇ ਪੱਧਰ ਤੇ ਪ੍ਰੋਗਰਾਮ ਨੂੰ ਚਲਾਉਣ, ਆਪਣੇ ਪੱਧਰ ਤੇ ਥੈਂਕਸ ਕਰਨ, ਤਾਂ ਕਿ ਇਹਨਾਂ ਨੂੰ ਇੱਕ ਐਕਸਰਸਾਈਜ਼ ਮਿਲ ਸਕੇ ਕਿ ਪ੍ਰੋਗਰਾਮ ਨੂੰ ਕਿਵੇਂ ਚਲਾਉਣਾ ਹੈ। ਤੇ ਜਿਸ ਵੀ ਫੀਲਡ ਦੇ ਵਿੱਚ ਇਹ ਜਾਣ ਉਹਦੇ ਵਿੱਚ ਇਹ ਕਾਮਯਾਬ ਹੋਣ, ਕਿਉਂਕਿ ਮੰਚ ਤੇ ਬੋਲਣਾ ਬਹੁਤ ਅੱਛਾ ਹੋਣਾ ਹੈ ਜੇ ਤੁਸੀਂ ਆਪਣੇ ਚ ਪੈਦਾ ਕਰਨਾ ਹੈ। ਮੰਚ ਤੇ ਕਿਸ ਢੰਗ ਨਾਲ ਦਰਸ਼ਕ ਬੰਨ ਕੇ ਬਿਠਾਏ ਜਾ ਸਕਦੇ ਆ, ਇਹਦਾ ਮਾਡਲ ਜਿਹੜਾ ਤੁਹਾਨੂੰ ਅਸੀਂ ਨਿੰਦਰ ਘੁਗਿਆਣਵੀ ਹੋਰਾਂ ਰਾਹੀਂ ਦਿਖਾਵਾਂਗੇ। ਤੁਹਾਡੇ ਚੋਂ ਕੋਈ ਵਿਦਿਆਰਥੀ ਜਦੋਂ ਇਹ ਬੋਲਦੇ ਹੋਣ ਹਿੱਲ ਕੇ ਵਿਖਾਇਓ, ਤੁਹਾਡੇ ਤੋਂ ਕਿਸੇ ਨੂੰ ਪਿਆਸ ਲੱਗ ਜੇ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਿਆਸ ਲੱਗਣੀ ਹੈ, ਕਿਉਂਕਿ ਗੱਲਾਂ ਦੇ ਵਿੱਚ ਰਸ ਹੀ ਇੰਨਾ ਹੈ, ਗੱਲਾਂ ਦੇ ਵਿੱਚ ਦਿਲਚਸਪੀ ਇੰਨੀ ਹੈ, ਤਜਰਬਾ ਹੀ ਇੰਨਾ ਹੈ। ਮੈਂ ਬਹੁਤੀ ਇੰਟਰੋਡਕਸ਼ਨਾਂ ਬਾਰੇ ਨਾ ਦਿੰਦਾ ਹੋਇਆ ਆਪਣੀ ਥਾਂ ਲੈਣਾ। ਸਾਰਿਆਂ ਨੂੰ ਹਾਰਦਿਕ ਜੀ ਆਇਆਂ। ਅਗਲਾ ਪ੍ਰੋਗਰਾਮ ਡਾਕਟਰ ਲਖਵਿੰਦਰ। ਥੈਂਕ ਯੂ ਭਾਈ। ਨਰਿੰਦਰ ਘੁਗਿਆਣਵੀ ਜੀ ਆਪਣੇ ਯੂਨੀਵਰਸਿਟੀ ਕਾਲਜ ਨੂੰ ਆਪਣੀ ਇੱਕ ਪੁਸਤਕ ਨਾਲ ਭੇਂਟ ਕਰਨਾ ਕਰ ਰਹੇ ਆ। ਅੱਜ ਦੇ ਸਾਡੇ ਸਮਾਗਮ ਦੇ ਜਿਹੜੇ ਸਾਡੇ ਮੁੱਖ ਮਹਿਮਾਨ ਹੈ ਉਹ ਨਿੰਦਰ ਘੁਗਿਆਣਵੀ ਜੀ ਹੈ, ਤੇ ਇਹਨਾਂ ਬਾਰੇ ਸਾਡੇ ਪ੍ਰਿੰਸੀਪਲ ਸਾਹਿਬ ਸੰਖੇਪ ਜਾਣਕਾਰੀ ਦੇ ਚੁੱਕੇ ਹੈ। ਨਿੰਦਰ ਘੁਗਿਆਣਵੀ ਜੀ ਨੇ ਇੱਕ ਇਹਨਾਂ ਦੀ ਵੱਡੀ ਖਾਸੀਅਤ ਹੈ ਕਿ ਇਹਨਾਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਜਿਹੜੇ ਅਣਗੌਲੇ ਫਨਕਾਰ ਹੈ ਉਹਨਾਂ ਦਾ ਇਤਿਹਾਸ ਲਿਖ ਕੇ ਬਹੁਤ ਵੱਡਾ ਕਾਰਜ ਕੀਤਾ, ਤੇ ਇਹਨਾਂ ਦੀ ਆਪਣੀ ਇੱਕ ਸਵੈ ਜਿਮਨੀ ਮੈਂ ਸਾਂ ਜੱਜ ਦਾ ਅਰਦਲੀ, ਉਹ ਭਾਰਤੀ ਕਈ ਭਾਸ਼ਾਵਾਂ ਦੇ ਵਿੱਚ ਜਿਵੇਂ ਕੰਨੜ, ਮਲਿਆਲਮ, ਹਿੰਦੀ ਆਦਿ ਭਾਸ਼ਾਵਾਂ ਦੇ ਵਿੱਚ ਵੀ ਉਹ ਪਬਲਿਸ਼ ਹੋ ਚੁੱਕੀ ਹੈ। ਤੇ ਇਸ ਤੋਂ ਇਲਾਵਾ ਇੱਕ ਵੱਡੀ ਖਾਸੀਅਤ ਇਹ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਸ਼ਾਹਮੁਖੀ ਲਿਪੀ ਦੇ ਵਿੱਚ ਲਿਪੀ ਅੰਤਰਣ ਵੀ ਹੋ ਚੁੱਕੀ ਹੈ। ਤੇ ਹੋਰ ਵਿਸਤਾਰ ਸਹਿਤ ਜਾਣਕਾਰੀ ਦੇਣ ਦੇ ਲਈ ਸਾਡੇ ਭਾਸ਼ਾ ਅਫਸਰ ਮਨਜੀਤ ਪੁਰੀ ਜੀ ਜਾਣਕਾਰੀ ਦੇਣਗੇ, ਤੇ ਮੈਂ ਪੁਰੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਨਿੰਦਰ ਘੁਗਿਆਣਵੀ ਜੀ ਦੇ ਸਾਹਿਤਕ ਸਫ਼ਰ ਬਾਰੇ ਆਪਣੇ ਬੋਲ ਸਰੋਤਿਆਂ ਨਾਲ ਸਾਂਝੇ ਕਰਨ। ਮੰਚ ਤੇ ਵਿਰਾਜਮਾਨ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਨਿੰਦਰ ਘੁਗਿਆਣਵੀ ਜੀ, ਇਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਮਿੰਦਰ ਸਿੰਘ ਜੀ, ਪੰਜਾਬੀ ਰੰਗਮੰਚ ਦਾ ਵੱਡਾ ਨਾਮ ਡਾਕਟਰ ਕੁਲਬੀਰ ਮਲਿਕ, ਮੇਰੇ ਸਾਥੀ ਫੌਜ ਅਫਸਰ ਅਮਰਜੀਤ ਸਿੰਘ ਸਿੱਧੂ, ਇਸ ਕਾਲਜ ਦੇ ਅਧਿਆਪਕ ਜਿਨ੍ਹਾਂ ਤੋਂ ਬਹੁਤ ਸਾਰੇ ਮੇਰੇ ਬੜੇ ਪਿਆਰੇ ਮਿੱਤਰ ਨੇ, ਜਿਨ੍ਹਾਂ ਤੋਂ ਜਗਸੀਰ, ਨਵਜੀਤ, ਅਸੀਂ ਗਾਹੇ ਮਿਲਦੇ ਰਹਿੰਦੇ ਹਾਂ, ਤੇ ਬਹੁਤ ਹੀ ਪਿਆਰੇ ਵਿਦਿਆਰਥੀ। ਨਿੰਦਰ ਹੋਰਾਂ ਬਾਰੇ ਜਾਣਕਾਰੀ ਮੈਂ ਬਹੁਤੀ ਨਹੀਂ ਦੇਣੀ, ਕਿਉਂਕਿ ਜਦੋਂ ਉਹ ਬੋਲਣਗੇ, ਗੱਲਬਾਤ ਕਰਨਗੇ ਤਾਂ ਤੁਹਾਡੇ ਕੋਲੇ ਜਾਣਕਾਰੀ ਆਪਣੇ ਆਪ ਹੀ ਪਹੁੰਚ ਜਾਣੀ। ਪਰ ਫਿਰ ਵੀ ਕੁਝ ਗੱਲਾਂ ਜਿਹੜੀਆਂ ਮੈਨੂੰ ਨਿੰਦਰ ਹੋਰਾਂ ਦੇ ਜੀਵਨ ਦੀਆਂ ਇੰਟਰਸਟਿੰਗ ਲੱਗਦੀਆਂ ਸੀ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। ਪਹਿਲੀ ਗੱਲ ਤਾਂ ਜਿਹੜੀ ਡਾਕਟਰ ਲਖਵਿੰਦਰ ਹੋਰੀ ਕਰ ਰਹੇ ਸੀ ਕਿ ਜਿਹੜਾ ਇਹਨਾਂ ਦਾ ਨਾਮ ਲੈਟਾ ਮੈਂ ਸਾਂ ਜੱਜ ਦਾ ਅਰਦਲੀ, ਉਹ ਭਾਰਤ ਦੀਆਂ 12 ਭਾਸ਼ਾਵਾਂ ਦੇ ਵਿੱਚ ਟ੍ਰਾਂਸਲੇਟ ਹੋ ਚੁੱਕਿਆ ਸਮੇਤ, ਔਰ ਉਹਦੇ ਤੇ ਇੱਕ ਬੜੀ ਸ਼ਾਨਦਾਰ ਫਿਲਮ ਵੀ ਬਣ ਚੁੱਕੀ ਹੈ, ਜਿਹਦੇ ਵਿੱਚ ਸਾਡੇ ਰੰਗਮੰਚ ਦੇ ਵੱਡੇ ਨਾਮ, ਜਿਨ੍ਹਾਂ ਦੇ ਵਿੱਚ ਜਤਿੰਦਰ ਕੌਰ, ਹਰਭਜਨ ਜੱਬਲ ਪੁਰਾਣੇ, ਔਰ ਇਹਨਾਂ ਨੇ ਖੁਦ ਵੀ ਉਹਦੇ ਵਿੱਚ ਜਿਹੜਾ ਅਭਿਨੈ ਕੀਤਾ, ਉਹ ਬੜੀ ਸ਼ਾਨਦਾਰ ਫਿਲਮ ਹੈ। ਪਰ ਫਿਰ ਵੀ ਮੈਨੂੰ ਜਿਹੜੀ ਖਾਸ ਗੱਲ ਲੱਗਦੀ ਹੈ ਕਿ ਨਿੰਦਰ ਜਦੋਂ ਤੁਹਾਡੇ ਕਿ ਜਿੰਨੀ ਉਮਰ ਦਾ ਹੁੰਦਾ ਸੀ, 23 ਵਰਿਆਂ ਦਾ, ਤੇ ਮੈਂ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹੀ, ਅਸੀਂ ਨਿੰਦਰ ਨਾਲੋਂ ਥੋੜੇ ਛੋਟੇ ਹੁੰਦੇ ਸੀ, ਕਿ ਇੱਕ ਪੰਜਾਬ ਦੇ ਵਿੱਚ ਐਸਾ ਲੇਖਕ ਆ ਜਿਹਦੀ ਉਮਰ ਵੀ 23 ਸਾਲ ਤੇ ਕਿਤਾਬਾਂ ਵੀ 23 ਹੈ। ਕੈਨ ਯੂ ਇਮੇਜਿਨ? 23 ਵਰਿਆਂ ਦਾ ਇੱਕ ਨੌਜਵਾਨ 23 ਕਿਤਾਬਾਂ ਲਿਖੀ ਬੈਠਾ। ਕਈ ਸਾਲ, ਕਿਉਂਕਿ ਅਸੀਂ ਬਹੁਤ ਛੋਟੇ ਸੀਗੇ, ਤੇ ਕੁਝ ਸਾਲਾਂ ਬਾਅਦ ਨਿੰਦਰ ਹੋਰੀ ਮੈਨੂੰ ਕਿਸੇ ਸਾਹਿਤਕ ਸਮਾਗਮ ਤੇ ਮਿਲੇ,
ਉਹਨਾਂ ਵੇਲੇ ਤਾਂ ਅਸੀਂ ਵੀ ਕਲਮ ਜਮਾਈ ਕਰਦੇ ਹੁੰਦੇ ਸੀ, ਉਹ ਵੀ ਇੱਕ ਬੜਾ ਖੂਬਸੂਰਤ ਕਿੱਸਾ। ਉਹਨਾਂ ਵੇਲੇ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਬੜਾ ਛਪਦਾ ਹੁੰਦਾ ਸੀ, ਮੇਰੀਆਂ ਗਜ਼ਲਾਂ ਕਵਿਤਾਵਾਂ ਛਪਦੀਆਂ ਹੁੰਦੀਆਂ ਸੀ। ਤੇ ਮੈਨੂੰ ਇਹ ਵੀ ਯਾਦ ਹੈ ਕਿ ਜ਼ੀਰੇ ਨਿੰਦਰਪੁਰਾਂ ਦਾ ਰੂਬਰੂ ਸੀਗਾ, ਤੇ ਉੱਥੇ ਮੈਂ ਵੀ ਚਲਾ ਗਿਆ ਤੇ ਨਿੰਦਰਪੁਰੀ ਮੈਨੂੰ ਜਦੋਂ ਮਿਲੇ, ਇਹ ਘਟਨਾ ਵੈਸੇ ਮੇਰੇ ਨਾਲ ਬਹੁਤ ਵਾਰੀ ਵਾਪਰੀ ਆ, ਪਿੱਛੇ ਜਿਹੇ ਵੀ ਵਾਪਰ ਕੇ ਖੜੀ ਆ ਕਿ ਮੈਂ ਨਿੰਦਰ ਦੇ ਸਾਹਮਣੇ ਜਾ ਕੇ ਖੜ ਕੇ ਦੱਸਿਆ ਕਿ ਮੈਂ ਮਨਜੀਤ ਪੁਰੀ ਹਾਂ। ਅੱਛਾ, ਕਹਿੰਦਾ ਤੂੰ ਮੁੰਡਾ ਯਾਰ, ਮੈਂ ਤਾਂ ਤੈਨੂੰ ਕੁੜੀ ਸਮਝਦਾ ਰਿਹਾ ਹੁਣ ਤੱਕ। ਉਹ ਨਾ ਪੜ੍ਹ ਕੇ, ਅੱਛਾ ਇਹ ਗੱਲ ਮੇਰੇ ਨਾਲ ਪਿਛਲੇ ਦਿਨ ਵੀ ਵਾਪਰੀ। ਕੋਈ ਮੈਨੂੰ ਦੋਸਤ ਮਿਲਣ ਆਇਆ ਤੇ ਉਹ ਨੇਮ ਪਲੇਟ ਤੇ ਵੀ ਕਿਉਂਕਿ ਮਨਜੀਤ ਪੁਰੀ ਲਿਖਿਆ ਹੋਇਆ, ਤੇ ਉਹ ਅੰਦਰ ਵੜ ਕੇ ਉਹ ਕਿਸੇ ਮਤਲਬ ਟੈਲੀਵਿਜ਼ਨ ਦਾ ਪੱਤਰਕਾਰ ਸੀਗਾ, ਸ਼ਾਇਦ ਦੇ ਵੀ ਪ੍ਰਾਈਮ ਏਸ਼ੀਆ ਟੀਵੀ ਵਾਲੇ ਅਮਰਜੀਤ, ਜਿਹੜੇ ਉਸ ਦਿਨ ਮੁਕਤਸਰ ਤੋਂ ਆਏ ਸੀ। ਉਹ ਅੰਦਰ ਵੜ ਕੇ ਕਹਿੰਦੇ ਅੱਛਾ ਤੁਸੀਂ ਬੰਦੇ ਹੋ, ਕਹਿੰਦੇ ਸਾਨੂੰ ਐਂ ਲੱਗਿਆ ਵੀ ਮੈਡਮ ਹੋਣਗੇ ਕੋਈ, ਹੈ ਨਾ। ਮੈਂ ਕਿਹਾ ਕੋਈ ਗੱਲ ਨਹੀਂ, ਮੇਰੇ ਨਾਲ ਬਹੁਤ ਵਾਰੀ ਇਹ ਘਟਨਾ ਵਾਪਰੀ। ਉਹ ਨਿੰਦਰ, ਜਦੋਂ ਜ਼ੀਰੇ ਮੈਨੂੰ ਨਿੰਦਰ ਮਿਲਿਆ, ਉਦੋਂ ਨਿੰਦਰ ਦੀ ਉਮਰ 30 ਵਰ੍ਹੇ ਸੀ ਤੇ 30 ਕਿਤਾਬਾਂ ਸਨ ਨਿੰਦਰ ਦੀਆਂ। ਕਮਾਲ ਦੀ ਗੱਲ ਹੈ ਕਿ 30 ਵਰ੍ਹਿਆਂ ਦੀ ਉਮਰ ਤੇ 30 ਕਿਤਾਬਾਂ। ਉਦੋਂ ਬਾਅਦ ਹੁਣ ਅਗਲੀਆਂ ਕਿਤਾਬਾਂ ਤੋਂ ਇਹ ਅੰਦਾਜ਼ਾ ਬਿਲਕੁਲ ਨਾ ਲਾ ਲਿਓ ਕਿ ਨਿੰਦਰ ਦੀਆਂ ਜਿੰਨੀਆਂ ਹੁਣ ਕਿਤਾਬਾਂ ਨੇ ਉਨੀ ਇਹਦੀ ਉਮਰ ਹੈ। ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ। ਉਦੋਂ ਬਾਅਦ ਨਿੰਦਰਪੁਰਾਂ ਦੀ ਜਿਹੜੀ ਲਿਖਣ ਦੀ ਜਿਹੜੀ ਸਪੀਡ ਰਹੀ ਆ, ਉਹ ਬਹੁਤ ਤੇਜ਼ ਰਹੀ ਆ। ਹੁਣ ਮੈਂ ਇਹ ਕਹਿ ਸਕਦਾ ਕਿ ਜਿੰਨੀਆਂ ਇਹਨਾਂ ਦੀਆਂ ਹੁਣ ਕਿਤਾਬਾਂ ਨੇ, ਉਹ ਇਹਨਾਂ ਦੀ ਉਮਰ ਦਾ ਮਤਲਬ ਡੂਢਾ ਹਿੱਸਾ ਨੇ, ਹੈ ਨਾ। ਅੱਜ ਕੱਲ੍ਹ ਨਿੰਦਰ ਦੀਆਂ ਕੁੱਲ 57 ਕਿਤਾਬਾਂ ਨੇ ਜਿਹੜੀਆਂ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾ ਚੁੱਕੇ ਨੇ, ਤੇ ਪੰਜਾਬੀ ਦੇ ਵਿੱਚ ਇੰਨੀਆਂ ਜ਼ਿਆਦਾ ਲਿਖਤਾਂ ਦੇਣ ਵਾਲਾ ਕੋਈ ਸ਼ਾਇਦ ਨਹੀਂ। ਇਹਨਾਂ ਦਿਨਾਂ ਦੇ ਵਿੱਚ ਦੇਖੋ, ਨਿੰਦਰ ਹੋਰਾਂ ਦਾ ਜਨਮ ਪੰਜਾਬ ਦੇ ਇੱਕ ਬਹੁਤ ਹੀ ਸਧਾਰਨ ਜਿਹੇ ਪਿੰਡ ਘੁਗਿਆਣੇ ਦੇ ਵਿੱਚ ਹੋਇਆ। ਘੁਗਿਆਣਾ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਆ। ਮੈਂ ਕੁਝ ਸਮਾਂ ਉੱਥੇ ਅਧਿਆਪਕ ਵਜੋਂ ਨੌਕਰੀ ਕਰਦਾ ਰਿਹਾ। ਮੈਂ ਜਿੱਥੇ ਵੀ ਜਾ ਕੇ ਦਿੱਲੀ ਦੱਖਣ, ਜਿੱਥੇ ਮਰਜ਼ੀ ਤੁਰੇ ਫਿਰੋ ਤੁਸੀਂ, ਮੇਰੇ ਪਿੰਡ ਦਾ ਨਾਂ ਨਹੀਂ ਕਦੇ ਕਿਸੇ ਨੂੰ ਭੁੱਲਦਾ ਸੀ ਕਿ ਬੰਦੇ ਦੀ ਨੌਕਰੀ ਕਿੱਥੇ। ਮੈਂ ਜਦੋਂ ਵੀ ਕਹਿਣਾ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣੇ, ਅੱਛਾ ਨਿੰਦਰ ਘੁਗਿਆਣੀ ਵਾਲਾ ਪਿੰਡ, ਤਾਂ ਉਹ ਕਿਸੇ ਪਿੰਡ ਦਾ ਨਾਂ ਕਿਸੇ ਵਿਅਕਤੀ ਦੇ ਨਾਂ ਦੇ ਮਸ਼ਹੂਰ ਹੋ ਜਾਣਾ, ਇਹ ਇੱਕ ਵੱਡੀ ਗੱਲ ਹੁੰਦੀ। ਐਡੀ ਵੱਡੀ ਪ੍ਰਾਪਤੀ ਨਿੰਦਰਪੁਰਾਂ ਦੇ ਵਿੱਚ ਆਈ ਆ। ਉਸ ਪਿੰਡ ਦੇ ਵਿੱਚੋਂ ਉੱਠ ਕੇ, ਕਿਉਂਕਿ ਨਿੰਦਰਪੁਰਾਂ ਨੂੰ ਅਸੀਂ ਅੱਜ ਦੇ ਨਹੀਂ ਜਾਣਦੇ, ਬਹੁਤ ਸਾਲਾਂ ਦੇ ਜਾਣਦੇ ਹਾਂ, ਜਿਸ ਕਿਸਮ ਦੇ ਸੰਘਰਸ਼ ਦੇ ਵਿੱਚੋਂ ਨਿੰਦਰਪੁਰੀ ਲੰਘੇ ਆ, ਉਸ ਕਿਸਮ ਦੇ ਸੰਘਰਸ਼ ਦੇ ਵਿੱਚੋਂ ਤੁਹਾਡੇ ਵਰਗੇ ਬਹੁਤ ਵਿਦਿਆਰਥੀ ਵੀ ਲੰਘ ਰਹੇ ਹੋਣਗੇ ਜਾਂ ਲੰਘਣਗੇ ਆਉਣ ਵਾਲੇ ਸਮੇਂ 'ਚ। ਇਸ ਕਰਕੇ ਇਹੋ ਜਿਹੀਆਂ ਸ਼ਖਸੀਅਤਾਂ ਦਾ ਤੁਹਾਡੇ ਨਾਲ ਰੂਬਰੂ ਕਰਾਉਣ ਦਾ ਮਕਸਦ ਸਾਡਾ ਇਹ ਆ ਕਿ ਤੁਹਾਨੂੰ ਪ੍ਰੇਰਨਾ ਮਿਲ ਸਕੇ। ਮੈਂ ਕਿਸੇ ਵੇਲੇ ਇੱਕ ਸ਼ੇਅਰ ਲਿਖਿਆ ਸੀ ਕਿ ਜੇ ਸਿਦਕ ਸੁੱਚਾ ਹੋਵੇ ਤੇ ਹੱਥਾਂ 'ਚ ਹੁਨਰ ਹੋਵੇ ਤੇ ਬੰਦਾ ਦਿਖਾ ਵੀ ਸਕਦਾ ਸੂਲਾਂ ਗੁਲਾਬ ਕਰਕੇ। ਜੇ ਬੰਦੇ 'ਚ ਹਿੰਮਤ ਹੋਵੇ ਤਾਂ ਕੰਡਿਆਂ ਨੂੰ ਸੂਲਾਂ ਦੇ ਵਿੱਚ ਤਬਦੀਲ ਕਰ ਸਕਦਾ। ਤੇ ਇਹ ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਨਿੰਦਰ ਘੁਗਿਆਣੀ ਦੀ ਹੋਈ ਹੈ। ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਬਹੁਤ ਵੱਡੇ ਅਹੁਦੇ ਤੇ ਤਾਇਨਾਤ ਨੇ। ਅੱਜ ਕੱਲ੍ਹ ਇਹ ਮੀਡੀਆ ਅਫਸਰ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਦੇ ਜਿਹੜੇ ਹੈਗੇ ਨੇ ਆਫਿਸਰ ਨੇ, ਉੱਥੇ ਨਿਰੰਤਰ ਆਪਣੀ ਨੌਕਰੀ ਪਿਛਲੇ 4-5 ਵਰ੍ਹਿਆਂ ਤੋਂ ਕਰ ਰਹੇ ਨੇ। ਉਸ ਤੋਂ ਪਹਿਲਾਂ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਇਹਨਾਂ ਨੇ ਨੌਕਰੀ ਵੀ ਕੀਤੀ। ਬਹੁਤ ਸਾਰੇ ਰੇਡੀਓ TV ਚੈਨਲਾਂ ਤੇ ਲਗਾਤਾਰ ਅਨਾਉਂਸਰ ਵਜੋਂ ਵੀ ਨੌਕਰੀ ਕੀਤੀ। ਖਬਰ ਹੁਣ ਵੀ ਇੱਦਾਂ ਹੀ ਹੈ ਜ਼ਿੰਦਗੀ ਦਾ ਇਹਨਾਂ ਦਾ ਸ਼ਡਿਊਲ ਕਿ ਸੁਬਾਹ ਵੀ 7 ਵਜੇ ਕਿਸੇ ਰੇਡੀਓ ਚੈਨਲ ਤੇ ਖਬਰਾਂ ਪੜ੍ਹਦੀਆਂ ਨੇ, ਸ਼ਾਮ ਨੂੰ ਵੀ ਪੜ੍ਹਦੀਆਂ ਨੇ, ਦੁਪਹਿਰੇ ਕਿਤੇ ਰੂਬਰੂ ਤੇ ਜਾਣਾ। ਮੈਂ ਸੋਚਦਾ ਵੀ ਇੰਨੀ ਭੱਜ ਨੱਸ ਬੰਦਾ ਇੱਕ ਜਨਮ ਦੇ ਵਿੱਚ ਕਰ ਲਵੇ, ਇਹ ਕੋਈ ਸਧਾਰਨ ਬੰਦੇ ਦੇ ਵੱਸ ਦਾ ਰੋਗ ਨਹੀਂ। ਤੋ ਇਹ ਬਹੁਤ એનર્ਜੀ ਵਾਲੇ ਤੇ ਊਰਜਾ ਵਾਲੇ ਮਨੁੱਖ ਦਾ ਕੰਮ ਆ। ਸੋ ਉਹ ਬੰਦਾ ਜਿਹੜਾ ਇੰਨੀ એનર્ਜੀ ਨਾਲ, ਇੰਨੀ ਊਰਜਾ ਨਾਲ ਭਰਿਆ ਹੋਇਆ, ਔਰ ਜਿਹਦੀ ਸਭ ਤੋਂ ਖਾਸ ਗੱਲ ਮੈਨੂੰ ਇਹ ਲੱਗਦੀ ਹੁੰਦੀ ਹੈ ਕਿ ਇੰਨਾ ਕੁਝ ਪ੍ਰਾਪਤ ਕਰਨ ਤੋਂ ਬਾਅਦ ਵੀ ਉਹਦੇ ਵਿੱਚ ਘੁਗਿਆਣੇ ਪਿੰਡ ਦੀ ਮਿੱਟੀ ਨਹੀਂ ਮਰੀ ਗਈ, ਉਹ ਜਿਉਂਦੀ ਆ। ਉਹ ਉਸੇ ਤਰ੍ਹਾਂ ਹੀ ਵਿਚਰਦਾ ਜਿਸ ਤਰ੍ਹਾਂ ਅੱਜ ਤੋਂ 20 ਸਾਲ ਪਹਿਲਾਂ ਵਿਚਰਦਾ ਸੀ, ਜਿਸ ਤਰ੍ਹਾਂ ਘੁਗਿਆਣੇ ਦੀ ਮਿੱਟੀ 'ਚ ਵਿਚਰਦਾ ਸੀ। ਉਹ ਜਿਹੜਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਮਿੱਟੀ ਨਾਲ ਜੁੜਿਆ ਹੋਇਆ ਮਨੁੱਖ, ਜਿਹਦੇ 'ਚ ਨਿਮਰਤਾ ਵੀ ਆ, ਜਿਹਦੇ 'ਚ, ਔਰ ਇੱਕ ਖਾਸ ਗੱਲ ਹੋਰ ਵੀ, ਤੁਸੀਂ ਇਹਨਾਂ ਦੀਆਂ ਗੱਲਾਂ ਵੀ ਸੁਣੋਗੇ, ਬੜੇ ਕਿੱਸੇ ਨੇ ਇਹਨਾਂ ਕੋਲੇ ਕਿ ਜਦੋਂ ਬੰਦਾ ਸੰਘਰਸ਼ ਕਰ ਰਿਹਾ ਹੁੰਦਾ ਹੈ ਨਾ, ਤੁਸੀਂ ਇਹਨਾਂ ਦੀ ਜ਼ੁਬਾਨੀ ਵੀ ਸੁਣੋਗੇ ਵੀ ਕਈ ਵਾਰੀ ਨਾ ਇੱਦਾਂ ਦੇ ਮੌਕੇ ਆ ਜਾਂਦੇ ਆ ਕਿ ਜਿਹੜਾ ਬੰਦਾ ਤੁਹਾਨੂੰ ਅੱਖਾਂ ਦਿਖਾਈ ਜਾਂਦਾ ਖੜਾ ਸਾਹਮਣੇ,
ਤੇ ਫਿਰ ਕਿਸੇ ਵੇਲੇ ਤੁਹਾਡੇ ਸਾਹਮਣੇ ਹੱਥ ਬੰਨੀ ਖੜਾ। ਇਦਾਂ ਦੀਆਂ ਘਟਨਾਵਾਂ ਸਾਡੇ ਲਿਟਰੇਚਰ 'ਚ ਵਾਪਰਦੀਆਂ ਰਹੀਆਂ ਨੇ। ਮੈਨੂੰ ਇੱਕ ਨਿੰਦਰ ਹੁਣੀ ਆਪਣੇ ਕਿਸੇ ਖੁਦ ਸੁਣਾਉਣਗੇ। ਮੈਨੂੰ ਯਾਦ ਆ ਕਿ ਜਿਹਨੂੰ ਅਸੀਂ ਪੰਜਾਬ ਦਾ ਛੇਵਾਂ ਦਰਿਆ ਕਹਿੰਦੇ ਆ, ਡਾਕਟਰ ਮਹਿੰਦਰ ਸਿੰਘ ਰੰਧਾਵਾ। ਡਾਕਟਰ ਮਹਿੰਦਰ ਸਿੰਘ ਰੰਧਾਵਾ IAS ਦੀ ਪ੍ਰੀਖਿਆ ਦੇਣ ਵਾਸਤੇ ਦਿੱਲੀ ਗਏ। ਉੱਥੇ ਕਿਉਂਕਿ 1 ਮਹੀਨਾ ਉਹ ਪ੍ਰੀਖਿਆ ਚੱਲਣੀ ਸੀ ਤੇ ਉਹਨਾਂ ਨੇ ਕਿਰਾਏ ਤੇ ਕਮਰਾ ਲੈਣਾ ਸੀ। ਬੱਚੋ ਸੁਣਨ ਵਾਲੀ ਗੱਲ ਹੈ ਨਾ। ਤੇ ਉੱਥੇ ਜਾ ਕੇ ਉਹਨਾਂ ਨੇ ਕਿਸੇ ਮਕਾਨ ਮਾਲਕ ਨਾਲ ਗੱਲ ਕੀਤੀ ਕਿ ਮੈਨੂੰ 1 ਮਹੀਨੇ ਵਾਸਤੇ ਕਮਰਾ ਚਾਹੀਦਾ। ਉਹ ਮਕਾਨ ਮਾਲਕ ਨੇ ਉਹ ਕਮਰਾ ਦੇਤਾ। ਕਹਿੰਦਾ ਵੀ ਕਮਰਾ ਲੈ ਲਾ ਪਰ ਐਡਵਾਂਸ ਦੇ ਮੈਨੂੰ 10 ਰੁਪਏ। ਉਹਨਾਂ ਵੇਲੇ ਦੇ 10 ਰੁਪਏ ਅੱਜ ਕੱਲ੍ਹ ਦੇ ਤੁਸੀਂ 5000 ਵਰਗੇ ਲਾ ਲਓ। ਬੜੇ ਔਖੇ ਹੋ ਕੇ ਉਹਨੇ 10 ਰੁਪਏ ਕੱਢ ਕੇ ਉਹਨੂੰ ਐਡਵਾਂਸ ਜਮ੍ਹਾਂ ਕਰਾ ਦੇ। ਸਮਾਨ ਉਹਦੇ ਕੋਲੇ ਹੈ ਨਹੀਂ ਸੀਗਾ। ਰੰਧਾਵਾ ਸਾਹਿਬ ਕਹਿੰਦੇ ਮੈਂ ਸੋਚਿਆ ਵੀ ਮੈਂ ਤੜਕੇ ਸਮਾਨ ਲੈ ਕੇ ਤੁਹਾਡੇ ਕਮਰੇ 'ਚ ਆ ਜਾਊਗਾ, ਆਹ ਤੁਹਾਡੇ 10 ਰੁਪਏ ਐਡਵਾਂਸ। ਉਹ ਜਦੋਂ ਸੁਬਾਹ ਸਮਾਨ ਲੈ ਕੇ ਉਸ ਮਕਾਨ ਮਾਲਕ ਦੇ ਘਰੇ ਪਹੁੰਚੇ ਤੇ ਉਹ ਬੰਦਾ ਮੁੱਕਰ ਗਿਆ। ਉਹ ਕਹਿੰਦਾ ਭਾਈ ਕਿਹੜੇ 10 ਰੁਪਏ, ਕਿਹੜਾ ਕਮਰਾ? ਕਿਉਂਕਿ ਰਾਤ ਨੂੰ ਕੀ ਵਾਪਰਿਆ ਕਿ ਉਹਦੇ ਕੋਲ ਕੋਈ ਹੋਰ ਬੰਦਾ ਆ ਗਿਆ ਜਿਹੜਾ ਉਹਨੂੰ ਵੱਧ ਪੈਸੇ ਦੇ ਗਿਆ ਕਮਰੇ ਦੇ, ਤੇ ਉਹ ਬੰਦਾ ਮੁੱਕਰ ਗਿਆ ਸਮੇਤ 10 ਰੁਪਏ। ਤੇ ਰੰਧਾਵਾ ਸਾਹਿਬ ਕਹਿੰਦੇ ਵੀ ਚਲੋ ਕੋਈ ਨਹੀਂ ਭਾਈ, ਕਿਤੇ ਰੱਬ ਮੇਲ ਮਿਲਾਊਗਾ। ਰੰਧਾਵਾ ਸਾਹਿਬ ਉਹ IAS ਦੀ ਪ੍ਰੀਖਿਆ ਕਲੀਅਰ ਕਰਕੇ ਕੁਝ ਸਾਲਾਂ ਬਾਅਦ ਉਹ ਦਿੱਲੀ ਦੇ ਮੇਅਰ ਲੱਗ ਗਏ। ਉਸੇ ਦਿੱਲੀ ਮੇਅਰ ਬੇਟੇ ਆਏ ਨੇ ਜਿਵੇਂ ਆਪਣੇ ਫਰੀਦਕੋਟ ਦੇ DC ਸਾਹਿਬ ਨੇ। ਹੁਣ DC ਤੋਂ ਉੱਤੇ ਕੋਈ ਨਹੀਂ ਹੁੰਦਾ ਗਾ। ਪੰਜਾਬੀਆਂ ਦੀ ਮਾਨਸਿਕਤਾ ਇਹ ਹੈਗਾ ਕੋਈ ਕਨੈਕਟਰ ਨੂੰ ਕੋਈ ਪੁੱਛਦਾ ਵੀ ਯਾਰ ਵੀ ਜੇ ਪ੍ਰਧਾਨ ਮੰਤਰੀ ਤੇਰੀ ਬੱਸ ਚੜ੍ਹਦੇ ਉਹਦੀ ਵੀ ਟਿਕਟ ਕੱਟੇਗਾ, ਕਹਿੰਦਾ ਕੱਟੂਗਾ, ਉਹ ਵੀ DC ਲੱਗਿਆ ਹੈ। ਮਤਲਬ ਸਾਨੂੰ ਐਂ ਲੱਗਦਾ DC ਬੜਾ ਵੱਡਾ ਹੁੰਦਾ ਹੈ। ਤਾਂ ਉਹ ਮੇਅਰ ਦਿੱਲੀ ਦੇ ਲਾਗੇ ਰੰਧਾਵਾ ਸਾਹਿਬ। ਤੇ ਰੰਧਾਵਾ ਸਾਹਿਬ ਕਹਿੰਦੇ ਵੀ ਮੈਂ ਜਦੋਂ ਚੇਅਰ ਤੇ ਬੈਠਾ ਤੇ ਅਹੁਦਾ ਸੰਭਾਲਿਆ ਤੇ ਮੈਂ ਪਹਿਲਾ ਕੰਮ ਇਹ ਕੀਤਾ ਕਿ ਐਂ ਕਰੋ ਯਾਰ ਫਲਾਣੇ ਮਹੱਲੇ ਦੇ ਵਿੱਚ ਇੱਕ ਫਲਾਣੇ ਨਾਂ ਦਾ ਬੰਦਾ ਰਹਿੰਦਾ, ਉਹਨੂੰ ਫੜ ਕੇ ਲਿਆਓ। ਉਹ ਭਾਈ ਉਹਨੂੰ ਫੜ ਕੇ ਲਿਆਏ। ਹੁਣ ਕਈ ਸਾਲਾਂ ਬਾਅਦ ਮਿਲੇ ਸੀ ਤੇ ਉਹਨੂੰ ਪਛਾਣ ਨਾ ਆਈ। ਉਹ ਆ ਕੇ ਬਹਿ ਗਿਆ। ਹਾਂਜੀ ਸਰ। ਉਹ ਕਹਿੰਦਾ ਵੀ ਗੱਲ ਇਹ ਆ ਮਿੱਤਰਾ ਵੀ ਫਲਾਣੇ ਸੰਨ ਦੀ ਗੱਲ ਆ, ਤੇਰੇ ਕੋਲੇ ਇੱਕ ਨਾ ਸਟੂਡੈਂਟ ਆਇਆ ਸੀਗਾ ਤੇ ਤੂੰ ਉਹਦੇ 10 ਰੁਪਏ ਨੱਪ ਲਏ ਸੀ। ਜਦੋਂ ਉਹਨੇ ਹੈ ਕਿਹਾ ਤੇ ਉਹ ਬੰਦੇ ਨੂੰ ਮਤਲਬ ਯਕਦਮ ਉਹਨੇ ਚਿਹਰਾ ਮੋਹਰਾ ਪਛਾਣਿਆ ਤੇ ਉਹਨੂੰ ਪਤਾ ਲੱਗਿਆ ਵੀ ਉਹੀ ਬੰਦਾ। ਕਹਿੰਦੇ ਵੀ ਉਹ ਸੇਠ ਜੀ ਸੀਗੇ। ਸੇਠ ਜੀ ਕੁਰਸੀ ਤੋਂ ਗੇੜਾ ਖਾ ਕੇ ਥੱਲੇ ਡਿੱਗ ਪਏ। ਉਹਨੂੰ ਚੱਕ ਕੇ ਪਾਣੀ ਪੂਣੀ ਪਿਆਇਆ। ਉਹ ਡਰ ਗਿਆ ਤੇ ਕਹਿੰਦਾ ਵੀ ਉਸ ਤੋਂ ਬਾਅਦ ਉੱਠ ਕੇ ਸਿੱਧਾ ਪੈਰਾਂ 'ਚ ਫਿਰ ਡਿੱਗ ਪਿਆ। ਉਹ ਕਹਿੰਦਾ ਮੈਂ ਕਿਹਾ ਵੀ ਤੂੰ ਐਂ ਨਾ ਕਰ, ਹੁਣ ਜਿਹੜਾ ਕੁਛ ਹੋਣਾ ਸੀ ਹੋ ਗਿਆ। ਤੂੰ ਇਉਂ ਕਰ ਵੀ 10 ਰੁਪਈਆਂ ਨੂੰ ਉਦੋਂ ਦਾ ਸਾਰਾ ਜਿਹੜਾ ਇੰਟਰਸਟ ਲਾਉਣਾ ਸ਼ੁਰੂ ਕਰ। ਕਿੰਨੇ ਪੈਸੇ ਬਣਦੇ ਆ ਤੇ ਜਿੰਨੇ ਪੈਸੇ ਬਣਦੇ ਆ ਨਾ ਉਹ ਉੱਥੇ ਇੱਕ ਗਊਸ਼ਾਲਾ ਬਣ ਰਹੀ ਸੀ। ਕਹਿੰਦੇ ਵੀ ਉਸ ਗਊਸ਼ਾਲਾ ਨੂੰ ਦਾਨ ਦੇ ਦੇ। ਉਹ ਕਹਿੰਦਾ ਜੀ ਮਹਾਰਾਜ ਮੈਂ ਉਦੋਂ ਦੁੱਗਣੇ ਦੇ ਦੂੰਗਾ ਜਿੰਨਾ ਵਿਆਜ ਬਣਦਾ, ਤੁਸੀਂ ਮੇਰਾ ਖਹਿੜਾ ਛੱਡੋ। ਹੈ ਨਾ। ਸੋ ਇਹ ਜ਼ਿੰਦਗੀ ਆ। ਜ਼ਿੰਦਗੀ ਬਹੁਤ ਕੁਝ ਇਉਂ ਚੱਲਦਾ ਰਹਿੰਦਾ ਹੈ ਨਾ। ਇਹ ਜਿਹਾ ਕੁਛ ਇਹ ਮਹਿੰਦਰ ਸਿੰਘ ਰੰਧਾਵਾ ਹੋਰਾਂ ਦੀ ਇੱਕ ਛੋਟੀ ਜਿਹੀ ਉਦਾਹਰਣ ਦਿੱਤੀ। ਨਿੰਦਰ ਹੋਰਾਂ ਦੀ ਜ਼ਿੰਦਗੀ 'ਚ ਇਹੋ ਜਿਹੀਆਂ ਸੈਂਕੜੇ ਘਟਨਾਵਾਂ ਵਾਪਰੀਆਂ ਨੇ ਕਿ ਜਦੋਂ ਨਿੰਦਰ ਹੋਣੀ ਕਿਸੇ ਅਹੁਦੇ ਤੇ ਪਹੁੰਚੇ ਤੇ ਉਹ ਲੋਕਾਂ ਦਾ ਕੀ ਹਾਲ ਹੋਇਆ ਜਿਹੜੇ ਲੋਕ ਕਿਸੇ ਵੇਲੇ ਅੱਖਾਂ ਦਿਖਾ ਕੇ ਲੰਘਦੇ ਸੀ ਨਾ। ਅੱਜ ਅਸੀਂ ਸੁਣਾਂਗੇ ਇਹਨਾਂ ਤੋਂ ਕਿਸੇ ਹੈ ਨਾ। ਸੋ ਕਿਸੇ ਦੇ ਵੀ ਜੀਵਨ 'ਤੇ ਗੱਲਾਂ ਵਾਪਰ ਸਕਦੀਆਂ। ਮੈਂ ਆਪਣੇ ਵੱਲੋਂ ਆਪਣੇ ਸਮੁੱਚੇ ਵਿਭਾਗ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦਾ। ਦੂਸਰਾ ਮੈਂ ਧੰਨਵਾਦ ਕਰਦਾ ਇਸ ਕਾਲਜ ਦਾ ਪ੍ਰਿੰਸੀਪਲ ਸਾਹਿਬ ਦਾ, ਡਾਕਟਰ ਪਰਮਿੰਦਰ ਹੋਰਾਂ ਦਾ, ਸਮੂਹ ਸਟਾਫ ਦਾ, ਸਭ ਤੋਂ ਵੱਧ ਤੁਹਾਡਾ ਵਿਦਿਆਰਥੀਓ ਕਿ ਤੁਸੀਂ ਇਹ ਸਭ ਕੁਝ ਸੁਣਨ ਵਾਸਤੇ ਇੱਥੇ ਬੈਠੇ ਹੋ। ਤੀਸਰੀ ਗੱਲ ਜਸਟ 1 ਮਿੰਟ ਲੈਣਾ ਕਿ ਮੈਂ 2-3 ਗੱਲਾਂ ਭਾਸ਼ਾ ਵਿਭਾਗ ਬਾਰੇ ਕਰਨੀਆਂ। ਬੱਚਿਓ ਤੁਹਾਡੇ ਚੋਂ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਭਾਸ਼ਾ ਵਿਭਾਗ ਬਾਰੇ ਜਾਣਦੇ ਨਹੀਂ। ਭਾਸ਼ਾ ਵਿਭਾਗ ਪੰਜਾਬ ਸਰਕਾਰ ਦਾ ਬਹੁਤ ਵੱਡਾ ਅਦਾਰਾ। ਸਭ ਤੋਂ ਪਹਿਲਾਂ ਤੇ ਅਹਿਮ ਕੰਮ ਆ ਇਹ ਆ ਭਾਸ਼ਾ ਵਿਭਾਗ ਦਾ ਕਿ ਉਹ ਕਿਤਾਬਾਂ ਛਾਪਣ ਦਾ ਕੰਮ ਕਰਦਾ। ਔਰ ਕਿਤਾਬਾਂ ਵੀ ਦੁਨੀਆ ਭਰ ਦਾ ਚੰਗਾ ਸਾਹਿਤ ਆ ਜਿਹਦੇ 'ਚ ਪੰਜਾਬੀ ਦਾ ਦੁਨੀਆ ਦੀਆਂ ਹੋਰ ਭਾਸ਼ਾਵਾਂ ਤੋਂ ਅਨੁਵਾਦ ਹੋਇਆ ਵਾ ਸਾਹਿਤ ਬਹੁਤ ਘੱਟ ਕੀਮਤਾਂ 'ਤੇ। ਤੁਸੀਂ ਸਾਡੀਆਂ ਕਿਤਾਬਾਂ ਚੱਕੋਗੇ ਨਾ ਜਾ ਕੇ ਸਾਨੂੰ 20-25 ਰੁਪਏ ਤੋਂ ਵੱਧ ਕੋਈ ਕਿਤਾਬ ਨਹੀਂ ਲੱਭਣੀ। ਦੁਨੀਆ ਦੀਆਂ ਕਲਾਸੀਕਲ ਕਿਤਾਬਾਂ। ਛੋਟੀ ਜਿਹੀ ਉਦਾਹਰਣ ਇੱਕ ਭਾਈ ਕਾਹਨ ਸਿੰਘ ਨਾਭਾ ਹੋਰਾਂ ਦਾ ਮਹਾਨ ਕੋਸ਼ ਆ ਜਿਹੜਾ, ਜੇ ਤੁਸੀਂ ਕਿਸੇ ਪ੍ਰਾਈਵੇਟ ਪਬਲਿਸ਼ਰ ਤੋਂ ਖਰੀਦਣਾ ਹੋਵੇ ਤੁਹਾਨੂੰ 1500 ਰੁਪਏ ਦਾ ਮਿਲਣਾ ਘੱਟੋ ਘੱਟ। ਅਸੀਂ ਛਾਪਿਆ ਹੋਇਆ ਭਾਸ਼ਾ ਵਿਭਾਗ ਵੱਲੋਂ ਉਹਦੀ ਕੀਮਤ ਆ 350 ਰੁਪਏ। ਸਾਡੀਆਂ ਕਿਤਾਬਾਂ ਦੀਆਂ ਕੀਮਤਾਂ 20 ਰੁਪਏ, 25 ਰੁਪਏ, 15 ਰੁਪਏ, 40 ਰੁਪਏ, ਬਸ ਇਹ ਤੋਂ ਵੱਧ ਕਿਸੇ ਦੀ ਕੀਮਤ ਨਹੀਂ। ਔਰ ਤੁਸੀਂ ਜ਼ਰੂਰ ਉਹਨਾਂ ਕਿਤਾਬਾਂ ਨਾਲ ਜੁੜੋ, ਖਰੀਦੋ। ਦੂਸਰੀ ਗੱਲ, ਭਾਸ਼ਾ ਵਿਭਾਗ ਬਿਲਕੁਲ ਫ੍ਰੀ ਆਫ ਕਾਸਟ ਉਰਦੂ ਸਿਖਾਉਂਦਾ। ਸਾਡੇ ਕੋਲ ਉਰਦੂ ਦੀਆਂ ਕਲਾਸਾਂ ਲੱਗਦੀਆਂ ਨੇ।
ਤੁਹਾਡੇ ਕਾਲਜ ਟਾਈਮ ਤੋਂ ਬਾਅਦ ਲੱਗਦੀਆਂ ਨੇ, ਸ਼ਾਮ ਨੂੰ ਲੱਗਦੀਆਂ ਨੇ 5 ਵਜੇ ਤੋਂ 6 ਵਜੇ ਤੱਕ। 1 ਘੰਟੇ ਦੀ ਕਲਾਸ ਹੁੰਦੀ ਆ। 6 ਮਹੀਨੇ ਦਾ ਬੇਸਿਕ ਕੋਰਸ ਕਰਾਉਣੇ ਆ ਅਸੀਂ। ਤੁਹਾਡੇ ਤੋਂ ਕੋਈ ਵੀ ਵਿਦਿਆਰਥੀ ਉਹ ਕੋਰਸ ਕਰਨਾ ਚਾਹੁੰਦਾ, ਉਰਦੂ ਸਿੱਖਣਾ ਚਾਹੁੰਦਾ, ਮੋਸਟ ਵੈਲਕਮ, ਫ੍ਰੀ ਆਫ ਕਾਸਟ, ਕੋਈ ਖਰਚਾ ਨਹੀਂ। ਤੁਸੀਂ ਉਹ ਕੋਰਸ ਸਿੱਖ ਸਕਦੇ ਹੋ। 2 ਸੈਸ਼ਨ ਚੱਲਦੇ ਆ ਸਾਡੇ, 1 ਜਨਵਰੀ ਤੋਂ ਲੈ ਕੇ 30 ਜੂਨ ਤੱਕ, 1 ਜੁਲਾਈ ਤੋਂ ਲੈ ਕੇ 31 ਦਸੰਬਰ ਤੱਕ। ਇੱਕ ਪੇਪਰ 30 ਜੂਨ ਨੂੰ ਹੁੰਦਾ, ਇੱਕ ਪੇਪਰ 31 ਦਸੰਬਰ ਨੂੰ ਹੁੰਦਾ। ਬੇਸਿਕ ਕੋਰਸ ਹੈ ਜਿਹੜਾ ਉਰਦੂ ਦਾ ਅਸੀਂ ਕਰਵਾਉਂਦੇ ਹਾਂ। ਤੀਸਰਾ ਕੰਮ ਅਸੀਂ ਸਟੈਨੋਗ੍ਰਾਫੀ ਬਿਲਕੁਲ ਫ੍ਰੀ ਕਰਾਉਂਦੇ ਹਾਂ। ਸਟੈਨੋਗ੍ਰਾਫੀ ਦਾ ਕੋਰਸ ਸਾਡੇ ਕੋਲੋਂ ਬੱਚੇ ਕਰਕੇ ਬਹੁਤ ਸਾਰੇ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਨੇ, ਕਲੈਰੀਕਲ ਪੋਸਟਾਂ ਤੇ ਲੱਗੇ ਹੋਏ ਨੇ, ਸਟੈਨੋਗ੍ਰਾਫਰ ਲੱਗੇ ਹੋਏ ਨੇ। ਸ਼ਾਰਟ ਹੈਂਡ ਦਾ ਕੋਰਸ ਕਰਕੇ ਬਹੁਤ ਸਾਰੇ ਲੋਕ ਪੰਜਾਬ ਦੇ ਜੁਡੀਸ਼ੀਅਲ ਖੇਤਰ ਦੇ ਵਿੱਚ ਨੌਕਰੀਆਂ ਕਰ ਰਹੇ ਨੇ। ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੇ 2 ਵਧੀਆ ਮੈਗਜ਼ੀਨ ਕੱਢੇ ਜਾਂਦੇ ਆ, ਪੰਜਾਬੀ ਦੁਨੀਆ ਤੇ ਜਨ ਸਾਹਿਤ, ਬਹੁਤ ਘੱਟ ਕੀਮਤ ਤੇ। ਅੱਜ ਕੱਲ੍ਹ ਤੁਸੀਂ ਮਾੜੇ ਤੋਂ ਮਾੜਾ ਮੈਗਜ਼ੀਨ ਵੀ ਲਓ ਤਾਂ ਉਹਦਾ 100 ਰੁਪਏ ਦੀ ਕੀਮਤ ਘੱਟੋ ਘੱਟ ਆ। ਸਾਡੇ ਕੋਲ ਪੰਜਾਬੀ ਦੇ ਬਹੁਤ ਚੰਗੇ ਮੈਗਜ਼ੀਨ 20 ਰੁਪਏ ਦੀ ਕੀਮਤ ਤੇ ਮਿਲਦੇ ਨੇ। ਉਹਦਾ ਤੁਸੀਂ ਮੈਂਬਰਸ਼ਿਪ ਵੀ ਲੈ ਸਕਦੇ ਹੋ। ਜੇ ਨਹੀਂ ਲੈਣੀ ਤਾਂ ਤੁਸੀਂ ਜਦੋਂ ਉਹਦਾ ਨਵਾਂ ਅੰਕ ਆਉਂਦਾ ਤਾਂ ਭਾਸ਼ਾ ਵਿਭਾਗ ਤੋਂ ਉਹ ਖਰੀਦ ਵੀ ਸਕਦੇ ਹੋ। ਆਖਰੀ ਮੇਰੀ ਬੇਨਤੀ ਹੈ ਕਿ ਤੁਸੀਂ, ਤੁਹਾਡੇ ਤੋਂ ਕੋਈ ਵੀ ਵਿਦਿਆਰਥੀ ਫਰੀਦਕੋਟ ਆਵੇ ਤਾਂ ਤੁਸੀਂ ਭਾਸ਼ਾ ਵਿਭਾਗ ਦਾ ਦਫ਼ਤਰ ਜ਼ਰੂਰ ਦੇਖ ਕੇ ਆਉਣਾ, ਵਿਜ਼ਿਟ ਕਰਕੇ ਆਉਣਾ। ਮੋਸਟ ਵੈਲਕਮ। ਖਾਸ ਕਰਕੇ ਜਿਹੜੇ ਭਾਸ਼ਾ ਮੰਚ ਦੇ ਵਿਦਿਆਰਥੀ ਆ ਉਹ ਜ਼ਰੂਰ ਆਉਣ। ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰ ਲਈਆਂ। ਬਾਕੀ ਦੀਆਂ ਗੱਲਾਂ ਅਸੀਂ ਨਿੰਦਰ ਹੋਰਾਂ ਨੂੰ ਸੁਣਾਂਗੇ, ਉਹਨਾਂ ਦੇ ਜੀਵਨ ਦੇ ਤਜਰਬੇ ਸੁਣਾਂਗੇ। ਇੱਕ ਵਾਰ ਫੇਰ ਮੇਰੇ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ, ਔਰ ਇਸ ਕਾਲਜ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਮਨਜੀਤ ਪੁਰੀ ਜੀ। ਤੇ ਭਾਸ਼ਾ ਵਿਭਾਗ ਦਾ ਪੰਜਾਬੀ ਸਾਹਿਤ ਨਾਲ ਬਹੁਤ ਗੂੜਾ ਰਿਸ਼ਤਾ ਹੈ। ਮੈਨੂੰ ਲੱਗਦਾ ਪੰਜਾਬੀ ਦਾ PhD ਦਾ ਕੋਈ ਵੀ ਅਜਿਹਾ ਵਿਦਿਆਰਥੀ ਨਹੀਂ, ਸ਼ੁਰੂ ਤੋਂ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਨਹੀਂ ਹੋਣਾ, ਜਿਸ ਦਾ ਜਿਹੜੇ ਹੈਗੇ ਆ ਪੰਜਾਬੀ ਦੁਨੀਆ ਜਰਨਲ ਹੈ ਜਾਂ ਦੂਸਰੇ ਉਹਦੇ ਨਾਲ ਉਹਨਾਂ ਦੇ ਵਿੱਚ ਰਿਸਰਚ ਪੇਪਰ ਨਾ ਪਬਲਿਸ਼ ਹੋਇਆ ਜਾਵੇ। ਵਿਅਕਤੀ ਨੂੰ ਇੱਕ ਚੰਗਾ ਸਾਹਿਤਕਾਰ ਜਾਂ ਚੰਗਾ ਇਨਸਾਨ ਬਣਨ ਦੇ ਲਈ ਭਾਸ਼ਾ ਵਿਭਾਗ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਤੇ ਅੱਜ ਦੇ ਸਮਾਗਮ ਦੀ ਸ਼ਖਸੀਅਤ ਜਿਨ੍ਹਾਂ ਨੂੰ ਸੁਣਨ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਉਹ ਹਨ ਸ਼੍ਰੀ ਨਿੰਦਰ ਘੁਗਿਆਣਵੀ ਜੀ। ਮੈਂ ਬਹੁਤ ਦੇਰ ਤੁਹਾਡੇ ਤੇ ਉਹਨਾਂ ਵਿੱਚ ਨਾ ਰਹਾ, ਇਸ ਲਈ ਮੈਂ ਘੁਗਿਆਣਵੀ ਸਾਹਿਬ ਨੂੰ ਬੜੇ ਅਦਬ ਤੇ ਸਤਿਕਾਰ ਦੇ ਨਾਲ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਆਪਣੇ ਅਤੇ ਆਪਣੀ ਜ਼ਿੰਦਗੀ ਦੇ ਸਾਹਿਤਕ ਸਫ਼ਰ ਬਾਰੇ ਸਾਡੇ ਵਿਦਿਆਰਥੀਆਂ ਨਾਲ ਖੁੱਲੀ ਵਿਚਾਰ ਚਰਚਾ ਕਰਨ। बहुत सत्कारयोग प्रधानगी मंडल, मेरे बड़े प्यारे तो पुराने मित्र प्रिंसीपल डॉक्टर परविंदर सिंह तग्गड़ साहब, उन्होंने नाल साडे क्योंकि कवि जिला भाषा अफसर फरीदकोट श्री मनजीत पुरी जी, नाटककार प्रोफैसर कुलबीर मलिक जी और साडे खोज अफसर कमलजीत सिद्धू जी, प्रोफैसर लखवीर ते तुसीं सारे बड़े प्यारे ते आदरयोग विद्यार्थी साहबान, तुहाडे बहुत आदरयोग अध्यापक साहबान। सब तो पहला मैं सिजदा करदा जैतों की इस सरजमीन पे आके प्रोफैसर पद्म श्री प्रोफैसर गुरदयाल सिंह पुरा नूं, जिन्हां दी सामने बड़ी सोहनी तस्वीर एक वड्डे बैनर से सुशोभित है। दूजा गजल को उस्ताद दीपक जैतोई साहब नूं सिजदा है ते इस जैतों की इतिहासक धरती नूं। ते तीजा चौथा मैनूं तुहाडे इस कैंपस च आके ग्रीनरी देख के शानदार इमारत देख के बहुत अच्छा लग्या है, प्यारा प्यारा लग्या है। प्रोफैसर तग्गड़ होरी जिथे भी जदों भी पढ़ते रहे या पढ़ाते रहे, इन्हां दी मेहनत ते साहित्यक रुचि हर थां विद्यार्थियों दे विच प्रवान चढ़ी है। इन्हां दी प्रेरणा
ਦੇ ਨਾਲ ਬਹੁਤ ਸਾਰੇ ਕਾਮਯਾਬ ਸਮਾਗਮ ਹਰ ਥਾਂ ਹੁੰਦੇ ਰਹੇ ਆ। ਮਨਜੀਤ ਪੁਰੀ ਹੋਰਾਂ ਕੁਝ ਦਿਨ ਪਹਿਲੇ ਹੁਕਮ ਲਾਇਆ ਸੀ ਤੇ ਮੈਂ ਚੰਡੀਗੜ੍ਹੋਂ ਮੁਸ਼ਕਲ ਨਾਲ ਹਫ਼ਤੇ 'ਚ ਪਿੰਡ ਆਉਣਾ ਤੇ ਹਫ਼ਤੇ ਬਾਅਦ ਚੰਡੀਗੜ੍ਹ ਨੂੰ ਚੱਲ ਜਾਣਾ। ਫਿਰ ਵੀ ਇਹਨਾਂ ਦਾ ਪਿਆਰ ਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਵਾਲੀ ਗੀਤ ਦੇ ਅਨੁਸਾਰ ਕਿ ਮੈਂ ਆਪਣੇ ਦੋਸਤਾਂ ਦੇ ਇਸ ਨਿੱਘੇ ਤੇ ਪਿਆਰ ਭਰੇ ਬੁਲਾਵੇ ਤੇ ਅੱਜ ਤੁਹਾਡੇ ਦਰਸ਼ਨ ਕਰ ਰਿਹਾ। ਸੱਚੀ ਗੱਲ ਹੈ ਵੀ ਜਦੋਂ ਇਹ ਤਾਰੀਫ ਕਰ ਰਹੇ ਸੀ ਸਾਰੇ ਤੇ ਮੈਂ ਬੈਠਾ ਸੋਚਦਾ ਸੀ ਕਿ ਵੀ ਇੰਨੀ ਤਾਰੀਫ ਤਾਂ ਇੰਨੀ ਸਿਫਤ ਉਦੋਂ ਹੁੰਦੀ ਹੈ ਜਦੋਂ ਬੰਦੇ ਦਾ ਭੋਗ ਪੈਂਦਾ। ਇਹ ਬਹੁਤ ਚੰਗਾ ਸੀ, ਬੜੀਆਂ ਕਿਤਾਬਾਂ ਲਿਖੀਆਂ, ਸੱਚੇ ਪਾਤਸ਼ਾਹ ਆਤਮਾ ਨੂੰ ਸ਼ਾਂਤੀ ਦੇਵੇ ਵਗੈਰਾ ਵਗੈਰਾ। ਤੇ ਲਖਵੀਰ, ਪ੍ਰੋਫੈਸਰ ਤੱਗੜ, ਮਨਜੀਤ, ਇਹਨਾਂ ਤਿੰਨਾਂ ਨੇ ਅੱਜ ਮੈਨੂੰ ਸ਼ਰਧਾਂਜਲੀ ਤੇ ਇਹਦੇ ਵਾਸਤੇ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ। ਹਾਸੇ ਹਾਸੇ ਤੁਹਾਨੂੰ ਥੋੜਾ ਜਿਹਾ ਹੋਰ ਵੀ ਹਸਾਵਾਂਗੇ। ਤੇ ਪਿਆਰੇ ਵਿਦਿਆਰਥੀਓ, ਜ਼ਿੰਦਗੀ ਦੇ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਅੱਗੇ ਜਾਣਾ ਹੈ ਆਪਣੇ ਆਪਣੇ ਖੇਤਰਾਂ 'ਚ। ਦੀਪਕ ਜਤੋਈ ਮੰਚ ਦੇ ਸ਼ਰਮਾ ਜੀ ਵੀ ਸਾਡੇ ਬੈਠੇ ਆ ਔਰ ਤੁਹਾਡੀਆਂ ਮੰਜ਼ਿਲਾਂ, ਟੀਚੇ, ਮਿਸ਼ਨ, ਪ੍ਰਾਪਤੀਆਂ ਤੁਹਾਡੇ ਪੈਰ ਚੁੰਮਣਗੀਆਂ ਜੇ ਤੁਸੀਂ ਲਗਾਤਾਰ ਮਿਹਨਤ ਨੂੰ ਸਮਰਪਿਤ ਰਹੇ, ਜੇ ਤੁਸੀਂ ਸੰਘਰਸ਼ ਤੋਂ ਕਦੇ ਮੂੰਹ ਨਾ ਮੋੜਿਆ, ਮੁੱਖ ਨਾ ਮੋੜਿਆ, ਜੇ ਤੁਸੀਂ ਇਹ ਯਾਦ ਰੱਖ ਲਿਆ ਡਾਕਟਰ ਜਗਤਾਰ ਦੀ ਗਜ਼ਲ ਦਾ ਸ਼ੇਰ ਕਿ ਹਰ ਮੋੜ ਤੇ ਸਦੀਪਾ, ਪੈਰ ਪੈਰ ਤੇ ਹਨੇਰਾ, ਅਸੀਂ ਜਰਾ ਵੀ ਰੁਕੇ ਨਾ ਸਾਡਾ ਤੂੰ ਵੇਖ ਜੇਰਾ। ਔਰ ਅਵश्य ਹੀ ਤੁਸੀਂ IAS, IPS, PCS ਜਾਂ ਹੋਰ ਚੰਗੇ ਅਹੁਦਿਆਂ ਤੇ ਸੁਸ਼ੋਭਿਤ ਹੋਵੋਗੇ ਇਹਨਾਂ ਮਾਣਯੋਗ ਅਧਿਆਪਕਾਂ ਦੇ ਆਸ਼ੀਰਵਾਦ ਸਦਕਾ। ਮੈਂ ਬਹੁਤਾ ਨਹੀਂ ਪੜ੍ਹ ਲਿਖ ਸਕਿਆ, ਕਾਲਜਾਂ 'ਚ ਯੂਨੀਵਰਸਿਟੀਆਂ 'ਚ ਨਹੀਂ ਜਾ ਸਕਿਆ। ਪਿੰਡ ਦੇ ਮਿਡਲ ਹਾਈ ਸਕੂਲ ਤੱਕ ਸਿਰਫ ਮੈਂ 10ਵੀਂ ਦੇ ਪੇਪਰ ਦਿੱਤੇ 1992 'ਚ ਤੇ ਮੈਂ 10ਵੀਂ ਤੋਂ ਫੇਲ ਹੋ ਗਿਆ। ਉਸ ਤੋਂ ਬਾਅਦ ਮੈਂ ਕਦੀ ਵੀ ਪਾਸ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਲੋੜਾਂ, ਥੋੜਾਂ, ਸਮੱਸਿਆਵਾਂ, ਰੁਜ਼ਗਾਰ ਸਭ ਤੋਂ ਵੱਡਾ ਇਹ ਤੁਹਾਨੂੰ ਨਹੀਂ ਪੜ੍ਹਨ ਦਿੰਦੀਆਂ। ਬਹੁਤ ਸਾਰੇ ਜਿਹੜੇ ਹੀਰੇ ਆ ਚਮਕ ਵੀ ਜਾਂਦੇ ਆ, ਔਖੇ ਹੋ ਕੇ ਪੜ੍ਹ ਲੈਂਦੇ, ਪਰ ਮੇਰੇ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਸੀ। ਛੋਟੀ ਆਜੂ ਸੀ ਕਿ ਮੈਂ ਘਰ ਤੋਰੂੰਗਾ ਕਿ ਮੈਂ ਪੜ੍ਹਾਈ ਕਰੂੰਗਾ। ਜੇ ਪੜ੍ਹਾਈ ਕਰੂੰਗਾ ਤਾਂ ਘਰ ਦੇ ਪੈਸੇ ਕਿੱਥੋਂ ਦੇਣਗੇ। ਖੱਤਰੀ ਪਰਿਵਾਰ ਸੀ, ਛੋਟਾ ਪਰਿਵਾਰ ਸੀ, ਮੱਧ ਵਰਗੀ। ਪਿਤਾ ਜੀ ਦੀ ਹੱਟੀ ਸੀ ਪਿੰਡ 'ਚ ਲੋਨ ਦੇਣ ਦੀ। ਤੇ ਸਕੂਲ ਮੈਂ ਜਾਂਦਾ ਸੀ ਨਾ, ਕੂੰਬੀ ਤੇ ਮੈਂ ਗਾਉਂਦਾ ਹੁੰਦਾ ਸੀ ਬਾਲ ਸਭਾ 'ਚ। ਉਸਤਾਦ ਲਾਲ ਚੰਦ ਜਮਲਾ ਜੱਟ ਦਾ ਨਾਂ ਸੁਣਿਆ ਤੁਸੀਂ ਸਾਰਿਆਂ ਨੇ? ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਜਾਂ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਨੀਜਾ ਲਾਲਾ ਵੇਖੀ ਦੁਨੀਆ ਸਾਰੀ ਹੈ। ਮੈਂ ਉਹਨਾਂ ਦੀ ਆਵਾਜ਼ ਦਾ ਸ਼ੈਦਾਈ ਹੋ ਗਿਆ। ਛੋਟੀ ਜਿਹੀ ਉਮਰ ਸੀ, 9 ਸਾਲ ਦਾ। ਮੇਰੇ ਨਾਨਕੇ ਫਿਰੋਜ਼ਪੁਰ ਕੋਲੇ ਗੁਰੂ ਸਾਹਿਬ ਦੇ ਕੋਲੇ ਪਿੰਡ ਹੈ ਸ਼ਿਰਿਆਲਾ, ਉੱਥੇ ਹੈ। ਸਕੂਲੋਂ ਛੁੱਟੀਆਂ ਹੋਈਆਂ ਤੇ ਉਦੋਂ ਨਾਨਕੇ ਜਾਣ ਦਾ ਬਹੁਤ ਚਾਅ ਸੀ। ਹੁਣ ਤਾਂ ਰਹਿ ਹੀ ਨਹੀਂ ਗਿਆ। ਤਾਂ ਸਾਡੀ ਮਾਂ ਸਾਨੂੰ ਨਾਨਕੇ ਲੈ ਕੇ ਗਈ ਤਾਂ ਖੇਡਦੇ ਇੱਕ ਹੱਥ ਨੇ ਇੱਕ ਆਟੇ ਵਾਲੀ ਚੱਕੀ ਉਹਨਾਂ ਦੇ ਘਰੇ ਟੈਲੀਵਿਜ਼ਨ ਵੇਖਣ ਚਲੇ ਗਏ। ਬਲੈਕ ਐਂਡ ਵਾਈਟ ਟੀਵੀ ਸੀ ਉਦੋਂ। ਹੁਣ ਤਾਂ ਹੱਥਾਂ 'ਚ ਆਪਾਂ ਫੜੀ ਫਿਰਦੇ ਹਾਂ ਡੱਬੀਆਂ ਦੀਆਂ, ਇਹਦੇ 'ਚ ਆਈ ਜਾਂਦਾ ਸਾਰਾ ਕੁਝ। ਤੇ ਬਲੈਕ ਐਂਡ ਵਾਈਟ ਟੀਵੀ ਦੇ ਸਾਹਮਣੇ ਮੈਂ ਫਰਸ਼ ਤੇ ਬੈਠਾ ਤੇ ਇੱਕ ਸਿਰ ਤੇ ਸ਼ਮਲਾ ਛੱਡਿਆ, ਤੁੰਬਾ, ਤੇ ਬਜ਼ੁਰਗ ਨਾਲ ਉਹਨਾਂ ਦੇ ਬੀਬੀ ਜੀ ਗੀਤ ਗਾ ਰਹੇ। ਉਸਤਾਦ ਜਮਲਾ ਜੱਟ, ਮੈਨੂੰ ਨਹੀਂ ਪਤਾ ਸੀ ਕਿ ਕੌਣ ਹੈ। ਉਹਦੇ ਗੀਤ ਦੇ ਬੋਲ ਸੀ ਕਿ ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਜਿਨ ਤੇਰਾ ਹੋਣਾ ਹੈ ਸਹਾਈ ਨੀ ਜਿੰਦੀਏ। ਤੇ ਉਹ ਅੱਗੋਂ ਕਹਿੰਦੀ ਸੀ ਕਿ ਜਗਤੇ ਦੇ ਵਸ ਕੇ ਬਥੇਰਾ ਚਿਰ ਵੇਖਿਆ, ਭਗਤੇ ਦੀ ਕੀ ਹੈ ਰੁਸ਼ਨਾਈ ਦੇ ਜੋੜੀਆ। ਅੱਛਾ, ਹੁਣ ਤੁਸੀਂ ਕਹੋਗੇ ਵੀ ਜਗਤਾ ਭਗਤਾ ਪਿੰਡ 'ਚ ਹੋਣਗੇ ਕੋਈ ਭਰਾ, ਕਿ ਉਹ ਕਹਿੰਦਾ ਹੋਵੇ ਤੂੰ ਜਗਤੇ ਦੇ ਵਸ ਲਾ, ਉਹ ਕਹਿੰਦੀ ਉਹ ਮੈਂ ਤੇ ਭਗਤ ਦੇ ਵਸ ਲਾ। ਮਤਲਬ ਐ ਨਹੀਂ ਸੀ। ਉਹਦਾ ਮਤਲਬ ਸੀ ਕਿ ਜਗਤ ਨੂੰ ਛੱਡ ਕੇ ਭਗਤ ਹੋ ਜਾ। ਉੱਥੇ ਰੂਹਾਨੀਅਤ ਸੀ ਗੀਤ ਵਿੱਚ।
ਤੇ ਮੈਂ ਉਹਦੀ ਆਵਾਜ਼ ਦਾ ਉਹਦੀ ਤੁੰਬੀ ਦਾ دیਵਾਨਾ ਹੋ ਗਿਆ ਤੇ ਮੈਂ ਕਈ ਦਿਨ ਇਹ ਗੀਤ ਗਾਉਂਦਾ ਰਿਹਾ ਨੀ ਜਿੰਦੀ ਐ ਜਗਤੇ ਤੇ ਵਸ ਕੇ ਬਥੇਰਾ ਚਿਰ ਵੇਖਿਆ ਭਗਤੇ ਦੀ ਕੀਏ ਰੁਸ਼ਨਾਈ ਜੋਗੀਆ ਭਗਤੇ ਦੀ ਕੀਏ ਰੁਸ਼ਨਾਈ ਜਗਤੇ ਨੂੰ ਛੱਡ ਜਿੰਦੀ ਭਗਤੇ ਦੀ ਬਣ ਗਈ ਦੁਆ ਵਿੱਚ ਮੁੱਕ ਗਈ ਜਦਾਈ ਉਹ ਯਮਲਾ ਜੋੜੀ ਰੱਬ ਸੱਚੇ ਨੇ ਮੁਲਾਈ ਉਹ ਯਮਲਾ ਜੋੜੀ ਰੱਬ ਸੱਚੇ ਮੈਂ ਕਰਕੇ ਕਰ ਲਿਆ ਉਹ ਸਾਡੇ ਘਰਦਿਆਂ ਨੂੰ ਹੋਇਆ ਵੀ ਇਹ ਦੁਕਾਨ ਤੇ ਬੈਠਾ ਸੀ ਸਕੂਲ ਜਾਂਦਾ ਸੀ ਸਕੂਲੋਂ ਆ ਕੇ ਆਪਣੇ ਪਿਓ ਨਾਲ ਹੱਥ ਮਿਲਾਉਂਦਾ ਸੀ ਤੇ ਇਹ ਹੁਣ ਆਵਾਜ਼ਾਂ ਜੀਆਂ ਕੱਢਦਾ ਕੁਰਲ ਕੁਰਲ ਕਰਦਾ ਫੱਟੀ ਵਾਲਾ ਘਰ ਹੋਵੇ ਸੌਦਾ ਮਾੜੀ ਮੋਟੀ ਜ਼ਮੀਨ ਪਸ਼ੂ ਰੱਖੇ ਸੀ ਖੁੱਲਾ ਘਰ ਸੀ ਤੇ ਇੱਕ ਦਿਨ ਮੇਰੇ ਪਿਤਾ ਜੀ ਸ਼ਹਿਰ ਚਲੇ ਗਏ ਤੇ ਸੌਦਾ ਲੈਣ ਤੇ ਮੈਂ ਦੁਕਾਨ ਤੇ ਬੈਠਾ ਤੇ ਪੁਰਾਣੀ ਨਾ ਰੱਦੀ ਅਖਬਾਰਾਂ ਦੀ ਮੈਂ ਖੋਲਾਂ ਤੁਸੀਂ ਕਈ ਵਾਰੀ ਸੋਚਦੇ ਆ ਵੀ ਯਾਰ ਰੱਦੀ ਦਾ ਢੇਰ ਹੈ ਕਿਸੇ ਦਾ ਕੀ ਲੱਭਣਾ ਇਹਨੂੰ ਛੱਡ ਦਿਓ ਅਸੀਂ ਰੱਦੀ ਨੂੰ ਇਗਨੋਰ ਕਰਦੇ ਆ ਪਰ ਰੱਦੀ ਬਹੁਤ ਨੋਟ ਕਰਿਓ ਕਈ ਵਾਰੀ ਰੱਦੀ ਚੋਂ ਤੁਹਾਨੂੰ ਅਲੋਕਾਰੀ ਅਲੌਕਿਕ ਵਸਤੂ ਮਿਲ ਜਾਂਦੀ ਹੈ ਮੈਂ ਖੋਲ ਰਿਹਾ ਤੇ ਇੱਕ ਅਖਬਾਰ ਪੰਜਾਬੀ ਦਾ ਉਹ 'ਚ ਲੇਖ ਛਪਿਆ ਕਿ ਜਮਲਾ ਜੱਟ ਦੇ ਡੇਰੇ ਤੇ ਨਾ ਲੁਧਿਆਣੇ ਇੰਨੀ ਤਰੀਕ ਨੂੰ ਇੱਕ ਮੇਲਾ ਲੱਗਦਾ ਤੇ ਉੱਥੇ ਉਹ ਨਵੇਂ ਚੇਲਿਆਂ ਨੂੰ ਮਤਲਬ ਦੀਖਿਆ ਦਿੰਦਾ ਦੀਖਿਆ ਹੁੰਦਾ ਵੀ ਅਸੀਂ ਗੁਰੂ ਧਾਰ ਲਿਆ ਤੇ ਉਹਨੇ ਸਾਨੂੰ ਅਪਣਾ ਲਿਆ ਤੇ ਉਹ ਮੈਂ ਲੇਖ ਪੜ੍ਹਿਆ ਤੇ ਮੇਰੇ ਮਨ 'ਚ ਉਬਾਲਾ ਉੱਠਿਆ ਕਿ ਆਉਣ ਵਾਲੇ ਦਿਨਾਂ 'ਚ ਇਹ ਮੇਲਾ ਲੱਗਣਾ ਤੇ ਕਿਉਂ ਨਾ ਮੈਂ ਉਸਤਾਦ ਦੇ ਡੇਰੇ ਖੇਤੀ ਹੁੰਦੀ ਜਾਵਾਂ ਜਦੋਂ ਮੇਰੇ ਪਿਤਾ ਜੀ ਆਏ ਉਹਨਾਂ ਦੇ ਸਿਰ ਤੇ ਰੱਖਿਆ ਬੋਰੀ ਗੱਟਾ ਜਿਹਾ ਵਿੱਚ ਆਲੂ ਗੋਭੀ ਸਬਜ਼ੀਆਂ ਲੈ ਕੇ ਸ਼ਹਿਰੋਂ ਤੇ ਮੈਂ ਕਿਹਾ ਬਾਪੂ ਮੈਂ ਲੁਧਿਆਣੇ ਜਾਣਾ ਕਹਿੰਦਾ ਉੱਥੇ ਕੀ ਹੈ ਮੈਂ ਕਿਹਾ ਜਮਲੇ ਜੱਟ ਕੋਲੇ ਮੈਂ ਰਹਿਣਾ ਮੈਂ ਉਹਨੂੰ ਗੁਰੂ ਬਣਾਉਣਾ ਉਹਨੂੰ ਪਰੇਸ਼ਾਨੀ ਹੋ ਗਈ ਵੀ ਇਹ ਕੀ ਕਹਿੰਦਾ ਵੀ ਇਹ ਖੱਤਰੀਆਂ ਮਾਰੀਆਂ ਵੀ ਹੱਟੀ 'ਚ ਜਮਲਾ ਜੱਟ ਕਿਵੇਂ ਆ ਗਿਆ ਦਿੱਕਤ ਉਹਨੇ ਘਰੇ ਆ ਕੇ ਮੇਰੀ ਮਾਂ ਨੂੰ ਕਿਹਾ ਵੀ ਇਹ ਜਮਲੇ ਜੱਟ ਕੋਲੇ ਜਾਣ ਨੂੰ ਕਹਿੰਦਾ ਜਦੋਂ ਮੈਂ ਘਰੇ ਆਇਆ ਮੈਂ ਬੀਬੀ ਮੇਰੇ ਲੀੜੇ ਧੋਦੇ ਮੈਂ ਜਮਲੇ ਜੱਟ ਕੋਲੇ ਜਾਣਾ 9 ਸਾਲ ਦਾ ਤੇ ਉਹ ਵੀ ਫਿਕਰ ਚ ਹੋ ਗਈ ਵੀ ਇਹਨੂੰ ਕੋਈ ਭੂਤ ਭਾਤ ਚਿੰਬੜ ਗਈ ਕਿਸੇ ਮੜੀ ਪਛਾਣ ਤੇ ਨੋਟ ਕਰਤਿਆ ਕਹੂਗਾ ਜਾਂ ਕੋਈ ਮਿੱਟੀ ਪਾਇਆ ਪੈਰਾਂ ਨਾਲ ਨਿਆਣਾ ਹੈਗਾ ਨਿਆਣੇ ਕਰਦੇ ਆਵਾਜ਼ ਆਉਂਦੀ ਹੈ ਕਰਦੇ ਇੱਕ ਸਮਾਂ ਆਇਆ ਕਿ ਘਰੇ ਕਲੇਸ਼ ਬਹੁਤ ਪਿਆ ਬਾਪੂ ਨੇ ਮੈਨੂੰ ਕੁੱਟਿਆ ਵੀ ਮੈਂ ਕੱਲਾ ਤੈਨੂੰ ਯਮਲੇ ਕੋਲੇ ਸਾਲਾ ਯਮਲੇ ਦਾ ਐਂ ਉਹਨਾਂ ਵਾਸਤੇ ਵਿਚਾਰਿਆਂ ਵਾਸਤੇ ਤਾਂ ਮੇਰਾ ਤਾਂ ਉਸਤਾਦ ਬਾਅਦ ਚ ਬਣਦਾ ਤਾਂ ਅਖੀਰ ਗੁਆਂਢਣਾ ਆਈਆਂ ਮੇਰੀ ਮਾਂ ਕੋਲੇ ਆਂਦੀਆਂ ਤੂੰ ਰੋ ਨਾ ਤੇ ਤੂੰ ਇਹਨੂੰ ਔਖੀ ਸੌਖੀ ਇਹ ਭੇਜ ਦੇ ਅਖੀਰ ਦੋਸਤੋ ਪਿਆਰੇ ਬੱਚਿਓ ਕਿ ਮੇਰੇ ਪਿਤਾ ਜੀ ਮੈਨੂੰ ਬਹੁਤ ਉਦਾਸ ਹੋ ਕੇ ਬੱਸ 'ਚ ਬਿਠਾਲ ਕੇ ਲੁਧਿਆਣੇ ਲੈ ਗਏ ਪੁੱਛਿਆ ਵੀ ਜਮਲਾ ਜੱਟ ਦਾ ਘਰ ਕਿੱਥੇ ਉਹ ਕਹਿੰਦਾ ਜੀ ਇਹ ਬੱਸ ਅੱਡਾ ਇਹਦੇ ਸਾਹਮਣੇ ਡੇਰਾ ਹੈ ਉਹਨਾਂ ਦਾ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਲੁਧਿਆਣੇ ਦਾ ਬੱਸ ਅੱਡਾ ਹੈ ਉਹਦੇ ਸਾਹਮਣੇ ਕਿਸੇ ਵੇਲੇ ਗਾਇਕਾਂ ਦੇ ਵੱਡੇ ਦਫ਼ਤਰ ਹੁੰਦੇ ਚੁਬਾਰੇ ਹੁੰਦੇ ਬੋਰਡ ਲੱਗੇ ਹੁੰਦੇ ਉੱਥੇ ਜਾ ਕੇ ਲੋਕ ਪੰਚ ਸਰਪੰਚ ਪਿੰਡਾਂ ਤੋਂ ਜਾ ਕੇ ਸਰੋਤੇ ਉਹਨਾਂ ਨੂੰ ਬੁਕਿੰਗ ਕਰਦੇ ਸਾਈ ਦਿੰਦੇ ਤੇ ਪਿੰਡਾਂ 'ਚ ਅਖਾੜੇ ਲੱਗਦੇ ਇੱਕ ਸੱਭਿਆਚਾਰ ਸੀ ਸਾਡਾ ਉਸ ਵੇਲੇ ਦਾ ਤੇ ਪਰ ਯਮਲਾ ਜੀ ਦਾ ਡੇਰਾ ਉਦੋਂ ਗਾਂ ਇੱਕ ਭੀੜੇ ਜੇ ਮਹੱਲੇ 'ਚ ਕੈਂਪ 'ਚ ਸੀ ਜਿੱਥੇ ਛੋਟੀਆਂ ਝੁੱਗੀਆਂ ਛੋਟੇ ਘਰ ਐਡਾ ਵੱਡਾ ਫਨਕਾਰ ਉੱਥੇ ਰਹਿੰਦਾ ਸੀ ਮੇਰੇ ਪਿਤਾ ਜੀ ਬੜੇ ਪਰੇਸ਼ਾਨ ਵੀ ਯਾਰ मैं तो सोचता ही पढ़ के ये अफसर बन जूगा साड़ी गरीबी कटूगा ये जमले जट के मगर पै गया नाल मैनू धूई फिरदा इत्थे पिछों हट्टी बंद करके आए जेडे 40-50 हट्टी ते वटने सी वो भी मेरे गए किराया भाड़ा मेरा वखरा लवाता वो उस्ताद जी बैठे बाइक ते ਲੱਕੜ ਦਾ ਟਿਚਕੁੰਡ ਕੀ ਇਹ ਪ੍ਰੋਬਲਮ ਆਊਗੀ ਉੱਥੇ ਕੋਈ ਤੁਹਾਡਾ ਹੋਰ ਬੰਦ ਕਰਨ ਵਾਲਾ ਜਨਰੇਟਰ ਚਲਾਇਆ ਨਾ ਜਨਰੇਟਰ ਚਲਾਇਆ ਉੱਥੇ ਡਾਕਟਰ ਸਾਹਿਬ ਦੱਸ ਰਹੇ ਸੀ ਵੀ ਕੁਝ ਹੋਰ ਬੰਦ ਕਰਨਾ ਪਏਗਾ ਫੇਰ ਇਹ ਚੱਲੇਗਾ ਉਹ ਇੱਕ ਲੱਕੜ ਦੇ ਬੈਂਚ ਤੇ ਬੈਠੇ ਮੇਰੇ ਪਿਤਾ ਜੀ ਨੇ ਤੇ ਮੈਂ ਜਾ ਕੇ ਮੱਥਾ ਟੇਕਿਆ ਉਸਤਾਦ ਜੀ ਕਹਿੰਦੇ ਵੀ ਕਿੱਥੋਂ ਆਇਆ ਉਹ ਕਹਿੰਦਾ ਜੀ ਫਰੀਦਕੋਟ ਕੋਲੇ ਲੁਧਿਆਣਾ ਪਿੰਡ ਆ ਸਾਡਾ आवाज ठीक आ रही असी बैठ के उत्थे पानी पूनी पिलाया है लंगर लग्या होया डेरे च मेला लगना सी उत्थे लंगर छक रहे लोग
ਕਹਿੰਦੇ ਕਿਵੇਂ ਆਏ? ਮੇਰੇ ਪਿਤਾ ਜੀ ਕਹਿੰਦੇ ਜੀ ਇਹ ਨਾ ਜਿੱਦ ਪੈ ਗਿਆ ਨਿਆਣਾ, ਇਹ ਕਹਿੰਦਾ ਵੀ ਮੈਂ ਤੁਹਾਡਾ ਚੇਲਾ ਬਣਨਾ ਤੇ ਮੈਂ ਇਹਨੂੰ ਲਿਆਇਆ ਤੇ ਤੁਹਾਡੇ ਕੋਲੇ ਛੱਡਣਾ। ਇਹ ਗੱਲ ਹੈ ਕਿ 1987 ਦੀ, ਤੇ ਉਦੋਂ ਪੰਜਾਬ ਤੇ ਬਹੁਤ ਮਾੜੇ ਦਿਨ ਚੱਲ ਰਹੇ ਸੀ ਤੇ ਮਰਾ ਮਰਾਈ ਹੋਈ ਸੀ, ਅੱਤਵਾਦ ਸੀ। ਤੇ ਮੇਰੇ ਪਿਤਾ ਜੀ ਅਸੀਂ ਖੱਤਰੀ ਘਰਾਣੇ ਤੋਂ ਸੀ, ਉਹ ਵੀ ਚਾਹੁੰਦੇ ਵੀ ਇਹ ਲੁਧਿਆਣੇ ਇੱਥੇ ਰਹਿ ਜੇ, ਨਿੱਕਾ ਜਿਹਾ ਜਵਾਕ ਕੋਈ ਮਾਰ ਦੂਗਾ ਜਾਂ ਕਿਤੇ ਸਿੱਟ ਦੂ। ਉਹ ਉਸਤਾਦ ਜੀ ਕਹਿੰਦੇ ਵੀ ਕਿੰਨਵੀਂ ਚ ਪੜ੍ਹਦਾ? ਉਹ ਕਹਿੰਦੇ 6ਵੀਂ ਚ। ਉਹ ਕਹਿੰਦਾ ਵੀ ਤੂੰ ਪੜ੍ਹਿਆ ਕਰ ਕਾਕਾ। ਮੈਂ ਕਿਹਾ ਨਹੀਂ ਜੀ, ਮੈਂ ਤੁਹਾਡੇ ਨਾਲ ਰੋਣ ਲੱਗ ਗਿਆ ਉੱਥੇ। ਹੁਣ ਉਹ ਜਿਹੜਾ ਰੋਣ ਸੀ, ਉਹ ਮੈਨੂੰ ਕਿਸੇ ਨੇ ਰੋਣ ਨੂੰ ਕਿਹਾ ਨਹੀਂ ਸੀ ਜਾਂ ਕਿਸੇ ਨੇ ਮੈਨੂੰ ਕੁੱਟਿਆ ਨਹੀਂ ਸੀ। ਉਹ ਰੋਣ ਇੱਕ ਕੁਦਰਤੀ ਵਹਿਣ, ਇੱਕ ਜਜ਼ਬਾ, ਇੱਕ ਲਿਵ ਲੱਗਦੀ ਸੀ ਕਿ ਉਹ ਰੋਣ ਉਸ ਲਿਵ ਤੇ ਜਜ਼ਬੇ ਦੇ ਵਿੱਚੋਂ ਪੈਦਾ ਹੋਇਆ ਸੀ। ਉਹ ਕਹਿੰਦੇ ਚੱਲ ਛੱਡ ਜਾਓ ਇੱਥੇ ਮੈਨੂੰ। ਉਹ ਛੱਡ ਗਏ ਮੇਰੇ ਪਿਤਾ ਜੀ ਤੇ ਉਹ ਮੁੜਿਆ। ਮੈਂ 10 ਦਿਨ ਰਿਹਾ ਤੇ 10 ਦਿਨਾਂ ਚ ਮੈਂ ਉਸ ਲੀਜੈਂਡ ਆਫ ਦਾ ਪੰਜਾਬੀ ਫੋਕ ਸਿੰਗਰ ਉਸਤਾਦ ਨੂੰ ਐਂ ਦੇਖਿਆ ਜਿਵੇਂ ਪੋਤਰਾ ਆਪਣੇ ਦਾਦੇ ਨੂੰ ਵੇਖਦਾ ਕਿ ਉਹ ਅੰਬ ਦੇ ਚਾਰ ਨਾਲ ਠੰਡੀ ਰੋਟੀ ਖਾ ਰਹੇ ਹੈ, ਸਾਬਣ ਨਹਾਉਣ ਵਾਲਾ ਜਿਹੜਾ ਉਹ ਨਹੀਂ ਹੈ ਤੇ ਕੱਪੜੇ ਧੋਣ ਵਾਲੇ ਸਾਬਣ ਨਾਲ ਨਹਾ ਰਿਹਾ ਹੈ। ਐਡਾ ਵੱਡਾ ਫਨਕਾਰ ਜਿਹਨੂੰ ਵਰਲਡ ਦੇ ਵਿੱਚ ਪ੍ਰਸਿੱਧੀ ਮਿਲੀ ਹੋਈ ਹੈ। ਮੈਂ ਉਹਨਾਂ ਦੀ ਸੰਗਤ ਮਾਣੀ, ਉਹਨਾਂ ਨੂੰ ਤੂੰਬੀ ਵਜਾਉਂਦਿਆਂ ਦੇਖ ਕੇ ਮੈਂ ਤੂੰਬੀ ਵਜਾਉਣ ਲੱਗ ਗਿਆ। ਉਹਨਾਂ ਨੇ ਮੈਨੂੰ ਇੱਕ ਤੂੰਬੀ ਵੀ ਦੇ ਦਿੱਤੀ, ਮੈਂ ਚੇਲਾ ਬਣ ਗਿਆ, ਪਗੜੀ ਧਾਰ ਦਿੱਤੀ ਉਹਨਾਂ ਨੂੰ। ਫਿਰ ਮੈਂ ਪਿੰਡ ਆ ਗਿਆ। ਪਿੰਡ ਆ ਕੇ ਮੈਂ ਸਕੂਲੇ ਗਿਆ ਤੇ ਮਾਸਟਰੀਆਂ ਬਹੁਤ ਔਖੇ। ਇੱਕ ਸਾਡੇ ਸੁਰਿੰਦਰ ਕੌਰ ਭੈਣ ਜੀ ਹੁੰਦੇ ਸੀ, ਤੁਹਾਡੇ ਵੀ ਕੋਈ ਸੁਰਿੰਦਰ ਕੌਰ ਭੈਣ ਜੀ ਹੈਗੇ? ਤੇ ਉਹ ਕਹਿੰਦੀ ਆ ਗਿਆ ਤੂੰ? ਮੈਂ ਕਹਿੰਦੀ ਕਿੱਥੇ ਗਿਆ ਸੀ? ਮੈਂ ਯਮਲੇ ਜੱਟ ਕੋਲੇ। ਉਦੋਂ ਉਸਤਾਦ ਵੀ ਨਹੀਂ ਮੂੰਹ ਤੇ ਚੜਨਾ ਹੌਲੀ ਹੌਲੀ। ਕਹਿੰਦੀ ਕੋੜਾ ਸੁੱਜ ਪੜੋਲਾ ਗਿਆ, ਉਹਨੇ ਮਸਿਆ ਸਕੂਲੇ ਆਉਂਦਾ। ਤੇ ਮੈਂ ਕਿਹਾ ਜੀ ਮੈਂ ਉੱਥੇ ਤੂੰਬੀ ਲੈ ਆਇਆ, ਝੋਲੇ ਚੋਂ ਕੱਢ ਕੇ ਤੂੰਬੀ ਵਿਖਾਈ। ਕਹਿੰਦੀ ਮੈਂ ਭੰਨੂ ਤੇਰੀ ਤੂੰਬੀ, ਨਾ ਸਵਾਲ ਆਵੇ ਨਾ ਪ੍ਰਸ਼ਨ ਆਵੇ ਨਾ ਕੋਈ ਲਿਖਣਾ ਆਵੇ ਨਾ ਪੜ੍ਹਨਾ ਆਵੇ। ਆ ਗਿਆ ਜਮਲੇ ਦਾ ਬਣ ਕੇ ਚੇਲਾ। ਪਰ ਉਹ ਪੈ ਗਈ ਭੈਣ ਸੁਰਿੰਦਰ ਮੈਨੂੰ ਟੁੱਟ ਕੇ ਪੈ ਗਿਆ। ਤੇ ਮੈਂ ਬਾਲ ਸਭਾ ਚ ਜਦੋਂ ਤੂੰਬੀ ਜਾਇਆ ਕਰਨੀ, ਰੌਣਕ ਲੱਗਿਆ ਕਰਨੀ। ਤੇ ਬਾਲ ਸਭਾ ਤੋਂ ਨਾ ਫਿਰ ਉਹਨਾਂ ਨੇ ਇੱਕ ਨਾ ਬੱਚਿਓ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਦਾ ਕਿ 6 ਸਾਲ ਦਾ ਮੈਂ ਪਾਠ ਕਰਨ ਲੱਗ ਗਿਆ। ਤੇ ਅੱਜ ਵੀ ਮੇਰੇ ਬਹੁਤ ਸੁਖਾਨੀ ਬਾਣੀ ਯਾਦ ਹੈ, ਕਿਉਂਕਿ 6 ਸਾਲ ਜਦੋਂ ਤੁਸੀਂ ਬਚਪਨ ਦੇ ਵਿੱਚ ਜੋ ਪੜ੍ਹਿਆ ਉਹ ਤੁਹਾਡੇ ਯਾਦ ਰਹਿ ਜਾਊਗਾ, ਜਿਹੜਾ ਜਵਾਨੀ ਤੋਂ ਬਾਅਦ ਪੜ੍ਹੋਗੇ ਉਹ ਭੁੱਲਦਾ ਜਾਂਦਾ। ਤੇ ਉਹ ਪਾਠ ਦੀ ਪ੍ਰਕਿਰਿਆ ਗੁਰਬਾਣੀ ਨਾਲ ਜਿਵੇਂ ਜੁੜਿਆ, ਉਹਨੇ ਮੈਨੂੰ ਬਹੁਤ ਕੁਛ ਦਿੱਤਾ। ਤੇ ਮੈਂ ਪਾਠ ਕਰਦਾ ਸੀ ਤੇ ਸਿਰ ਤੇ ਛੋਟੀ ਜਿਹੀ ਜੋੜੀ ਹੁੰਦੀ ਸੀ ਤੇ ਪੱਗ ਬੰਨ੍ਹਦਾ ਸੀ। ਤੇ ਜੇ ਕੋਈ ਪਾਠੀ ਛੁੱਟ ਜਾਂਦਾ ਆਲੇ ਦੁਆਲੇ ਖੰਡ ਪਾਠ ਤੇ ਜਾਂ ਸਹਿਜ ਪਾਠ ਤੇ, ਉਹ ਕਹਿੰਦੇ ਵੀ ਉਹ ਮਿੰਨੀ ਬਾਬੇ ਨੂੰ ਲਿਆਓ ਜਿਹੜਾ ਘੁਗਿਆਣੇ ਆ ਜਮਲੇ ਜਾਤ ਦਾ ਚੇਲਾ। ਉਹਨਾਂ ਨੇ ਮੈਨੂੰ ਲੈ ਜਾਣਾ, ਮੈਂ 3 ਦਿਨ ਪਾਠ ਕਰਨਾ ਤੇ ਸਕੂਲ ਕਾਹਦਾ ਜਾਣਾ ਸੀ। ਤੇ ਜਦੋਂ ਭੋਗ ਪੈ ਹਟਣਾ ਤੇ ਉਹਨਾਂ ਨੇ ਕਹਿਣਾ ਵੀ ਇੱਕ ਯਮਲਾ ਜੀ ਦਾ ਸਤਿਗੁਰੂ ਨਾਨਕ ਲੀਲਾ ਸੁਣਾ ਦਿਓ। ਮੈਂ ਉਹ ਤੂੰਬੀ ਕੱਢਣੀ ਝੋਲੇ ਜਦੋਂ ਮੈਂ ਲੰਘ ਲੰਘ ਤੰਗ ਕਰੀ ਜਾਣਾ। ਉਹ ਲੋਕਾਂ ਨੇ ਚਾ ਕੇ 2 ਰੁਪਏ 3 5 ਰੁਪਏ 10 ਰੁਪਏ ਟਾਵੇਂ ਟਾਵੇਂ ਲੋਕ ਦਿੰਦੇ ਸੀ। 100 200 300 ਵੀ ਬਣ ਜਾਂਦਾ ਸੀ। 300 ਰੌਲ ਨਾਲ ਹੀ ਮਿਲ ਜਾਂਦੇ ਸੀ ਜੇ ਉਦੋਂ ਨਹੀਂ ਸੀ। ਮਿਸ਼ਰੀ ਨਾਲ ਸਰੋਪਾ ਦੇ ਦੇਣਾ ਅਗਲੇ ਮਖਾਣੇ ਮਖੂਣੇ। ਜਦੋਂ ਮੈਂ ਘਰੇ ਉਹਨਾਂ ਦੇ ਬਾਪੂ ਨੂੰ, ਉਹਨੇ ਕਹਿਣਾ ਆ ਗਿਆ 3 ਦਿਨ ਧੱਕੇ ਖਾ ਕੇ ਸਕੂਲੇ ਨਹੀਂ ਗਿਆ। ਮੈਂ ਕਿਹਾ ਬਾਪੂ ਤੂੰ ਕਿੰਨੇ ਵੱਡੇ ਹੱਥੀ ਤੇ 3 ਦਿਨਾਂ ਚ? ਉਹ ਆਂਦਾ ਮੈਂ 300 ਤੇ ਮੈਂ ਕਿਹਾ ਮੈਂ 700। ਉਹ ਆਂਦਾ ਫਿਰ ਦੱਬੀ ਚੱਲ ਹੈ। ਤੇ ਉਹ ਨਾ ਐ ਕਰਦੇ ਕਰਦੇ ਇਹ ਬਹੁਤਾ ਚਿਰ ਚੱਲਿਆ, ਕਿਉਂਕਿ ਤੂੰਬੀ ਨੂੰ ਸੁਣਨਾ ਜਾਂ ਪਾਠੀ ਬਣਨਾ ਇੱਕ ਉੱਥੇ ਹੀ ਸਟਕ ਹੋ ਜਾਣਾ ਸੀ। ਮੈਂ ਫਰੀਦਕੋਟ ਦੀਆਂ ਕਚਹਿਰੀਆਂ ਵਿੱਚ ਲੰਘਿਆ ਤੇ ਮੇਰਾ ਇੱਕ ਦੋਸਤ ਉੱਥੇ ਬੈਠਾ ਸੀ। ਤੁਸੀਂ ਬੋਰ ਤਾਂ ਨਹੀਂ ਹੁੰਦੇ? ਤੇ ਉਹ ਕਹਿੰਦਾ ਵੀ ਕੀ ਕਰਦਾ ਹੁੰਦਾ? ਮੈਂ ਕਿਹਾ ਵੀ ਰੋਡ ਇੰਸਪੈਕਟਰ ਹੈ, ਤੁਰਿਆ ਫਿਰਦਾ। ਕਹਿੰਦਾ ਇੱਥੇ ਵਕੀਲ ਸਾਹਿਬ ਕੋਲੇ ਮੁਨਸ਼ੀ ਲੱਗ ਜਾਏ, ਤੈਨੂੰ 100 200 ਰੁਪਇਆ ਦੇ ਦਿਆ ਕਰਨਗੇ ਆਪ। ਮੈਂ ਕਿਹਾ ਠੀਕ ਹੈ ਜੀ। ਨਿਰਮਲ ਸਿੰਘ ਬਰਾੜ ਵਕੀਲ ਸੀ, ਰੱਬ ਚੜ੍ਹਦੀ ਕਲਾ ਰੱਖੇ। ਮੈਂ ਉਹਨਾਂ ਲੋਕਾਂ ਨੂੰ ਬਹੁਤ ਯਾਦ ਕਰਦਾ ਜਿਨ੍ਹਾਂ ਨੇ ਮੇਰੇ ਵਾਸਤੇ ਬਹੁਤ ਕੁਝ ਕੀਤਾ। ਉਹ ਕਹਿੰਦੇ ਤੂੰ ਕਾਹ ਤੇ ਆਇਆ ਕਰੇਂਗਾ? ਮੈਂ ਕਿਹਾ ਜੀ ਬੱਸ ਤੇ ਪਿੰਡੋਂ 5 ਰੁਪਏ ਕਿਰਾਇਆ 10 ਆਉਣਾ ਜਾਂਦੇ। ਫਿਰ ਮੈਂ ਕਿਹਾ ਜੀ 10 ਬਚਾਵਾਂ ਤੇ ਮੈਂ ਸਾਈਕਲ ਤੇ ਆ ਜਾ ਕਰਨਾ, ਬੇਬੇ ਨੇ ਰੋਟੀ ਪਕਾ ਦਿਆ ਕਰਨੀ। ਸਕੂਲੋਂ ਤਾਂ ਹਟ ਗਿਆ ਨਾ। ਤੇ ਸਾਰੀ ਦਿਹਾੜੀ ਕਚਹਿਰੀਆਂ 'ਚ, ਵਕੀਲਾਂ 'ਚ, ਮੁਨਸ਼ੀਆਂ 'ਚ, ਅੰਦਲੀਆਂ 'ਚ ਜਾਣ ਪਛਾਣ ਹੁੰਦੀ ਗਈ। ਤੇ ਉਦੋਂ ਮੇਰੀ ਕਿਤਾਬ ਨਹੀਂ ਸੀ ਛੁੱਟੀ, ਅਖਬਾਰਾਂ 'ਚ ਮੇਰਾ ਕੋਈ ਲੇਖ ਆਉਂਦਾ ਹੁੰਦਾ ਸੀ। ਤੇ ਫਿਰ ਮੈਂ ਯਮਲਾ ਜੱਟ ਜੀ ਦੇ ਚੇਲਿਆਂ ਦੇ ਉੱਤੇ ਇੱਕ ਕਿਤਾਬ ਲਿਖੀ, ਤੂੰਬੀ ਦੇ ਵਾਰਸ, 1994 'ਚ। ਗਿਆਨੀ ਜੈਲ ਸਿੰਘ
ਆਪਣੇ ਇਲਾਕੇ ਦੇ ਸੀ, ਉਹ ਫਰੀਦਕੋਟ ਆਏ ਤੇ ਉਦੋਂ ਕਿਤਾਬ ਉਹਨਾਂ ਨੇ ਰਿਲੀਜ਼ ਕੀਤੀ ਤੇ ਉਸ ਚਰਚਾ ਬਹੁਤ ਹੋਈ, ਮੇਰਾ ਹੌਸਲਾ ਵਧਿਆ ਤੇ ਗਿਆਨੀ ਜੀ ਨੇ ਜੇਬ ਚੋਂ 3100 ਰੁਪਇਆ ਕੱਢ ਕੇ ਮੈਨੂੰ ਇਨਾਮ ਦੇ ਦਿੱਤਾ। ਜਦੋਂ ਮੈਂ ਘਰੇ ਗਿਆ ਤੇ ਉਹਨੂੰ ਕਿਹਾ ਵੀ ਗਿਆਨੀ ਜੀ ਨੇ ਮੈਨੂੰ ਇਨਾਮ ਦਿੱਤਾ, ਨਾਲੇ ਆ ਫੋਟੋ ਮੈਂ ਬੜੇ ਚਾਅ ਨਾਲ ਧਵਾਈ। ਉਦੋਂ ਆ ਨਹੀਂ ਸੀ ਮੋਬਾਈਲ ਮੋਲ ਜੇ, ਤੇ ਚਾਅ ਨਾਲ ਧਵਾ ਕੇ 20 ਰੁਪਈਆਂ ਦੀ ਫੋਟੋ ਜਾ ਕੇ ਵਿਖਾਈ ਵੀ ਆ ਵੇਖੋ, ਮਾਂ ਪਿਓ ਖੁਸ਼ ਹੋ ਕੇ 3100 ਰੁਪਇਆ ਬੀਬੀ ਨੂੰ ਦੇਤਾ, ਉਹ ਵੀ ਖੁਸ਼ ਹੋ ਗਈ। ਬਾਪੂ ਕਹਿੰਦਾ ਚੱਲ ਐਂ 3100 ਮਿਲ ਜਾਊ, ਘਰ ਤਾਂ ਚੱਲੂਗਾ, ਕੁਛ ਚੰਗੇ ਪਾਸੇ ਲੱਗ ਗਿਆ। ਉਹ ਪਹਿਲੀ ਕਿਤਾਬ ਮੇਰੀ ਛਪੀ ਪਤਾ ਕਿੱਥੋਂ ਸੀ? ਜੈਤੋ ਤੋਂ। ਉਹਨਾਂ ਨੇ ਬਹੁਤ ਵਧੀਆ ਸਬਕ ਰਚਾਇਆ ਹੈ ਵੀ ਮੇਰੀ ਸ਼ੁਰੂਆਤ ਇੱਥੋਂ ਹੋਈ। ਪਹਿਲੀ ਕਿਤਾਬ ਦੀ ਸੇਠੀ ਨਰੇਸ਼ ਸੇਠੀ ਪ੍ਰਿੰਟ ਪ੍ਰੈਸ ਵਾਲੇ, ਉਹਨਾਂ ਨੂੰ ਮੈਂ ਮੈਸੇਜ ਕੀਤਾ ਸੀ ਮੈਂ ਆਉਣਾ, ਬਿਜੀ ਹੋਣਗੇ, ਸਾਡੇ ਸਰਟੀਫਿਕੇਟ ਤੋਂ ਚੱਲਦੇ ਤੇ ਕਿਤਾਬ ਦਾ ਜਿਹੜਾ ਸੀ ਬੜਾ ਵਧੀਆ ਰਿਸਪੌਂਸ ਰਿਹਾ। ਚਲੋ ਉੱਥੇ ਮੁਨਸ਼ੀ ਸੀ ਮੈਂ ਕਚਹਿਰੀਆਂ 'ਚ, ਤੇ ਮੈਨੂੰ ਜੱਜ ਵੀ ਇੱਜ਼ਤ ਕਰਦੇ ਵੀ ਮੁੰਡਾ ਆਉਂਦਾ ਬੜੀ ਤਹਿਜ਼ੀਬ ਨਾਲ। ਇੱਕ ਜੱਜ ਸਾਹਿਬ ਸੀ, ਉਹ ਕਹਿੰਦੇ ਵੀ ਤੁਸੀਂ ਮੁਨਸ਼ੀ ਜੀ ਕਿੰਨੇ ਪੈਸੇ ਖਾਂਦੇ? ਮੈਂ ਕਿਹਾ ਜੀ ਕੁਛ ਨਹੀਂ, ਹਾਲ ਮਾੜਾ ਹੀ ਹੈ। ਇੱਥੇ ਪੰਡਤ ਸ਼ਾਮ ਲਾਲ ਵਕੀਲ ਹੈ, ਉਹ ਲਾਹੌਰ ਦੇ ਪੜ੍ਹੇ ਹੋਏ ਸੀ, ਨਾਂ ਕੀਤਾ ਸੀ ਤੇ ਵਕੀਲ ਸੀ ਤੇ ਬਜ਼ੁਰਗ ਬਹੁਤ ਸੀ, ਤੇ ਕੋਈ ਟਾਵਾਂ ਉਹਨਾਂ ਕੋਲ ਆਉਂਦਾ ਸੀ ਗਾਹਕ, ਉਹ ਮੇਰੇ ਮੂੰਹ ਲਈ ਆ ਦੇਖੀ ਜਾਂਦੇ ਸਾਰਾ ਦਿਨ। ਮੈਂ ਉਹਨਾਂ ਦੇ ਵੱਲ ਮੁਨਸ਼ੀ ਜੀ ਮਕਾਨੀ 2 ਕੱਪ ਚਾਹ ਲਿਆਓ, 2 ਕੱਪੜੇ ਚਾਹ, ਮਿੱਠਾ ਕੰਮ, ਤੱਤੀ ਤੇਜ਼। ਮੈਂ ਕਿਹਾ ਰੁਪਈਆ ਦਾ ਕੋਲ ਨਹੀਂ, ਐ ਕਿਵੇਂ ਆ ਜੂ? ਚਲੋ ਮੈਂ ਉਧਾਰ ਚਾਹ ਲਿਆਉਣੀ, ਉਹਨੇ ਇੱਕ ਕੱਪ ਅਸੀਂ ਪੀ ਲੈਣਾ। ਇੱਕ ਦਿਨ ਕੋਈ ਆਇਆ, ਉਹ ਕਹਿੰਦਾ ਵਕੀਲ ਸਾਹਿਬ ਜੀ ਮੁਨਸ਼ੀ ਨੂੰ ਭੇਜੋ, ਮੈਂ ਤਰੀਕ ਆਪਣੀ ਅੱਜ। ਉਹ ਖੁਸ਼ ਹੋ ਗਿਆ, ਅੱਛਾ ਆਪਣੀ ਤਰੀਕ ਅੱਜ ਕਹਿੰਦਾ, ਜਾਓ ਮੁਨਸ਼ੀ ਦੀ ਤਰੀਕ ਲਿਆਓ। ਤਰੀਕ ਲਿਆਂਦੀ ਤੇ ਆ ਕੇ ਬਹਿ ਗਿਆ। ਉਹ ਬੰਦਾ ਪਿੰਡ ਦਾ ਸੀ ਵਿਚਾਰਾ, ਬਜ਼ੁਰਗ। ਉਹ ਜਾਣ ਲੱਗਾ ਤੇ ਵਕੀਲ ਸਾਹਿਬ ਕਹਿੰਦੇ ਏਦਾਂ ਕਰੋ, ਇਹਨਾਂ ਨੂੰ 20 ਰੁਪਏ ਦੇ ਜਾਓ ਮੁਨਸ਼ੀ ਜੀ ਨੂੰ, ਇਹਨਾਂ ਨੇ ਕੋਈ ਕਾਗਜ਼ ਬਣਾ ਕੇ ਤੁਹਾਡੇ ਕੇਸ 'ਚ ਲਾਉਣਾ ਹੈ। ਉਹ 20 ਰੁਪਏ ਦੇ ਗਿਆ, ਉਹ 10 ਦੇ 2 ਨੋਟ। ਉਹ ਜਾ ਵੜਿਆ ਤੇ ਵਕੀਲ ਸਾਹਿਬ ਕਹਿੰਦੇ ਮੁਨਸ਼ੀ ਜੀ ਇਹ 10 ਤੁਸੀਂ ਰੱਖ ਲਓ, 10 ਮੈਨੂੰ ਦੇ ਦਿਓ। ਮੈਂ ਕਿਉਂ? ਕਹਿੰਦਾ ਮੈਂ ਆਪਣੇ ਕਰੇਲੇ ਲੈ ਕੇ ਜਾਊਂਗਾ ਘਰੇ, ਮਸਾ ਦਾ ਗਾਹਕ ਆਇਆ ਕੋਈ। ਰੱਬਾ ਮੇਰਿਆ, ਇਹੋ ਜਿਹੇ ਦਿਨ ਸੀਗੇ। ਤਾਂ ਕਰਦਿਆਂ ਕਰਾਉਂਦਿਆਂ ਪੋਸਟਾਂ ਨਿਕਲੀਆਂ ਜੱਜ ਦੇ ਅਰਦਲੀ ਦੀਆਂ। ਅਰਦਲੀ ਹੁੰਦਾ ਉਰਦੂ ਦਾ ਸ਼ਬਦ ਹੈ ਕਿ ਤੁਸੀਂ ਉਹਦੀ ਅਰਦਲ 'ਚ ਰਹਿਣਾ, ਉਹਦੀ ਹਿਫਾਜ਼ਤ ਕਰਨੀ, ਉਹਦਾ ਆਰਡਰ ਮੰਨਣਾ। ਉਹਨੂੰ ਪੰਜਾਬੀ 'ਚ ਸੇਵਾਦਾਰ ਕਹਿੰਦੇ ਆ, ਅੰਗਰੇਜ਼ੀ 'ਚ ਪੀਐਨ ਆਰਡਰਲੀ ਕਹਿੰਦੇ ਆ। ਅਦਾਲਤਾਂ ਵਾਸਤੇ ਹੁੰਦਾ, ਉਹ ਆਵਾਜ਼ ਦਿੰਦਾ, ਤੋਤਾ ਸਿੰਘ ਮਿੱਠੂ ਸਿੰਘ ਹਾਜ਼ਰ ਹੋ, ਫਿਰ ਉਹ ਪੇਸ਼ ਕਰਦੇ ਆ, ਫਿਰ ਉਹਦੀ ਕਾਰਵਾਈ ਹੁੰਦੀ ਆ। ਏਦਾਂ ਮਤਲਬ ਉਹਦੀ ਜੌਬ ਹੈ ਨਾ, ਰੋਟੀ ਪਾਣੀ ਵੀ ਬਣਾਉਣਾ, ਚਾਹ ਪਾਣੀ। ਮੈਡਮ ਤੁਸੀਂ ਬੀਜ ਬੋਰ ਤਾਂ ਨਹੀਂ ਹੋ ਰਹੇ? ਦੱਸ ਦਿਆ ਜੇ ਬਾਹਰ ਖੜੀ, ਮੈਂ ਉਹਦੇ ਬੈਠ ਲੱਗ ਗਿਆ ਉੱਥੇ। ਉਹ ਤਨਖਾਹ ਬੜੀ ਮੇਰੀ ਹੋ ਗਈ ਉਹਨਾਂ ਵੇਲਿਆਂ 'ਚ 1994-95 'ਚ 26,000 ਰੁਪਇਆ ਤਨਖਾਹ ਹੋ ਗਈ। ਤੇ ਮੈਂ ਸਾਰੀ ਦਿਹਾੜੀ ਖਾਕੀ ਕਰਦੀ, ਕਾਈ ਹੋਇਆ ਕਰਨੀ, ਤੇ ਸੈਂਡਲ ਜੇ ਸਲੀਪਰ ਜੇ ਪਾਏ ਹੋਇਆ ਕਰਨੇ, ਸਿਰ ਤੇ ਟੋਪੀ ਲਿਆ ਕਰਨੀ। ਰਾਮ ਕ੍ਰਿਸ਼ਨ ਬਲਦੇਵ ਰਾਜ ਹਾਜ਼ਰ ਹੋ। ਉਹਨੇ ਕਿਹਾ ਯਾਰ ਆਵਾਜ਼ ਬਾਹਲੀ ਤਿੱਖੀ ਹੈ, ਜੀ ਗੂੰਜ ਦੀ ਕਲਾਕਾਰ ਸੀ, ਆਵਾਜ਼ ਤਾਂ ਗੂੰਜਣੀ ਸੀ। ਤੇ ਜੇ ਕਿਸੇ ਨੇ ਕਹਿਣਾ ਵੀ ਅਸੀਂ ਪਿੰਡ ਜਾਣਾ, ਯਾਰ ਬਹੁਤ ਦੂਰ ਆ ਪਿੰਡ, ਤੇ ਤੂੰ ਛੇਤੀ ਆਵਾਜ਼ ਪਰਾ ਦੇ ਕਹਿ ਕੇ ਰੀਡਰ ਨੂੰ, ਮੈਂ ਰੀਡਰ ਨੂੰ ਕਹਿਣਾ ਰੀਡਰ ਸਾਹਿਬ ਸਾਮੀ ਆ ਗਈ, ਵੀ ਇਹ 20-50 ਰੁਪਏ ਦੇਣਗੇ, 30 ਤੁਹਾਡੇ 20 ਮੇਰੇ। ਇਹਨਾਂ ਨੂੰ ਆਵਾਜ਼ ਪਹਿਲਾਂ ਪਵਾ ਦਿਓ। ਇਹਨੂੰ ਕਰਪਸ਼ਨ ਕਹਿੰਦੇ ਆ, ਭ੍ਰਿਸ਼ਟਾਚਾਰ, ਜੇ ਮੈਂ ਤੁਹਾਨੂੰ ਦੱਸ ਰਿਹਾ। ਤੇ ਉਹ ਜਦੋਂ ਤਨਖਾਹ ਵੀ ਇੰਨੀ ਮਿਲ ਜਾ ਕਰੇ, ਉਧਰੋਂ ਆ 50-60 ਬਣ ਜਾ ਕਰਨ, ਤੇ ਘਰੇ ਤਾਂ ਰੌਣਕ ਬਹੁਤ ਹੋ ਗਈ। ਸਾਡੀ ਇੱਜ਼ਤ ਵੀ ਬੀਬੀ ਅੱਗੇ ਇੱਕ ਚਮਚਾ ਘਿਓ ਦਾ ਪਾਉਂਦਾ ਸੀ, 2 ਪਾਉਣ ਲੱਗ ਗਈ। ਬਾਪੂ ਹੱਸ ਕੇ ਨਹੀਂ ਬੁਲਾਉਂਦਾ ਸੀ, ਜੱਫੀ ਪਾ ਕੇ ਬੁਲਾਇਆ ਕਰੇ। ਕਹਿੰਦਾ ਵੀ ਵਾਹ ਬਈ ਬਹੁਤ ਸੋਹਣਾ ਹੋ ਗਿਆ। ਮੈਂ ਕਿਹਾ ਕੋਈ ਨਹੀਂ, ਫਿਕਰ ਨਾ ਕਰੋ, ਬਾਹਲਾ ਚਿਰ ਨਹੀਂ ਘਟਦਾ ਇੱਥੇ, ਤੂੰ ਪੈਨਸ਼ਨ ਲੈ ਕੇ ਰਹੂੰਗਾ। ਖੜੇ ਤਾਂ ਪਾਣੀ ਮੁਸ਼ਕ ਜਾਂਦੇ ਆ ਦੋਸਤੋ। ਇਹ ਥੋੜੀ ਹੈ ਵੀ ਤੁਸੀਂ ਸੰਤੁਸ਼ਟ ਹੋ ਗਏ, ਇੱਥੋਂ ਪੜ੍ਹ ਕੇ ਗਏ, ਪੜ੍ਹਾਏ ਤੱਕਰ ਸਾਹਿਬ ਦੇ ਹੋਣ ਤੇ ਜਾ ਕੇ ਕਲਰਕ ਲੱਗ ਜਾਓ, ਸਾਰੀ ਉਮਰ ਕਲਰਕੀ 'ਚ ਕੱਢ ਕੇ ਕੋਈ ਤਾਂ ਅਫਸਰ ਬਣੋ। ਠੀਕ ਨਾ, ਕਲਰਕ ਵੀ ਜੱਜ ਲੱਗੇ ਆ। ਕਲਰਕ ਜਿਹੜੇ ਆ ਉਹ ਬਣ ਕੇ ਬਾਅਦ 'ਚ ਜੱਜ ਬਣੇ ਆ। ਸੁਪਰਡੈਂਟ ਵੀ ਤੇ ਡੀਸੀ ਬਣੇ, ਬਾਅਦ 'ਚ IPS ਬਣੇ, IAS ਬਣੇ। ਮੈਂ ਕਿਹਾ ਨਹੀਂ, IOES ਬਣਨਾ ਬੜਾ, ਪਰ ਇੱਥੇ ਬਾਹਲਾ ਚੱਲਣਾ ਕਰਦਾ। ਬੜਾ ਤੰਗ ਮਾਹੌਲ, ਬੜੀ ਪਰੇਸ਼ਾਨੀ। ਪੈਸੇ ਤਾਂ ਮਿਲ ਜਾ ਕਰਨ, ਪਰ ਪਰੇਸ਼ਾਨੀ ਯਾਰ, ਪਹਿਲਾਂ ਤਰੀਕ ਪਵਾ ਦੇ, ਜਿਹਦੀ ਮਗਰੋਂ ਤਰੀਕ ਪਈ ਉਹ ਕੀ ਸੋਚਦਾ ਹੋਊਗਾ। ਤੇ ਇਹ ਕੀ ਹੈ ਇਹ ਸਿਸਟਮ ਜਿਹਾ ਯਾਰ, ਮੈਂ ਪਰੇਸ਼ਾਨ ਬਹੁਤ ਹੋ ਗਿਆ।
नहीं ये मेथों नहीं होना। तो मैं छेती उतों भज गया। क्यों भजया कि एक जज साहब के कोले मेरी ड्यूटी लग गई। वो फ्रस्ट्रेट बहुत सी, वो घर वाली रुस के गई हुई सी, बच्चे बाहर सी ते वो दारू दूरू पी के गालां बहुत कढ़दा सी ते वो विचे मैनूं गालां कढ़दा सी क्योंकि मैं उसकी रोटी पकाउंदा सी, मੱਝ ਨੂੰ पट्ठे पाउंदा सी, ਉਹਦੇ बूट पॉलिश भी करदा सी, ਉਹਦੀ पग ਦੀ पूनी भी कराउंदा सी कि किते ठंड होनी ने कहना पग दी पूनी करा, मैं खिच्ची जानी, उन्हें भी खिच्ची जानी, कदे मेरे हथों छुट जानी पग तो उन्हें कहना मेरी मिट्टी च पग लपेटती, उन्हें 2 लपड़े मार सह लईदे सी। बहुत औखा समा मैं कटिया, पौने 3 साल। ते एक दिन अलोकारी घटना हुई कि उन्होंने एक सजा सुनानी सी। मैं बहुत ही लंबी गल नहीं करनी, हम ब्रीफ करनी है। किसी बंदे नूं सजा सुनानी सी कि इन्ने बंदे ने नशे च फड़िया हो, उन्होंने धारा कहते हैं NDPS एक्ट 1994, 10 साल की सजा होगी। मैनू कहते आवाज मार फलाना सिंह, मैं आवाज मारी फलाना सिंह, आओ जज साहब है तां बैठे सी गैस ते। वो बंदा बेचारा ना चाह च पीन जा वड़िया भी सजा जो हो देखी जाऊ की पता बरी कर दे। चाह का पीला रज के अज तो जेल जा वड़ना, मट्टियां खान जा वड़िया। मैं 2 वजह मारी, मैं जज साहब वो है ही नहीं सी बाहर दिखदा नहीं। वो मेरे गल पै गए रखे हुए, और किथे आ एक कचहरी आया कि नानके आया, छेती बाज मार। मैं आप कल्प गया तू मेरे ते कल्पी जाता भी जो गां लभदा नहीं, मैं और की करा। जो मैं चौथी बाज मारी तुरया आ रहा ते मैं ਉਹਦੇ ਤੇ ਰੱਖਿਆ ਪਿਆ, ਜੱਜ ਮੇਰੇ ਤੇ ਰੱਖਿਆ ਪਿਆ। मैं कहा यार तू किथे तुरया फिरदा यार, है तू छेती छेती अंदर आ यार, साहब ने तेनों सजा सुनानी है ते तू बाहर तुरया फिरदा। वो भज गया सजा दा ना सुन के, ते मेरे मुंह सुभाव निकल के सच्ची सुनानी सी। ਉਹਦੇ ਮਗਰ ਭੱਜੇ ਗਨ ਕੋਲ ਮੈਂ ਫੜ ਕੇ ਲਿਆਏ। ਜਾਂ ਸਮਝ ਕੀ ਰੌਲਾ ਸੀ, ਬਾਹਰ ਕੀ ਗੱਲ ਸੀ, ਰੌਲਾ ਕਾਹਦਾ ਪੈਂਦਾ ਸੀ? ਉਹ ਕਹਿੰਦਾ ਜੀ ਇਹ ਭੱਜ ਗਿਆ ਸੀ। ਪਰ ਤੂੰ ਭੱਜਿਆ ਕਾਹਤੇ ਸੀ? ਕਹਿੰਦਾ ਮੈਨੂੰ ਜੀ ਆਏ ਬਾਈ ਜੀ ਨੇ ਸਜ਼ਾ ਸੁਣਾਤੀ ਸੀ। ਉਹ ਕਹਿੰਦਾ ਤੂੰ ਜੱਜ ਕਿ ਮੈਂ ਓਏ, ਤੂੰ ਸਜ਼ਾ ਕਾਹਤੇ ਸੁਣਾਤੀ? ਮੈਂ ਕਿਹਾ ਜੀ ਤੁਸੀਂ ਸੁਣਾਉਣੀ ਸੀ, ਕਰ ਮੈਂ ਸੁਣਾਤੀ ਗੱਲ ਇੱਥੇ। ਕਹਿੰਦਾ ਖੜ ਜਾ ਪੈਂਦਾ, ਬੜਾ ਰੌਲਾ ਪਿਆ ਉਹਦਾ। ਤੇ ਫਿਰ ਮੈਨੂੰ ਕਹਿੰਦੇ ਬੰਦੇ ਯਾਰ ਇਹ ਤੈਨੂੰ ਨਾ ਇੱਥੇ ਅੰਦਰ ਕਰ ਦੇਣਗੇ ਕਿ ਤੂੰ ਲੱਗਾ ਪੀ ਜਾਣਾ ਸੁਣਾਈ ਜਾਣਾ ਸਜ਼ਾ, ਜਾਂ ਕਿਹੜੇ ਚੱਕਰਾਂ ਚ। फिर मैं उत्थे इस्तीफा देता। तो गाने भी सुनते होंगे जो आहो बहुत लंबी किताब है मेरी। किताब है कि मैं जज दाखिली सिलेबस साडी यूनिवर्सिटी च लगी है कई थाई, वो PhD एमफिल लोगों ने की विद्यार्थियों ने, तुसीं पढ़ लिओ। फिर तुसीं हसना नहीं हटना, घरदियां ने कहना इन्हें भी कदे भूत प्रीत नूं चिपड़ गया। तां उत्थों नौकरी छड्डी तो मैं पटियाले चला गया, भाषा विभाग पंजाब, जिथे मनजीत पुरी जी साडे जिला भाषा अफसर फरीदकोट। वो कहते भी उदों मेरी एक किताब छपी सी जमला जी बारे, एक उन्होंने चेलियां बारे, अखबार बहुत आते थे। उत्थे जीत सिंह कक्कड़ डायरैक्टर होंदे सी। वो कहते भी की लगे की करेगा, 10वीं फेल हाँ तू। मैं जी मैं लेखक बन रहा तो मैं भुखा मर दूंगा, की करूँगा। वो कहते साडे कोले कोई पोस्ट नहीं है, सिर्फ माली की पोस्ट आ, घाह फुल बूटे गुड लेना। मैं जी पिंडों आया, मैं तो पिंड च उत्थे खेतों भी तो करी दा सर, नो प्रॉब्लम जी, मैं तुहाडी सेवा कर। उन्होंने मैनूं दिहाड़ी ते माली रख लिया कि सारा दिन फुल बूटे गुड्डी जाने। 180 रुपये DC रेट हुंदा सी उहनूं, वो मिलदा ते उत्थे दफ्तर च मैं सौ जांदा सी। ते टाइम टपदा गया ते मैं सारा दिन फुल्लां नाल गल्लां करनियां, कि उस्ताद दा गीत चेते करना। फुल्ला महकनूं संभाल, फुल्ला महकनूं संभाल, छेती सुक जाएगा ओने लवेगा, जिन्ना रुक जाएगा ओने लाएगा नजारे। फुल्ला महकनूं संभाल, एह रहनी नी जवानी, फुल्ला मन मोहणिया, आया जाना नहीं है जग ते दोबारे सोहणिया। खेती रूप दी नमैश इथों चुक जावेगा ओने लवेगा नजारे, जिन्ना रुक जावेगा फुल्ला महकनूं संभाल। ऐ करके गाई जाना। ते वो कहते ना भी साढ़े 6 मंजिला दफ्तर है ये, ते तू दोपहरे के अंदर जाके वड़ जाना, उत्थे धुप तो डरदा, ते तू सवेरे पहला कूलर भरिया कर 6 मंजिला।
ਜੇ ਸਵੇਰੇ ਮੈਂ ਕੂਲਰ ਭਰਨੇ 4 ਵਜੇ ਉੱਠ ਕੇ, ਉਹ ਕਹਿੰਦੇ ਦਫ਼ਤਰ 'ਚ ਸੌਣਾ ਹੈ, ਕਿਰਾਇਆ ਨਹੀਂ ਭਰਨਾ ਪੈਂਦਾ ਬਾਹਰ, ਇੰਨਾ ਫਾਇਦਾ ਤਾਂ ਦੇ ਤੂੰ। ਤੇ ਮੈਂ ਕੂਲਰ ਭਰਿਆ ਕਰਨੇ, ਮੁੜ ਕੇ ਬਾਹਰ ਗੋਡੀ ਗਾਡੀ ਕਰਨੀ। ਇੱਕ ਮਜ਼ਦੂਰੀ ਸੀ ਤੇ ਉਹ ਮਜ਼ਦੂਰੀ ਕਰਦਾ ਮੈਂ ਉੱਥੇ ਬਹੁਤ ਕੁਝ ਲਿਖਦਾ ਪੜ੍ਹਦਾ ਰਿਹਾ, ਬਹੁਤ ਕੁਝ ਲਿਖਦਾ ਪੜ੍ਹਦਾ ਰਿਹਾ। ਫਿਰ ਇੱਕ ਵੇਲਾ ਆਇਆ, ਇਹ 1998 99 ਦੀ ਗੱਲ ਆ, 97 ਦੀ, ਮੈਂ ਉੱਥੋਂ ਛੱਡ ਕੇ ਭੱਜ ਗਿਆ, ਕੈਨੇਡਾ ਚਲਾ ਗਿਆ। ਫਿਰ ਹੋਰ ਕਿਤਾਬਾਂ ਲਿਖੀਆਂ, ਹੋਰ ਛਪਣ ਲੱਗ ਗਿਆ, ਹੋਰ ਮਸ਼ਹੂਰ ਹੋਇਆ। ਉਸੇ ਭਾਸ਼ਾ ਵਿਭਾਗ ਦੇ ਜਿੱਥੇ ਮੈਂ ਮਾਲੀ ਮਜ਼ਦੂਰ ਸੀ, ਉਹਨੇ ਪੰਜਾਬ ਦੇ ਮੁੱਖ ਮੰਤਰੀ ਨੇ ਸਟੇਟ ਐਡਵਾਈਜ਼ਰੀ ਬੋਰਡ ਦਾ ਮੈਂਬਰ ਬਣਾ ਕੇ ਮੈਨੂੰ ਹੁਣ ਖੜੇ ਪਾਣੀ ਦੇ ਮੁਸਕਣ ਵਾਲੀ ਗੱਲ ਹੋਈ। ਇੱਕ ਗੱਲ ਤੁਸੀਂ ਨੋਟ ਕਰ ਲਿਓ ਕਾਪੀ ਤੇ ਜਾਂ ਮਨ 'ਚ ਨੋਟ ਕਰ ਲਿਓ। ਸੇ ਬਹੁਤ ਹੁਣ ਤਾਂ ਆਪਣੇ ਇਹਨੇ ਵਿਸ਼ਾਲ ਕਰਤਾ ਜਿਹੜੀਆਂ ਦਿਮਾਗੀ ਚੀਜ਼ਾਂ ਕਿ ਮੈਨੂੰ ਬਹੁਤ ਲੋਕ ਦੇਸ਼ਾਂ ਵਿਦੇਸ਼ਾਂ 'ਚ, ਮੈਂ 7 ਵਾਰ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਗਿਆ, ਲੰਡਨ ਦੇ ਪਾਰਲੀਮੈਂਟ ਹਾਲ 'ਚ ਵੀ ਲੈਕਚਰ ਦਿੱਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ 'ਚ ਸਨਮਾਨਿਆ 2001। ਹੁਣ ਇੱਥੇ ਜੇ ਮੈਂ ਇੱਥੇ ਮਾਲੀ ਹੁੰਦਾ ਜਾਂ ਜੱਜਦਾਰ ਨਹੀਂ ਹੁੰਦਾ, ਕੀ ਮੈਂ ਕੈਨੇਡਾ ਅਮਰੀਕਾ ਵੇਖ ਸਕਦਾ? ਦੱਸੋ, ਰਿਸਕ ਹੈ। ਤੇ ਮੈਨੂੰ ਹੁਣ ਕਹਿੰਦੇ ਆ ਦੋਸਤ ਵੀ ਤੂੰ ਹੁਣ ਅਫਸਰ ਹੋ ਕੇ ਫਿਰ ਤੂੰ ਕਹਿ ਦਿੰਦਾ ਮੈਂ ਜੱਜਦਾਰ ਦਲੀ ਸੀ, ਯਾਰ ਤੂੰ ਛੱਡ ਦੇ ਇਹਨਾਂ ਗੱਲਾਂ ਨੂੰ ਨਾ, ਤੂੰ ਭੁੱਲ ਜਾ, ਤੂੰ ਇਹ ਨਾ ਕਰਿਆ ਕਰ। ਮੈਂ ਕਿਹਾ ਤੁਸੀਂ ਮੈਨੂੰ ਤੋੜਨਾ ਚਾਹੁੰਦੇ ਹੋ, ਮਿੱਟੀ ਨਾਲ ਅਲੱਗ ਕਰਨਾ ਚਾਹੁੰਦੇ ਹੋ, ਜੁਦਾ ਕਰਨਾ ਚਾਹੁੰਦੇ ਹੋ। ਸੁਣਿਓ, ਇੱਕ ਪੰਛੀ ਆਥਣ ਵੇਲੇ ਰਾਹ ਭੁੱਲ ਗਿਆ, ਆਪਣੀ ਮੰਜ਼ਿਲ ਭੁੱਲ ਗਿਆ। ਮੀਂਹ, ਝੱਖੜ, ਹਨੇਰੀ, ਤੂਫਾਨ ਦੇ ਵਿੱਚ ਰੁਲ ਗਿਆ, ਇੱਧਰ ਉੱਧਰ ਪਰ ਮਾਰੇ। ਆਖਰ ਇੱਕ ਦਰਖਤ ਨੇ ਉਹਨੂੰ ਹਾਕ ਮਾਰੀ ਕਿ ਆ ਜਾ, ਦੁਖਦਾਈ ਰਾਤ ਕੱਟ ਲਾ। ਉਹ ਪੰਛੀ ਮੀਂਹ ਦੇ ਵਿੱਚ ਭਿੱਜਿਆ, ਦਰਖਤ ਦੇ ਵਿੱਚ ਪ੍ਰਵੇਸ਼ ਕਰਕੇ ਡਾਹਣੀ ਦੇ ਉੱਤੇ ਬੈਠ ਕੇ ਉਹਨੇ ਆਪਣੇ ਖੰਭ ਝਾੜੇ, ਪਾਣੀ ਮੀਂਹ ਵਾਲਾ ਥੱਲੇ ਗਿਰਿਆ, ਅੱਖਾਂ ਮੀਟ ਕੇ ਝੁੱਲਦੇ ਝੱਖੜ 'ਚ ਉਸ ਦਰਖਤ ਦੇ ਉੱਤੇ ਰਾਤ ਕੱਟ ਲੈਂਦਾ ਹੈ। ਸਵੇਰੇ ਸੂਰਜ ਨਿਕਲਿਆ, ਸੂਰਜ ਦੀਆਂ ਸੁਨਹਿਰੀ ਕਿਰਨਾਂ ਉਹਦੀਆਂ ਅੱਖਾਂ 'ਚ ਵੱਜੀਆਂ ਤੇ ਉਹਨੇ ਰੱਬ ਦਾ ਨਾਮ ਧਿਆ ਕੇ ਉਸ ਦਰਖਤ ਦੇ ਵਿੱਚੋਂ ਬਾਹਰ ਆ ਕੇ ਲੰਬੀ ਉਡਾਰੀ ਭਰੀ। ਲੰਬੀ ਉਡਾਰੀ ਭਰਦਾ ਦੂਰ ਅਸਮਾਨਾਂ ਤੱਕ ਉੱਡਿਆ, ਪਰ ਉਸ ਦਰਖਤ ਦੀ ਟਾਹਣੀ ਉੱਤੇ ਬਿਤਾਈ ਉਹ ਦੁਖਦਾਈ ਤੇ ਕੜਕੀਲੀ ਰਾਤ ਜ਼ਿੰਦਗੀ ਤਾਂ ਉਮਰ ਨਹੀਂ ਉਹ ਭੁੱਲ ਸਕਿਆ। ਤੇ ਤੁਸੀਂ ਮੈਨੂੰ ਕਹਿੰਦੇ ਇਹ ਛੱਡਦੇ ਭੁੱਲ ਜਾ ਮਨੁੱਖ ਹੈ, ਠੀਕ ਹੈ ਨਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੀ ਵੀ ਤੁਸੀਂ ਜੇ ਪੈਰ ਛੱਡਦੇ, ਬਹੁਤੇ ਲੋਕ, ਮੇਰੇ ਤੇ ਬਹੁਤ ਲੋਕ ਇਸ ਕਰਕੇ ਉੱਠੇ ਆ ਤੱਕ ਜਿਹਨੂੰ ਪਤਾ ਕਿ ਪੈਰ ਕਿਉਂ ਨਹੀਂ ਛੱਡਦਾ, ਠੀਕ ਹੈ ਨਾ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਉਹਨਾਂ ਲੋਕਾਂ ਨੇ ਮੈਨੂੰ ਬਹੁਤ ਪਿਆਰ ਕੀਤਾ। ਪੰਜਾਬੀਆਂ ਨੇ ਮੇਰੀ ਆਰਥਿਕ ਹਾਲਤ ਸੁਧਾਰੀ, ਕਾਲਮ ਲਿਖਣ ਨੂੰ ਥਾਂ ਮਿਲੀ, ਟੀਵੀਆਂ ਰੇਡੀਓ ਤੇ ਬੋਲਣ ਨੂੰ ਥਾਂ ਮਿਲੀ, ਬੜਾ ਮਾਣ ਮਿਲਿਆ। ਪਰ ਜਿਹੜੇ ਮੇਰੇ ਉਹ ਪਲ ਹੈ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ, ਇਹ ਤਾਂ ਕੁਛ ਇੱਕ ਟ੍ਰੇਲਰ ਟਾਈਪ ਨੇ ਜਿਹੜੀਆਂ ਗੱਲਾਂ ਨੇ। ਜ਼ਿੰਦਗੀ 'ਚ ਇੰਨਾ ਕੁਛ ਤੁਹਾਡੇ ਦੁਖਦਾਈ ਵਾਪਰਦਾ ਹੈ ਕਿ ਅਸੀਂ ਉਹਨੂੰ ਛੇਤੀ ਭੁੱਲ ਜਾਂਦੇ ਹਾਂ। ਜਿਹੜਾ ਸੁਖਦਾਈ ਹੁੰਦਾ ਉਹਨੂੰ ਅਸੀਂ ਚੇਤੇ ਰੱਖ ਲੈਂਦੇ ਹਾਂ, ਤੇ ਫਿਰ ਤਾਂ ਅਸੀਂ ਦੁਖੀ ਹੁੰਦੇ ਹਾਂ। ਜੇ ਅਸੀਂ ਦੁਖੀ ਪਲਾਂ ਨੂੰ ਵੀ ਰੱਖੀਏ ਯਾਦ, ਜਦੋਂ ਸਾਡੇ ਘਰੇ ਮੁੰਡਾ ਜੰਮਦਾ ਉਦੋਂ ਅਸੀਂ ਖੁਸ਼ ਹੁੰਦੇ ਹਾਂ, ਬਹੁਤ ਸਮਾਜਿਕ ਵਿਸਤਾਰ ਹੈ ਕੁਦਰਤੀ ਨੇਚਰ ਦਾ। ਜਦੋਂ ਕੋਈ ਮਰ ਜਾਂਦਾ ਉਦੋਂ ਅਸੀਂ ਬਹੁਤ ਦੁਖੀ ਹੁੰਦੇ ਹਾਂ। ਇਵੇਂ ਅਸੀਂ ਜੇ ਬਰਾਬਰ ਰੱਖੀਏ ਵੀ ਘਰੋਂ ਕੋਈ ਗਿਆ ਵੀ ਸੀ ਤੇ ਘਰੇ ਕੋਈ ਆਇਆ ਵੀ ਹੈ, ਤੇ ਫਿਰ ਅਸੀਂ ਸਮਤੋਲ ਬੈਲੈਂਸ ਦੇ ਵਿੱਚ ਰਹਿ ਕੇ ਚੱਲਾਂਗੇ। ਕੁਦਰਤ ਦੇ ਨੇਮ, ਕੁਦਰਤ ਦੇ ਨਿਯਮ, ਮੈਂ ਕੁਦਰਤ ਬਾਰੇ ਬਹੁਤ ਲਿਖਿਆ। ਮੈਂ ਪੰਛੀ ਜਦੋਂ ਕੋਈ ਬੋਲਦਾ ਤੇ ਮੈਂ ਉਹਦਾ ਰਾਗ, ਕਿਉਂਕਿ ਆਪ ਖੁਦ ਸੰਗੀਤਕਾਰ ਸੀ, ਉਹਦਾ ਰਾਗ, ਉਹਦਾ ਰਿਦਮ ਪਛਾਣਦਾ। ਜਦੋਂ ਹਵਾ ਵੀ ਰੁਕਦੀ ਹੈ ਉਹਦੇ 'ਚ ਵੀ ਰਾਗ ਹੈ। ਕਦੇ ਤੁਸੀਂ ਤੀਜੀ ਅੱਖ ਖੋਲਿਓ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਧਾਨ। ਤੁਹਾਡੇ ਅੰਦਰ ਇੱਕ ਦੀਵਾਨ ਹੈ,
ਸੰਸਾਰੀ ਹੈ, ਇੱਕ ਪਦਾਰਥਕ ਹੈ, ਇੱਕ ਸੰਸਾਰੀ ਹੈ, ਇੱਕ ਦੁਨਿਆਵੀ। ਸਾਡੇ ਅੰਦਰ ਇੱਕ ਦੀਵਾਨ, ਇੱਕ ਢੋਲਕੀ ਦੀ ਤਾਲ ਚੱਲਦੀ ਰਹਿੰਦੀ ਹੈ। ਸਾਡੇ ਬਾਹਰ ਬਹੁਤ ਕੁਛ ਹੈ, ਅਸੀਂ ਵੇਖਦੇ ਨਹੀਂ। ਦੇਖਣ ਵਾਲੀ ਸਾਨੂੰ ਅੱਖ ਨਹੀਂ ਦਿੱਤੀ। ਬਹੁਤ ਟਾਵੇਂ ਲੋਕਾਂ ਕੋਲੇ ਤੀਜੀ ਅੱਖ ਹੈ ਕਿ ਉਹ ਦਰਖਤ ਨੂੰ ਵੀ ਨਿਹਾਰੇ, ਉਹ ਨੇਚਰ ਦੇ ਮੌਸਮ ਨੂੰ, ਵਾਤਾਵਰਨ ਨੂੰ, ਪਾਣੀ ਨੂੰ, ਰੁੱਖਾਂ ਨੂੰ, ਬ੍ਰਿਖਾਂ ਨੂੰ, ਸਰੀਰ ਨੂੰ। ਲੰਡਨ ਦੇ ਵਿੱਚ ਬਹੁਤ ਵੱਡੇ ਘਰ 'ਚ ਮੈਂ ਰੁਕਿਆ, ਸੁੰਨ ਦਾ ਮਾਰਿਆ, ਇਕੱਲਾ ਘਰ। ਮੈਂ ਉਹਨਾਂ ਦਾ ਮਹਿਮਾਨ, ਘਰ ਦੇ ਜੀ ਬਾਹਰ ਗਏ ਛੁੱਟੀਆਂ ਕੱਟਣ, ਘਰੇ ਮੈਨੂੰ ਛੱਡ ਗਏ। ਬੜਾ ਉਦਾਸ, ਬਹੁਤ ਪਰੇਸ਼ਾਨ, ਇਕਲਾਪਾ, ਇਕਾਗਰਤਾ ਇੰਨੀ, ਕੰਨ ਤਰਸ ਗਏ ਕਿਸੇ ਪੰਛੀ ਦੀ ਆਵਾਜ਼ ਨੂੰ, ਕਿਸੇ ਪਰਿੰਦੇ ਦੀ ਆਵਾਜ਼ ਨੂੰ, ਕਿਸੇ ਮਨੁੱਖ ਦੀ ਆਵਾਜ਼ ਨੂੰ, ਕਿਸੇ ਗੀਤ ਦੀ ਆਵਾਜ਼ ਨੂੰ, ਕਿਸੇ ਫੋਨ ਦੀ ਆਵਾਜ਼ ਨੂੰ। ਬੜਾ ਅਜੀਬ ਤਰ੍ਹਾਂ ਦਾ ਮਾਹੌਲ ਸੀ। ਤੇ ਉਹ ਮੈਂ ਲਿਖਿਆ ਸੀ ਚੁੱਪ ਦੀ ਬੁੱਕਲ ਵਿੱਚ ਬਿਤਾਏ 3 ਦਿਨ। ਉਹ ਬੜਾ ਗੁਜਰਾਤੀ 'ਚ ਵੀ ਅਨੁਵਾਦ ਕਰਕੇ ਉਹਨਾਂ ਨੇ ਛਾਪਿਆ ਸਿਲੇਬਸ ਵਾਸਤੇ। ਇੱਕ ਘਰ ਦੇ ਵਿੱਚ ਵੱਡੇ ਦਰਖਤ ਦੇ ਪਿੱਛੇ ਪਿਛਵਾੜੇ, ਇਕੱਲਤਾ ਦੇ ਮਾਰੇ, ਹੌਕਿਆਂ ਦੇ ਲੱਦੇ ਘਰ, ਇੱਕ ਪੰਛੀ ਕੁਰਲਾਇਆ ਤੇ ਉਡਾਰ ਮਾਰ ਕੇ ਉੱਡ ਗਿਆ। ਤੇ ਮੈਂ ਉਹਦੇ ਤੇ ਲਿਖਿਆ ਸੀ ਕਿ ਇਹ ਪੰਛੀ ਦਾ ਵਰਲਾਪ ਨਹੀਂ, ਇਹ ਮਨੁੱਖ ਦਾ ਵਰਲਾਪ ਹੈ। ਕਿ ਸੁੰਨੇ ਘਰਾਂ ਦੇ ਵਿੱਚ ਜਿੱਥੇ ਬੰਦਾ ਨਹੀਂ, ਉੱਥੇ ਪੰਛੀ ਵੀ ਨਹੀਂ ਰੁਕੇਗਾ। ਜੇ ਬਹੇਗਾ ਤਾਂ ਉਹ ਕੂਕੇਗਾ ਨਹੀਂ, ਗਾਏਗਾ ਨਹੀਂ, ਰੋਏਗਾ। ਇਹ ਕੁਦਰਤ ਦਾ ਨਿਯਮ ਹੈ। ਮਨੁੱਖ ਦੀ ਹਸਤੀ ਬਹੁਤ ਵਿਸ਼ਾਲ ਹੈ ਜੇ ਸਮਝੀਏ ਤਾਂ ਆਪਾਂ। ਤੇ ਜੀਵਨ ਬਹੁਤ ਇੱਕ ਵਰਦਾਨ ਹੈ। ਇੱਕੋ ਵਾਰੀ ਤੁਸੀਂ ਸੋਚ ਕੇ ਦੇਖੋ ਕਿ ਆਪਾਂ ਇੱਕੋ ਵਾਰੀ ਆਉਣਾ ਹੈ ਇਸ ਦੁਨੀਆ ਤੇ, ਮੁੜ ਕੇ ਆਉਣਾ ਹੀ ਨਹੀਂ। ਠੀਕ ਹੈ ਨਾ। ਇਸ ਸਮੇਂ ਦੌਰਾਨ ਜੇ ਅਸੀਂ ਕੋਈ ਚੰਗਾ ਕਰ ਜੀਏ, ਕੋਈ ਖਿਡਾਰੀ ਹੈ, ਕੋਈ ਲਿਖਾਰੀ ਹੈ, ਕੋਈ ਆਰਟਿਸਟ ਹੈ, ਕੋਈ ਸਮਾਜ ਸੇਵਕ ਹੈ, ਕੋਈ ਅਧਿਆਪਕ ਹੈ। ਹੁਣ ਤੱਕੜ ਸਾਹਿਬ ਕਰਕੇ ਤੁਹਾਡੇ ਸਾਰੇ ਅਧਿਆਪਕ ਬੈਠੇ ਹੈ। ਤੁਸੀਂ ਧੀਰ ਜੀ ਆਓਗੇ, ਯਾਦ ਕਰਦੇ ਹੋ ਤੇ ਬਾਅਦ 'ਚ ਵੀ ਯਾਦ ਕਰਿਆ ਕਰੋਗੇ ਕਿ ਸਾਹਮਣੇ ਫਲਾਣੇ ਅਧਿਆਪਕ ਸਾਨੂੰ ਪੜ੍ਹਾਉਂਦੇ ਰਹੇ। ਮੈਂ ਲੰਡਨ 'ਚ ਸੀ ਤੇ ਮੈਨੂੰ ਫੋਨ ਆਇਆ 20 ਸਾਲ ਬਾਅਦ। ਮੈਂ ਆਵਾਜ਼ ਸੁਣ ਗਿਆ ਸੀ ਤੇ ਮੇਰੇ ਅਧਿਆਪਕ ਆਪਣੇ ਬੱਚਿਆਂ ਕੋਲੇ ਰਿਟਾਇਰ ਹੋ ਕੇ ਚਲੇ ਗਏ। ਕਹਿੰਦੇ ਤੂੰ ਉਹੀ ਨਿੰਦਰ ਹੈ ਜਿਹੜਾ ਤੂੰ ਵੀ ਲੈ ਕੇ ਆਉਂਦਾ ਸੀ ਮਕਾਨੀ। ਕਹਿੰਦੇ ਮੈਂ ਟੀਵੀ ਤੇ ਦੇਖਿਆ ਬੇਟੇ ਤੂੰ ਪਾਰਲੀਮੈਂਟ 'ਚ ਤੂੰ ਵੀ ਵਜਾ ਰਿਹਾ ਸੀ ਲੰਡਨ। ਤੂੰ ਉਹੀ ਨਿੰਦਰ, ਤੂੰ ਛੇਤੀ ਆ, ਮੈਂ ਤੈਨੂੰ ਜੱਫੀ ਪਾ ਕੇ ਮਿਲਣਾ ਚਾਹੁੰਦੀ ਹਾਂ ਮੇਰੇ ਪੁੱਤਰ। ਇਹ ਪਲ ਹੋਣੇ ਚਾਹੀਦੇ। ਇੱਥੇ ਜਾ ਕੇ ਇੰਗਲੈਂਡ 'ਚ ਮੇਲ ਹੁੰਦਾ 20-25 ਸਾਲ ਬਾਅਦ। ਸੋ ਮੈਨੂੰ ਯਾਦ ਆਉਂਦਾ ਕਿ ਜੱਜ ਸਾਹਿਬ ਦੇ ਘਰੇ ਜਦੋਂ ਮੈਂ ਗੋਹਾ ਕੂੜਾ ਜਿਹਾ ਕਰਦਾ ਸੀ, ਉਹਨਾਂ ਦਾ ਹੱਥ ਨੇ ਰੋਟੀ ਖਾਣੀ ਹੁੰਦੀ ਸੀ। ਇਹ ਘਟਨਾ ਸੁਣਾ ਕੇ ਮੈਂ ਬਹਿ ਜਾਊਂਗਾ, ਫਿਰ ਤੁਸੀਂ ਸਵਾਲ ਜਵਾਬ ਕਰ ਲੈਣਾ। ਤਾਂ ਹੱਥ ਨੇ ਉਹਨਾਂ ਨੇ ਰੋਟੀ ਖਾਣੀ ਹੁੰਦੀ ਸੀ ਤੇ ਮੈਂ ਉੱਥੋਂ ਨਾ ਸਲਾਦ ਸਲੂਦ ਚੀਕ ਕੇ ਉਹਨੂੰ ਦੇ ਹੁੰਦਾ ਸੀ। ਬਹੁਤ ਪਰੇਸ਼ਾਨ ਸੀ ਉਹ ਆਤਮਾ। ਤੇ ਬਾਹਰ ਇੱਕ ਬੰਦਾ ਆਇਆ, ਉਹਨੇ ਬੈਲ ਮਾਰੀ। ਜੱਜਾਂ ਦੀਆਂ ਕੋਠੀਆਂ 'ਚ ਏਦਾਂ ਲੋਕ ਆਉਂਦੇ ਨਹੀਂ ਹੁੰਦੇ। ਸਿਵਲ ਦੇ ਪੁਲਿਸ ਦੇ ਲੋਕ ਜਾਂਦੇ ਆ ਕੰਮਾਂ ਨੂੰ, ਪਰ ਜੁਡੀਸ਼ੀਅਲ ਆਫੀਸਰ ਇੱਦਾਂ ਦੇ ਹੁੰਦੇ ਕਿ ਉਹਨਾਂ ਨਾਲ ਪਬਲਿਕ ਟੱਚ ਨਹੀਂ ਕਰ ਸਕਦੇ। ਈਵਨ ਕਿ ਆਫੀਸਰ ਵੀ ਸਿਵਲ ਦੇ ਉਹਨਾਂ ਦੇ ਘਰ ਨਹੀਂ ਜਾ ਸਕਦੇ। ਇੱਕ ਬੰਦਾ ਆਇਆ, ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਜੱਜ ਸਾਹਿਬ ਨੂੰ ਮਿਲਣਾ। ਮੈਂ ਕਿਹਾ ਤੁਸੀਂ ਕਿੱਥੋਂ ਆਏ? ਕਹਿੰਦਾ ਮੈਂ ਉਹਨਾਂ ਦਾ ਰਿਸ਼ਤੇਦਾਰ ਹਾਂ ਤੇ ਮੈਂ ਲੈਕਚਰਰ ਲੱਗਿਆ ਹੋਇਆ ਡੱਬ ਵਾਲੀ। ਮੈਂ ਕਿਹਾ ਸਾਰਾ ਕਹਿੰਦਾ ਹਾਂ। ਮੈਂ ਕਿਹਾ ਜੀ ਬਾਹਰ ਲੈਕਚਰਰ ਆ ਫਲਾਣਾ ਸਿੰਘ, ਜੋ ਡੱਬ ਵਾਲੀ ਹੈ ਲੱਗਾ ਹੋਇਆ, ਤੁਹਾਨੂੰ ਮਿਲਣਾ ਹੈ। ਉਹ ਕਹਿੰਦਾ ਇਹ ਕਿੱਥੋਂ ਆ ਗਿਆ? ਮੈਂ ਜੀ ਪਤਾ ਨਹੀਂ, ਝੋਲੇ ਝਾਲੇ ਜੇ ਉਹਦੇ ਕੋਲੇ ਕਈ ਖੜੇ ਹੋਏ। ਉਹ ਕਹਿੰਦਾ ਝੋਲੇ 'ਚ ਕੀ ਹੈ? ਮੈਂ ਕਿਹਾ ਜੀ ਮੈਂ ਕਿਹੜਾ ਫਰੋਲ ਕੇ ਆਇਆ। ਮੈਂ ਨਾ ਐਂ ਬੋਲਦਾ ਸੀ ਅੱਗੋਂ ਖਿੱਚ ਜਾਂਦਾ ਸੀ। ਜੇ ਉਹਨੇ ਕਹਿਣਾ ਵੀ ਕੋਈ ਬੌਕਰ ਨਹੀਂ ਮਾਰੀ, ਮੈਂ ਕਿਹਾ ਜੀ ਲੱਗੀ ਨਹੀਂ, ਪਤਾ ਨਹੀਂ ਤੁਸੀਂ ਤਾਂ ਨਹੀਂ ਵੇਖੀ ਕਿੱਥੇ ਪਈ ਹੈ। ਕਹਿੰਦਾ ਯਾਰ ਤੇਰਾ ਦਿਮਾਗ ਹੈ, ਮੈਂ ਬੌਕਰਾਂ ਦੀ ਰਾਖੀ ਕਰਦਾ? ਬੇਵਕੂਫ ਕਿਸੇ ਥਾਂ ਦਾ ਐਂ ਚਿੜ ਜਾਂਦਾ ਸੀ ਨਿਕਲੀ। ਮੈਂ ਕਿਹਾ ਜੀ ਮੈਂ ਕਿਹੜਾ ਝੋਲੇ ਖੋਲ ਕੇ ਦੇਖ ਲਈ। ਕਹਿੰਦਾ ਦੇਖੇ ਨਹੀਂ ਵੇਖਿਆ ਨਾ। ਮੈਂ ਕਿਹਾ ਜੀ ਮੈਂ ਹੁਣ ਦੇਖ ਲੈਣਾ ਜਾ ਕੇ, ਪਹਿਲਾਂ ਤੁਹਾਨੂੰ ਦੱਸ ਦੇਣਾ ਆ ਕੇ ਵੀ ਕੀ ਹੈ, ਚਾਦੂ ਕੇ ਕਹਿ ਦੇਣਾ ਹੈ। ਮੈਂ ਬੋਲਦਾ ਸੀ ਅੱਗੋਂ ਚਵੜ ਜਾ। ਤੇ ਮੈਂ ਫੇਰ ਗਿਆ, ਮੈਂ ਉਹਦੇ ਝੋਲੇ ਗਿਆ ਤਾਂ ਨਿਗਾਹ ਮਾਰ ਕੇ ਆ ਗਿਆ। ਫਿਰ ਆ ਕੇ ਆਖਿਆ ਸਰ ਉਹਦੇ 'ਚ ਤਾਂ ਖਾਸਾ ਕੁਛ ਲੱਗਦਾ। ਮੈਂ ਤਾਂ ਬੋਤਲ ਬਾਤਲਾਂ ਵੀ ਲੱਗਦੀ ਹੋਣੀ ਸ਼ਰਾਬ ਦੀਆਂ। ਮੈਂ ਕਿਹਾ ਚਲ ਗਿਫਟ ਹੀ ਲੈ ਕੇ ਆਇਆ ਹੋਊਗਾ, ਲਿਆ ਕਿੱਦਾਂ ਨੂੰ ਅੰਦਰ? ਮੈਨੂੰ ਅੰਦਰ ਲਿਆ ਲੈਕਚਰਰ ਸਾਹਿਬ। ਉਹ ਕਹਿੰਦਾ ਤੂੰ ਕਿੱਥੋਂ ਤੁਰਿਆ ਫਿਰਦਾ? ਕਹਿੰਦਾ ਸਾਹਿਬ ਇੱਥੋਂ ਹੀ ਲੰਘਿਆ ਸੀ, ਪਿੰਡ ਚੱਲਿਆ ਸੀ, ਕੱਲ ਨੂੰ ਪਿੰਡ ਜਾਣਾ ਸੀ। ਮੈਂ ਕਿਹਾ ਸਾਨੂੰ ਮਿਲ ਜਾਣਾ। ਕਹਿੰਦਾ ਕਾਹਦੇ ਤੇ? ਕਹਿੰਦਾ ਬੱਸ ਤੇ ਸੀ। ਕਹਿੰਦਾ ਆ ਕੀ ਚੱਕੀ ਫਿਰਦਾ? ਕਹਿੰਦਾ ਸਮਾਨ ਅੱਜ ਪਿੰਡ ਲੈ ਜਾਣਾ। ਉਹਨੇ ਆ ਗਿਆ ਇਹਦਾ ਪਿੰਡ 'ਚ ਜਾਣਾ, ਮੇਰੇ ਹੱਥ ਨਾਲ ਕੁਛ ਵੀ ਨਹੀਂ ਲਿਆ।
ਕਹਿੰਦਾ ਹੋਰ ਸੇਵਾ ਕੀ ਕਰੀਏ? ਉਹ ਪੈਗ ਪੀ ਰਹੇ ਸੀ, ਇੰਨਾ ਕੁ ਪਾਇਆ ਵਾ ਜਿੰਨਾ ਕੋ ਗਲਾਸ ਪਾਣੀ ਦਾ ਪਿਆ ਸੀ। ਉਹ ਪੀ ਰਹੇ ਸੀ ਤੇ ਉਹ ਕਹਿੰਦਾ ਐ ਕਰਕੇ ਝਾਕ ਕੇ ਕਹਿੰਦਾ ਜੀ ਜੋ ਤੁਸੀਂ ਪੀ ਰਹੇ ਹੋ ਹੀ ਕਰਦੇ। ਕਹਿੰਦਾ ਲਿਆ ਉਹਨਾਂ ਨੂੰ ਲਿਆ ਕੇ ਦਿੱਤਾ। ਉਹਨਾਂ ਗੱਲਾਂ ਕਰਦੇ ਖੁੱਲ ਗਏ ਖਾਸੇ। ਉਹ ਰੋਜ਼ ਹੀ ਆਉਣ ਲੱਗ ਗਿਆ, ਦੂਏ ਦਿਨ ਤੀਏ ਦਿਨ ਜੱਜ ਸਾਹਿਬ ਕੇ ਮੈਂ ਹੈਗੇ ਤੇ ਲਿਆਇਆ ਕੁਛ ਨਾ ਕਰੇ। ਉਹ ਪਹਿਲੇ ਦਿਨ ਮੈਂ ਝੋਲੇ ਚੱਕੀ ਫਿਰਦਾ ਸੀ, ਮੁੜ ਕੇ ਖਾਲੀ ਹੱਥ ਹੀ ਆ ਗਿਆ। ਤੇ ਉਹ ਨਾ ਜੱਜ ਸਾਹਿਬ ਜਦੋਂ ਮੈਨੂੰ ਹੁਣ ਖਤਮ ਕਰਦੇ ਆ, ਬਹੁਤ ਹੋ ਗਏ। ਜੱਜ ਸਾਹਿਬ ਜਦੋਂ ਘੂਰ ਘੱਪ ਕਰਦੇ ਸੀ ਨਾ ਵੀ ਤੂੰ ਆਹ ਨਹੀਂ ਕਰਦਾ ਉਹ ਨਹੀਂ ਕਰਦਾ, ਉਹ ਹਾਂ ਚ ਹਾਂ ਮਿਲਾਇਆ ਕਰੇ। ਤੱਕਰ ਸਾਹਿਬ ਨੂੰ ਹੀ ਮਤਲਬ ਜਿਵੇਂ ਉਹਨੂੰ ਐਪਰੀਸ਼ੀਏਟ ਵੀ ਵਾਹ ਪੂਰੀ ਬਹੁਤ ਅੱਛਾ ਵਾ, ਇਹ ਤਾਂ ਹੈ ਹੀ ਇਹ ਜਾ। ਇੱਕ ਦਿਨ ਉਹ ਕਹਿੰਦਾ ਛੇਤੀ ਮੂਲੀਆਂ ਚੀਜ਼, ਮੈਂ ਉੱਥੇ 2 ਮੂਲੀਆਂ ਪੱਟੀਆਂ ਧੋਤੀਆਂ ਮੈਂ ਉਹਦਾ ਪਲੇਟ 'ਚ ਪਾ ਕੇ ਰੱਖੀਆਂ, ਰੱਖ ਕੇ ਤੇ ਉਹ ਮੈਂ ਲੂਣ ਪਾਉਣਾ ਭੁੱਲ ਗਿਆ ਕਾਲੀ ਵੀ ਗਾਲਾਂ ਕੱਢੂਗੇ। ਤੇ ਉਹਨੇ ਜਦੋਂ ਚੁੱਕ ਕੇ ਖਾਧੀ ਕਹਿੰਦਾ ਲੂਣ ਹੈ ਨਹੀਂ। ਮੈਂ ਕਿਹਾ ਜੀ ਭੁੱਲ ਗਿਆ ਸੀ। ਕਹਿੰਦਾ ਮੈਂ ਤੈਨੂੰ ਬਣਾਉਣਾ ਬੰਦੇ ਦਾ ਪੁੱਤ ਭੁੱਲ ਗਿਆ ਸੀ। ਮੈਂ ਦਵਾ ਲੂਣ ਡੱਬੀ 'ਚ ਪਾਤਾ ਤੇ ਜ਼ਿਆਦਾ ਪੈ ਗਿਆ। ਜਦੋਂ ਫਿਰ ਓਏ ਇੰਨਾ ਪਾਤਾ ਤੂੰ? ਮੈਂ ਕਿਹਾ ਜੀ ਜੇ ਪਾਇਆ ਨਹੀਂ ਲੂਣ ਤੁਸੀਂ ਕਹਿੰਦੇ ਆ ਵੀ ਹੈ, ਤੇ ਜੇ ਲੂਣ ਪੈ ਗਿਆ ਤੇ ਤੁਸੀਂ ਹੁਣ ਮੈਨੂੰ ਆ ਗੱਲਾਂ ਕਰੀ ਜਾਂਦੇ। ਉਹ ਕਹਿੰਦਾ ਜੀ ਜੱਜ ਸਾਹਿਬ ਇਹ ਤਾਂ ਬੇਵਕੂਫ ਆ, ਇਹ ਤਾਂ ਬੇਵਕੂਫ ਆ, ਇਹ ਕਿੱਥੋਂ ਆ ਗਿਆ? ਜਾਓ ਜੀ ਆਓ ਗੱਲ ਕਰੇ। ਮੈਨੂੰ ਗੁੱਸਾ ਬਹੁਤ ਵੀ ਸੂਏ ਭੇਡ ਤੇ ਤਿੰਗੇ ਛਤਰਾ, ਇਹ ਘਰ ਆਪਣੇ ਆਸਾਨ ਹੈ ਵੀ ਜਾਂ ਛੱਜ ਤਾਂ ਬੋਲੇ ਛੰਨਣੀ ਤਾਂ ਬੋਲੇ ਵੀ ਮੈਂ ਉਹਦਾ ਨੌਕਰ ਹਾਂ, ਤੱਕਰ ਸਾਹਿਬ ਦਾ ਸੀਐਨ ਹੈ। ਇਹ ਤਾਂ ਮੈਨੂੰ ਕਹਿਣ ਇਹ ਕਿਉਂ ਕਹਿੰਦਾ ਕੁੜੀ ਤਾਂ ਅੱਜ ਆਇਆ, ਇਹ ਤਾਂ ਕੱਲ ਜਾਵੜੂਗਾ। ਬਹੁਤ ਮੇਰੇ ਮਨ 'ਚ ਜੋਸ਼ ਭਰਿਆ ਰੋਸ। ਸਮਾਂ ਬੀਤਿਆ, ਮੈਂ ਨੌਕਰੀ ਛੱਡੀ, ਲੇਖਕ ਬਣਿਆ, ਕਿਤਾਬਾਂ ਲਿਖੀਆਂ, ਇੱਧਰੋਂ ਉੱਧਰ ਭਗਾਈ ਕੀਤੀ। ਹੁਣ ਇੱਥੇ ਰੁਕ ਜਾਓ ਆ ਕੇ ਤੁਸੀਂ ਸਾਰੇ। ਇੱਕ ਹੁੰਦਾ ਸਮਾਂ, ਸਬੱਬ ਤੇ ਵਿਦਾ। ਸਬੱਬ ਇਹ ਹੈ ਕਿ ਤੱਕਰ ਸਾਹਿਬ ਤੇ ਪੂਰੀ ਸਾਹਿਬ ਨੇ ਆਪਾਂ ਇਕੱਠੇ ਕੀਤਾ। ਵਿਦਾ ਬਣੀ ਹੈ ਕਿ ਰੂਬਰੂ ਪ੍ਰੋਗਰਾਮ ਹੋ ਰਿਹਾ, ਤੇ ਸਮਾਂ ਹੈ ਦੁਪਹਿਰ ਦਾ। 3 ਚੀਜ਼ਾਂ ਇਕੱਠੀਆਂ ਹੋ ਗਈਆਂ। ਬੇੜੀ ਨੂੰ ਤਰਿੰਜਣੀ ਕੁੜੀਆਂ ਸਦਾ ਨਹੀਂ ਬਹਿਣਾ। ਅੱਜ ਆਪ ਮਿਲ ਕੇ ਅੱਜ ਆਪਾਂ ਬੈਠੇ, ਕੱਲ ਨੂੰ ਤੁਸੀਂ ਦੇਸ਼ਾਂ ਮੈਂ ਪਤਾ ਨਹੀਂ ਕਦੋਂ ਮਿਲਣਾ ਤੁਹਾਨੂੰ। ਠੀਕ, ਖੂਹ ਨੂੰ ਖੂਹ ਨਹੀਂ ਮਿਲ ਸਕਦਾ ਕਿਉਂਕਿ ਧਰਤੀ 'ਚ ਹੁੰਦਾ। ਬੰਦੇ ਨੂੰ ਬੰਦਾ ਫਿਰ ਕਦੇ ਕਿਸੇ ਬੋੜ ਤੇ ਵਲ ਪਾ ਕੇ ਮਿਲ ਛੱਡ ਗਿਆ, ਭੁੱਲ ਗਿਆ ਮੈਂ ਤਾਂ ਉਹਨਾਂ ਨੂੰ, ਲੈਕਚਰਾਰ ਸਾਹਿਬ ਨੂੰ। ਜੱਜ ਸਾਹਿਬ ਮਰ ਗਏ, ਜਿਹੜਿਆਂ ਦਾ ਸੁਰਗਾਂ 'ਚ ਵਾਸਾ, ਮੈਂ ਯਾਦ ਕਰਕੇ ਅੱਖਾਂ ਵੀ ਭਰ ਲੈਂਦਾ ਬਹੁਤ। ਇੱਕ ਦਿਨ ਨਾ ਮੈਨੂੰ ਚਿੱਠੀ ਆਈ ਸਰਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਵੱਲੋਂ ਕਿ ਇੰਨੀ ਤਰੀਕ ਨੂੰ ਫਲਾਣੇ ਸਕੂਲ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲੇ ਹੋਣਗੇ ਸਟੇਟ ਲੈਵਲ ਦੇ। ਉਹਨਾਂ ਮੁਕਾਬਲਿਆਂ ਦੇ ਵਿੱਚ ਲੋਕ ਗੀਤਾਂ ਦੀ ਜੱਜਮੈਂਟ ਤੁਸੀਂ ਕਰੋਗੇ, ਕਿਉਂਕਿ ਤੁਸੀਂ ਲੋਕ ਗੀਤਾਂ ਦੇ ਐਕਸਪਰਟ ਹੋ, ਤੁਸੀਂ ਕਿਤਾਬਾਂ ਲਿਖੀਆਂ। ਮੈਂ ਚਿੱਠੀ ਪੜ੍ਹੀ, ਫਿਰ ਮੈਂ ਸੋਚਿਆ ਵੀ ਮੈਂ ਤਾਂ ਅਰਦਲੀ ਹੁੰਦਾ ਸੀ, ਮੈਨੂੰ ਜੱਜ ਕਿਵੇਂ ਬਣਾਤਾ? ਨਾ ਮੇਰੇ ਕੋਲ ਟਾਈ ਹੈ ਨਾ ਕੋਟ ਹੈ। ਮੇਰਾ ਇੱਕ ਦੋਸਤ ਟੀਚਰ ਸੀ, ਉਹਨੇ ਮੈਨੂੰ ਕੋਟ ਪਵਾਤਾ, ਪੂਰਾ ਆ ਗਿਆ, ਤੇ ਉਹਦਾ ਟਾਈ ਵੀ ਲਾ ਦਿਆ। ਉਹਨੇ ਟਾਈ ਆਪੇ ਕੱਢ ਕੇ ਲਾਤੀ। ਮੈਂ ਸੱਚੀ ਮੁੱਚੀ ਜੱਜ ਜਾਂ ਫੀਲ ਕੀਤਾ। ਉਸੇ ਦੀ ਕਾਰ 'ਚ ਬਹਿ ਕੇ ਅਸੀਂ ਉਸ ਕਾਲਜ ਨੂੰ ਚਲੇ ਗਏ। ਤੇ ਪੁਲਿਸ ਮੇਰੇ ਮੁੱਖ ਮੰਤਰੀ ਸਾਹਿਬ ਚੀਫ ਗੈਸਟ, ਉਹਨਾਂ ਨੇ ਅਵਾਰਡ ਦੇਣੇ ਹੈਗੇ, ਤੇ ਹੈਲੀਕਾਪਟਰ ਤੋਂ ਉਧਰੋਂ ਹੈਲੀਕਾਪਟਰ ਗੂੰ ਕਰ ਰਿਹਾ, ਉਧਰੋਂ ਪੁਲਿਸ ਵਾਲੇ ਫਿਰੀ ਜਾਂਦੇ ਨੇ, ਉਧਰੋਂ ਮੇਰੇ ਨਾਲ ਦਾ ਟੀਚਰ ਤੇ ਅਸੀਂ ਨਾ ਕਾਰ ਪਾਰ ਕਰਕੇ ਅੰਦਰ ਨੂੰ ਪ੍ਰਵੇਸ਼ ਕੀਤਾ। ਅੰਦਰ ਨੂੰ ਪ੍ਰਵੇਸ਼ ਕਰਦਿਆਂ ਤੇ ਮੈਂ ਝਾਕਿਆ ਤੇ ਮੈਨੂੰ ਝੌਲਾ ਪਿਆ। ਝੌਲਾ ਪਤਾ ਕੀ ਹੁੰਦਾ? ਪਤਾ ਤੁਹਾਨੂੰ ਅੱਖਾਂ ਦਾ ਹਨਾ? ਹਾਂ, ਇੱਕ ਪੁਰਾਣੀ ਕੋਈ ਤਸਵੀਰ ਤੁਸੀਂ ਕਿਸੇ ਨੂੰ ਵੇਖਿਆ ਤੇ ਤੁਹਾਨੂੰ ਲੱਗਦਾ ਨਹੀਂ ਇਹੋ ਆ, ਤੁਹਾਨੂੰ ਲੱਗਦਾ ਹਾਂ ਨਹੀਂ ਉਹ ਹੀ ਆ, ਇਹ ਨਹੀਂ। ਇਸ ਤਰ੍ਹਾਂ ਦਾ ਝੌਲਾ ਵੀ ਆਪਾਂ ਤੱਕ ਤੇ ਪ੍ਰਤੱਖ ਰਲ ਗਏ। ਮੈਂ ਕਿਹਾ ਵੀ ਇਹ ਤਾਂ ਉਹ ਲੈਕਚਰਰ ਸਾਹਿਬ ਡੱਬ ਵਾਲੀ ਵਾਲੇ ਮਨ ਕਹੇ ਨਹੀਂ, ਪੈਰ ਕਹਿਣ ਤੁਰ ਮਨ ਕਹੇ ਖੜ, ਪੈਰ ਕਹਿਣ ਤੁਰ ਮਨ ਕਹੇ ਖੜ। ਫਿਰ ਮੈਂ ਖੜ ਗਿਆ ਤੇ ਮੈਂ ਉਹਦੇ ਕੋਲ ਗਿਆ, ਮੈਂ ਪੈਰੀਂ ਹੱਥ ਲਾਏ ਤੇ ਮੈਂ ਕਿਹਾ, ਮੇਰੇ ਮੂੰਹ ਨਿਕਲਣ ਲੱਗਿਆ ਵੀ ਖੜਾ ਰਿਹਾ ਬਾਲ ਮਾਸ ਬੱਤੀ ਹੋ ਕੇ ਮੇਲੇ ਨਹੀਂ ਨਿਕਲਿਆ। ਤੇ ਉਹਨਾਂ ਨੇ ਮੇਰੀ ਆਵਾਜ਼ ਪਛਾਣ ਲਈ। ਮੈਂ ਕਿਹਾ ਸਤਿ ਸ੍ਰੀ ਅਕਾਲ ਸਰ। ਕਹਿੰਦੇ ਉਹ ਤੂੰ, ਉਹ ਬੱਲੇ ਤੂੰ ਕਿੱਥੇ ਤੁਰਿਆ ਫਿਰਦਾ? ਉਹ ਤੂੰ ਤਾਂ ਬੜਾ ਨਿਕਲਿਆ ਫਿਰਦਾ। ਉਹ ਤੂੰ ਉੱਥੇ ਮੈਂ ਰੋਲਿਆ ਸੀ ਨਾ, ਨਾਕੀ ਵਰਦੀ ਪਾਈ ਸੀ, ਸਿਰ ਤੇ ਟੋਪੀ ਸੀ ਜਾਂ ਪਰਨਾ ਬੰਨ੍ਹਦਾ ਸੀ। ਉਹ ਮੈਂ ਤੇਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਫੋਟੋ ਵੇਖੀ ਸੀ। ਉਹ ਯਾਰ ਬੜੀ ਖੁਸ਼ੀ ਹੋਈ, ਤੂੰ ਤਾਂ ਬੜਾ ਨਿਕਲਿਆ ਫਿਰਦਾ। ਐਂ ਹੀ ਕਰੀ ਜਾਵੇ, ਨਿਕਲਿਆ ਫਿਰਦਾ। ਮੈਂ ਕਹਿਣ ਲੱਗਾ ਕਿ 2 ਮਿੱਟੀ ਦੇ ਬੁੱਕ ਭਰ ਕੇ ਮੇਰੇ ਸਿਰ 'ਚ ਪਾ ਦੇ, ਜੇ ਨਹੀਂ ਬਰਦਾਸ਼ਤ ਹੁੰਦਾ।
ਪਰ ਮੈਂ ਕਿਹਾ ਨਹੀਂ ਕਿ ਉਹ ਮੂਹਰੇ ਮੂਹਰੇ ਤੁਰ ਪਿਆ ਤੇ ਮੈਂ ਕਿ ਤੁਰ ਪਿਆ ਤੇ ਪ੍ਰਿੰਸੀਪਲ ਸਾਹਿਬ ਦੇ ਕਮਰੇ 'ਚ ਪਏ ਤੱਕੜ ਸਾਹਿਬ ਅੱਗੇ ਕੰਮ ਪ੍ਰਿੰਸੀਪਲ ਤੇ ਕਦੋਂ ਮੈਨੂੰ ਜਾਣਦੇ ਆ ਉਹ ਕਦੇ ਮਿਲੇ ਨਹੀਂ ਸੀ ਨਾ ਉਹਨੂੰ ਫੜਿਆ ਸੀ ਮਨਿੰਦਰ ਘੁਗਿਆਣ ਜਿਵੇਂ ਕੁੜੀ ਕਹਿੰਦਾ ਉਹ ਕਹਿੰਦੇ ਕੁੜੀ ਸੀਗੀ ਤੇ ਤੂੰ ਇੱਥੇ ਬੰਦੇ ਉਹ ਪ੍ਰਿੰਸੀਪਲ ਸਾਹਿਬ ਕਹਿੰਦਾ ਮੈਂ ਅੱਛਾ ਘੁਗਿਆਣੀ ਸਾਹਿਬ ਮੈਂ ਤਾਂ ਆਖਿਆ ਕਹਿੰਦੇ ਪੱਗ ਵਾਲੇ ਹੋਣਗੇ ਅੱਡੀ ਦੀ ਦਾੜੀ ਹੋਊਗੀ ਤੇ ਨਾ ਤੁਹਾਡਾ ਬਹੁਤ ਦਾ ਤੁਸੀਂ ਆਓ ਜਾਓ ਉਹ ਖੜਾ ਉਹਨੇ ਖੜਾ ਕਿਉਂ ਉਹਦਾ ਮੁੱਖ ਮੰਤਰੀ ਦਾ ਜਹਾਜ਼ ਆ ਰਿਹਾ ਤੇ ਖੜਾ ਜੱਜ ਸਾਹਿਬ ਆ ਕੇ ਪਾਣੀ ਲਿਆ ਤੇ ਉਹ ਕਰ ਉਹਦੀ ਡਿਊਟੀ ਲਾਈ ਸੀ ਲੈਕਚਰਰ ਦੀ ਵੀ ਜੱਜ ਸਾਹਿਬ ਦੀ ਸੇਵਾ ਤੂੰ ਕਰਨੀ ਹੈ ਕਾਜੂਆਂ ਨਾਲ ਤੇ ਚਾਹ ਨਾਲ ਸਾਰੀ ਉਹ ਖੜਾ ਹੈ ਉਹਨੇ ਕਾਜੂਆਂ ਦੀ ਪਲੇਟ ਮੇਰੇ ਕੋਲੇ ਕਰ ਰਿਹਾ ਲਓ ਘੁਗਿਆਣੀ ਸਾਹਿਬ ਤੁਸੀਂ ਲਓ ਮੈਂ ਉਹ ਐਂ ਕੀਤਾ ਨਾ ਸਿਰ ਨੇੜੇ ਕਰੋ ਮੂੰਹ ਦੇ ਉਹ ਵੇਖੇ ਪ੍ਰਿੰਸੀਪਲ ਜਿਹੜੇ ਪੁਰਾਣੇ ਜਾਣਦੇ ਹੋਣੇ ਉਹਨੇ ਮੇਰੇ ਕੀਤੀ ਮੈਂ ਕਿਹਾ ਜੀ ਸਰ ਇਹ ਕਾਜੂਆਂ ਦੇ ਪੀਸ ਮੈਨੂੰ ਜੱਜ ਸਾਹਿਬ ਦੀ ਕੋਠੀ 'ਚ ਨਿੱਕੇ ਨਿੱਕੇ ਬੋਲੀਆਂ ਦੇ ਪੀਸਾਂ ਦਾ ਝਲਕਾਰਾ ਦੇ ਰਹੇ ਆ ਫਿਰ ਨੂੰ ਉਹਨਾਂ ਦੀਆਂ ਪਾਣੀ ਆਇਆ ਪ੍ਰੋਗਰਾਮ ਮੁੱਕਿਆ ਤਾਂ ਜਦੋਂ ਕਾਰ ਤੋਂ ਛੱਡਣ ਆਏ ਰੋਟੀ ਖਾ ਕੇ ਤੇ ਜੱਫੀ ਪਾ ਕੇ ਇਹ ਕਿਹਾ ਕਿ ਛੋਟੇ ਵੀਰ ਤੇਰੇ ਨਾਲ ਕੀਤਾ ਵਿਵਹਾਰ ਮੈਨੂੰ ਸਾਰੀ ਉਮਰ ਪਛਤਾਉਂਦਾ ਰਹੂਗਾ ਜ਼ਿੰਦਗੀ 'ਚ ਕਦੇ ਵੀ ਏਦਾਂ ਦਾ ਵਰਤਾਓ ਨਾ ਕਰੋ ਕਿ ਤੁਹਾਨੂੰ ਪਛਤਾਵਾ ਹੋਵੇ ਕਿ ਉਹ ਬੰਦਾ ਜਿਹੜਾ ਬੈਠਾ ਜਾਂ ਖੜਾ ਹੈ ਜਾਂ ਆ ਰਿਹਾ ਹੈ ਮੈਂ ਉਹਦੇ ਨਾਲ ਕਿਸੇ ਮੋੜ ਤੇ ਆ ਕੇ ਆਹ ਵਿਵਹਾਰ ਕੀਤਾ ਸੀ ਤੁਹਾਨੂੰ ਪਛਤਾਉਣਾ ਪਵੇ ਤੇ ਅੱਜ ਉਹ ਕੈਨੇਡਾ 'ਚ ਸੈਟਲ ਹੈਗੇ ਆ ਲੈਕਚਰਰ ਸਾਹਿਬ ਤੇ ਮੈਂ ਜਦੋਂ ਵੀ ਕੈਨੇਡਾ ਜਾਣਾ ਉਹਨਾਂ ਦੇ ਘਰੇ ਜਾ ਕੇ ਆਉਣਾ ਸੋ ਇਹ ਦੋਸਤੋ ਪਿਆਰੇ ਵਿਦਿਆਰਥੀਓ ਮੇਰੀ ਉਹ ਭੈਣੋ ਵੀਰੋ ਆਦਰਯੋਗ ਅਧਿਆਪਕ ਸਾਥੀਓ ਕਿ ਕੁਝ ਜ਼ਿੰਦਗੀ ਦੀਆਂ ਘਟਨਾਵਾਂ ਤੇ ਗੱਲਾਂ ਬਾਤਾਂ ਮੈਂ ਪੇਸ਼ ਕੀਤੀਆਂ ਕਿ ਤੁਸੀਂ ਊਰਜਾ ਲੈਣੀ ਹੈ ਤੁਸੀਂ ਪ੍ਰੇਰਨਾ ਲੈਣੀ ਹੈ ਤੁਸੀਂ ਮੋਟੀਵੇਸ਼ਨ ਮੈਂ ਆਈਐਸ ਅਫਸਰਾਂ ਨੂੰ ਵੀ ਜਾਣਨਾ ਨਵੇਂ ਜਿਹੜੇ ਸਿਲੈਕਟ ਹੋ ਕੇ ਜੁਆਇਨ ਕਰਕੇ ਅੰਡਰ ਟ੍ਰੇਨਿੰਗ ਆਈਪੀਐਸ ਨੂੰ ਵੀ ਪੀਸੀਐਸ ਨੂੰ ਵੀ ਉੱਥੇ ਇਹੀ ਗੱਲਾਂ ਕਰੀਦੀਆਂ ਕਿ ਜ਼ਿੰਦਗੀ ਇੱਕ ਵਹਿਣ ਹੈ ਇੱਕ ਸੰਘਰਸ਼ ਹੈ ਇੱਕ ਪੂਜਾ ਹੈ ਇੱਕ ਇਬਾਦਤ ਹੈ ਜ਼ਿੰਦਗੀ ਇੱਕ ਤੜਪ ਹੈ ਇੱਕ ਜ਼ਿੰਦਗੀ ਤੜਪ ਦੇ ਨਾਲ ਸਕੂਨ ਵੀ ਹੈ ਜੇ ਤੁਸੀਂ ਲੈਣਾ ਚਾਹੋ ਤੁਰਦੇ ਰਹਿਣਾ ਆਪਣੀ ਮੰਜ਼ਿਲ ਤੇ ਪਾਂਧੀ ਬਣ ਕੇ ਕਦੇ ਨਾ ਖੜਿਓ ਮੰਜ਼ਿਲਾਂ ਤੁਹਾਡੇ ਕਦਮ ਚੁੰਮਣਗੀਆਂ ਥੈਂਕ ਯੂ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਿੰਦਰ ਘੁਗਿਆਣੀ ਜੀ ਤੁਸੀਂ ਬੜੀ ਦਿਲਚਸਪ ਸ਼ੈਲੀ ਦੇ ਨਾਲ ਆਪਣੇ ਕੀਮਤੀ ਵਿਚਾਰਾਂ ਨਾਲ ਸਾਡੇ ਵਿਦਿਆਰਥੀਆਂ ਨੂੰ ਨਿਵਾਜਿਆ ਸਾਨੂੰ ਆਸ ਹੈ ਕਿ ਸਾਡੇ ਵਿਦਿਆਰਥੀ ਤੁਹਾਡੇ ਬਹੁਤ ਕੀਮਤੀ ਵਿਚਾਰਾਂ ਤੋਂ ਲਾਭ ਉਠਾਉਣਗੇ ਇੱਕ ਵਿਦਿਆਰਥੀਆਂ ਨੂੰ ਧਿਆਨਿਤ ਜਾਣਕਾਰੀ ਹੈ ਕਿ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਪੁਸਤਕਾਂ ਜ਼ਰੂਰ ਖਰੀਦਣੀਆਂ ਕਿਉਂਕਿ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਦੀ ਜੋ ਪ੍ਰਦਰਸ਼ਨੀ ਲੱਗੀ ਹੈ ਤੇ ਇਹ ਬਹੁਤ ਜਾਇਜ਼ ਰੇਟ ਤੇ ਹੈ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਮਿਲ ਚੁੱਕੀ ਹੈ ਤੇ ਇਹ ਮੌਕਾ ਨਾ ਗਵਾਇਓ ਤੇ ਅੱਗੇ ਮੇਰੀ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਜਿਹੜੇ ਵਿਦਿਆਰਥੀ ਜਾ ਰਹੇ ਹੈ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਕੁਝ ਟਾਈਮ ਹੋਰ ਰੁਕੋ ਸ਼ਾਬਾਸ਼ ਕਈ ਵਾਰੀ ਨਾ ਗਲੂਕੋਜ਼ ਦੀ ਪੀਣ ਵਾਂਗੂ ਲੱਗਣ ਲੱਗ ਜਾਂਦਾ ਠੀਕ ਹੈ ਪਲੀਜ਼ ਆਰਾਮ ਨਾਲ ਬੈਠੋ ਥੋੜੀ ਦੇਰ ਰੁਕੋ ਜਿਨ੍ਹਾਂ ਵਿਦਿਆਰਥੀਆਂ ਦੇ ਪ੍ਰਸ਼ਨ ਹੈ ਕੋਈ ਕੁਐਸਚਨ ਹੈ ਤੇ ਤੁਸੀਂ ਘੁਗਿਆਣੀ ਸਾਹਿਬ ਨਾਲ ਸਾਂਝੇ ਕਰ ਸਕਦੇ ਹੋ ਦੱਸੋ ਬੇਟਾ ਸਰ ਵਿਦੇਸ਼ਾਂ ਦੇ ਵਿੱਚ ਤੁਸੀਂ ਪੰਜਾਬੀ ਉਹਨਾਂ ਨੇ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਭਾਵ ਪਾਇਆ ਭਾਸ਼ਾ ਦੇ ਧੰਨਾ ਸਿੰਘ ਕਿ ਕਹਿੰਦੇ ਵੀ ਪੰਜਾਬੀ ਭਾਸ਼ਾ ਤੇ ਚੰਗਾ ਮਾੜਾ ਅਸਰ ਦੇਸ਼ਾਂ ਦੇ ਲੋਕਾਂ ਨੇ ਪਾਇਆ ਦੋ ਗੱਲਾਂ ਭਾਸ਼ਾ ਸਦਾ ਜਿਉਂਦੀ ਰਹਿੰਦੀ ਹੈ ਜਿਹਦੇ ਲੋਕ ਬੜੇ ਜਿੰਦਾ ਜਨ ਹੁੰਦੇ ਆ ਸੂਰਬੀਰ ਹੁੰਦੇ ਆ ਪੰਜਾਬੀ ਭਾਸ਼ਾ ਸੂਰਬੀਰਾਂ ਦੀ ਭਾਸ਼ਾ ਹੈ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਸਰੂਪ ਵਿਗਾੜਿਆ ਨਹੀਂ ਹੈ ਕਿਉਂਕਿ ਮੈਂ ਤਾਂ ਜਾਣਨਾ ਉਹਨਾਂ ਲੋਕਾਂ ਨੂੰ ਵਾਬਸਤਗੀ ਹੈ 24 ਘੰਟੇ ਉਹ ਤਾਂ ਤਰਲੋ ਮੱਛੀ ਹੁੰਦੇ ਆ ਕਿ ਉਹਨਾਂ ਦਾ ਬੱਚਾ ਜਾਂ ਬੱਚੀ ਪੰਜਾਬੀ ਚ ਕਲਕਾਰੀ ਮਾਰੇ ਤਰਸਦੇ ਆ ਕੋਏ ਗਏ ਹਾਏ ਗਏ
ਬਾਈ ਕਹੇ, ਚਾਚਾ ਕਹੇ, ਤੇ ਉਹਨਾਂ ਲੋਕਾਂ ਨੇ ਹੁਣ ਵੱਡੇ ਤਰੱਕਤ ਕਰਕੇ ਉੱਥੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਸਤੇ ਸੈਂਟਰ ਖੋਲ੍ਹੇ ਆ। ਇੰਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਉਹ ਸੈਂਟਰਾਂ 'ਚ ਲਿਜਾ ਕੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਆ। ਔਰ ਉੱਥੇ ਰੇਡੀਓ, ਟੀਵੀ, ਅਖਬਾਰਾਂ, ਗੁਰੂ ਘਰ, ਪੰਜਾਬੀ ਸੈਂਟਰ ਤੇ ਮੀਡੀਆ ਪ੍ਰਚਲਨ ਨੇ ਪੰਜਾਬੀ ਦੇ ਵਿਕਾਸ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਪਾ ਰਹੇ ਆ। ਪੰਜਾਬੀ ਭਾਸ਼ਾ ਸਮੇਂ ਅਨੁਸਾਰ ਇਹਦਾ ਰੂਪ ਤੇ ਸਰੂਪ ਬਦਲਦਾ ਰਹਿੰਦਾ ਹੈ। ਵਿਗੜਦਾ ਕੁਛ ਨਹੀਂ ਹੁੰਦਾ, ਬਦਲਾਅ ਆਉਂਦਾ, ਉਹਨੂੰ ਅਸੀਂ ਵਿਗਾੜ 'ਚ ਲੈ ਲੈਂਦੇ ਹਾਂ। ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਕਿ ਜਦੋਂ ਇਹ ਤਿੰਨ ਚੀਜ਼ਾਂ ਨੋਟ ਕਰਿਓ, ਰਾਗ, ਚਿੱਤਰਕਾਰੀ ਤੇ ਕਵਿਤਾ, ਇਹ ਤਿੰਨ ਚੀਜ਼ਾਂ ਜਿਹੋ ਜਿਹਾ ਯੁੱਗ ਚੱਲਦਾ ਹੁੰਦਾ ਉਸ ਅਨੁਸਾਰ ਹੀ ਚੱਲਦੀਆਂ ਨੇ। ਪਾਉਣੀ ਤਾਂ ਅਸੀਂ ਜੀ ਤੇ ਗੱਲ ਅਸੀਂ ਫੁਲਕਾਰੀ ਤੇ ਘੱਗਰੇ ਦੀ ਤਾਂ ਉਦੋਂ ਹੀ ਕਰਾਂਗੇ ਜਦੋਂ ਫੁਲਕਾਰੀ ਘੱਗਰਾ ਸੀ, ਠੀਕ ਹੈ ਨਾ। ਹੁਣ ਅਸੀਂ ਠੰਡੇ ਕੋਰੇ ਕੁੱਜੇ ਘੜੇ ਦਾ ਪਾਣੀ ਤੇ ਫਰਿੱਜਾਂ ਸਾਡੇ ਕਮਰੇ ਜਿੱਤੀਆਂ ਸਾਡੇ ਘਰੇ ਪਈਆਂ, ਉਹ ਉਦੋਂ ਦੀਆਂ ਗੱਲਾਂ ਉਹਨਾਂ ਸਮਿਆਂ ਨੂੰ ਵੀ ਅਸੀਂ ਝੂਰਦੇ ਆ ਹੇਰ ਵਿੱਚ ਕਿ ਉਹ ਵੇਲੇ ਚੰਗੇ ਸੀ ਜਿਹੜੇ ਲੰਘ ਗਏ। ਇਸ ਕਰਕੇ ਬਦਲਦਾ ਰਹਿੰਦਾ ਛੋਟੇ ਜੀ ਸਾਰਾ ਕੁਝ। ਵਿਗਾੜ ਜਿਹੜਾ ਹੈ, ਬਦਲਾਅ ਆਉਂਦਾ ਹੈਗਾ, ਵਿਗਾੜ ਆਪੇ ਠੀਕ ਹੋ ਜਾਂਦਾ ਹੁੰਦਾ ਜਦੋਂ ਲੋਕ ਚਾਹੁੰਦੇ। ਅਗਲਾ ਸਵਾਲ ਉਹ ਇੰਡੀਆ ਕੀ ਕਰਦਾ, ਹੋਰ ਵੀ ਟਾਈਮ ਦੇ ਚੱਲ ਦੇ ਇੱਕ ਵਿਗਿਆਨੀ ਜਿਵੇਂ ਦੌਰ ਦਾ ਦੌਰ ਹੈ, ਜਿਵੇਂ ਆਪਣੀ ਕੰਪਿਊਟਰੀ ਯੁੱਗ ਹੋ ਗਈ, ਇੰਗਲਿਸ਼ ਹੋ ਸਾਰਾ ਕੋਈ ਉਹਨੇ ਭਾਸ਼ਾ ਦੀ ਕੀ ਅਸਰ ਕਦੀ ਵੀ ਨਹੀਂ ਹੁੰਦਾ। ਹੁਣ ਮੈਂ ਵੀ ਤਾਂ ਗੱਲਾਂ ਕਰਦਾ ਵਿੱਚ ਅੰਗਰੇਜ਼ੀ ਬੋਲ ਰਿਹਾ ਨਾ, ਇਹ ਇੱਕ ਕੁਦਰਤੀ ਵਰਤਾਰਾ ਹੈ। ਅਸੀਂ ਚੈੱਕ ਕਰਦੇ ਹਾਂ ਕਿ ਤੱਕੜ ਸਾਹਿਬ ਬੋਲ ਰਹੇ ਆ, ਇਹਨਾਂ ਦੀ ਭਾਸ਼ਾ ਤੋਂ ਕੁਝ ਲੈ ਲਾਂਗਾ, ਕੁੜੀ ਤੋਂ ਲੈ ਲਾਂਗਾ, ਤੁਹਾਡੇ ਤੋਂ ਲੈ ਲਾਂਗਾ। ਇਹ ਸ਼ਬਦਾਂ ਦਾ ਆਦਾਨ ਪ੍ਰਦਾਨ। ਜਦੋਂ ਮੈਂ ਕਿਹਾ ਮੈਂ ਇਹ ਵੀ ਕਹਿ ਸਕਦਾ ਜੀ ਮੈਂ ਬਹੁਤ ਰੁੱਝਿਆ, ਉੱਥੇ ਲੋਕ ਬਹੁਤ ਰੁੱਝੇ ਹੁੰਦੇ ਆ, ਹਨਾ, ਬਿਜ਼ੀ। ਹੁਣ ਤੁਸੀਂ ਟਰੈਕਟਰ ਅੰਗਰੇਜ਼ੀ ਦਾ ਸ਼ਬਦ ਹੈ, ਸਾਈਕਲ ਅੰਗਰੇਜ਼ੀ ਦਾ ਉਹਨੂੰ ਤੁਸੀਂ ਹੋਰ ਕਰ ਹੀ ਨਹੀਂ ਸਕਦੇ, ਉੱਥੇ ਤੁਸੀਂ ਇਹ ਸ਼ਬਦ ਹੀ ਵਰਤੋਗੇ ਨਾ। ਤੇ ਇਸ ਕਰਕੇ ਇਹ ਕੋਈ ਬਹੁਤੀ ਚਿੰਤਾ ਵਾਲੀ ਗੱਲ ਨਹੀਂ ਹੈਗੀ। ਹੁਣ ਤਾਂ ਸਾਡੇ ਬੇਬੇ ਬਾਪੂ ਵੀ ਇੱਥੇ ਬੈਠੇ ਘਰੇ ਉਧਰਲੇ ਬੱਚਿਆਂ ਨਾਲ ਵੀਡੀਓ ਕਾਲ ਕਰਦੇ ਆ ਨਾ, ਤਾਂ ਬੱਚੇ ਕਹਿੰਦੇ ਆ ਵੀ ਓਕੇ ਨੋ ਪ੍ਰੋਬਲਮ, ਜਾਂ ਕਹਿੰਦੇ ਸੌਰੀ ਐਕਸਕਿਊਜ਼ ਮੀ ਮਾਮ ਮੈਂ ਤਾਂ ਲੇਟ ਕਾਲ ਕਰਦੀ ਹਾਂ। ਉਹ ਫਿਰ ਸਾਡੇ ਬੇਬੇ ਬਾਪੂ ਵੀ ਪੋਤੇ ਦੀ ਭਾਸ਼ਾ ਪਿਕ ਕਰ ਲੈਂਦੇ ਆ। ਜਿਵੇਂ ਮੈਂ ਪਟਿਆਲੇ ਰਿਹਾ ਤਾਂ ਮੈਂ ਉੱਥੇ ਬੋਲਣ ਲੱਗ ਗਿਆ, ਨਾਲੇ ਕੇ ਗੱਲ ਤੂੰ ਵੇਖ ਜਾ ਇੱਧਰ ਆਹਾਂ ਉੱਧਰ ਆਹਾਂ, ਦੁਆਬੀ ਬੋਲੀ। ਜਾਂ ਜਲੰਧਰ ਰਿਹਾ ਤੇ ਦੁਆਬੀਆਂ ਦੀ ਬੋਲੀ ਪਿਕ ਕਰ ਲਈ। ਹੁਣ ਚੰਡੀਗੜ੍ਹ ਹੈ ਤੇ ਹੁਣ ਚੰਡੀਗੜ੍ਹ ਵਾਲਿਆਂ ਦੀ ਬੋਲੀ ਬੰਦਾ ਹਰ ਥਾਂ ਤੇ ਜਿੱਥੇ ਰਹੇਗਾ ਉਹਨੂੰ ਪਿਕ ਕਰਦਾ ਰਹੇਗਾ, ਵਿਗਾੜ ਬਦਲੂ ਆਪੇ ਠੀਕ ਹੋ ਜਾਂਦੇ। ਹੋਰ ਸਵਾਲ ਹਾਂਜੀ ਬੇਟੇ, ਸਿਰਫ ਸਾਹਿਤ ਕੀ ਹੈ? ਹੋਰ ਬਸ ਇਹੀ ਸ਼ਾਬਾਸ਼, ਬਹੁਤ ਅੱਛਾ, ਇੱਦਾਂ ਕਰਿਆ ਕਰੋ। ਸਾਹਿਤ ਜ਼ਿੰਦਗੀ ਨਾਲ ਪਿਆਰ ਕਰਨਾ, ਹਿੱਤ ਪਿਆਰ, ਜ਼ਿੰਦਗੀ ਨਾਲ, ਸਾਹਿਤ ਜ਼ਿੰਦਗੀ ਨਾਲ ਪਿਆਰ ਕਰਨਾ, ਇਹ ਅਰਬੀ ਦਾ ਸ਼ਬਦ ਹੈ। ਦੂਜੀ ਗੱਲ ਕਿ ਤੁਹਾਡੀ ਜ਼ਿੰਦਗੀ ਹੀ ਸਾਹਿਤ ਹੈ ਤੇ ਸਾਹਿਤ ਹੀ ਤੁਹਾਡੀ ਜ਼ਿੰਦਗੀ ਹੈ। ਕਿਸੇ ਨੇ ਪੁੱਛਿਆ ਕਿ ਜੀਵਨ ਕੀ ਹੈ, ਉਹ ਕਹਿੰਦਾ ਜੀਵਨ ਇੱਕ ਰੰਗਮੰਚ ਹੈ। ਕੁਲਵੀਰ ਬੈਠੇ ਹੈ ਮਲਕ ਜੀ, ਕਿ ਹਰ ਬੰਦਾ ਜ਼ਿੰਦਗੀ 'ਚ ਆਇਆ, ਰੰਗਮੰਚ ਦੇ ਉੱਤੇ, ਸਟੇਜ ਦੇ ਉੱਤੇ ਖੜਾ, ਉਹਨੇ ਆਪਣਾ ਪਾਰਟ ਪਲੇ ਕੀਤਾ ਤੇ ਥੱਲੇ ਉਤਰ ਗਿਆ। ਜਦੋਂ ਜੰਮਦਾ ਹੈ ਉਹ ਮੰਚ ਤੇ ਆ ਜਾਂਦਾ ਹੈ, ਜਦੋਂ ਮਰਦਾ ਮੰਚ ਤੋਂ ਉਤਰ ਜਾਂਦਾ। ਹਰ ਇੱਕ ਬੰਦਾ ਇੱਕ ਪਾਤਰ ਹੈ, ਇੱਕ ਕਰੈਕਟਰ ਹੈ, ਇੱਕ ਕਲਾਕਾਰ ਹੈ। ਇਵੇਂ ਹੀ ਜ਼ਿੰਦਗੀ ਸਾਡੀ ਸਾਹਿਤ ਹੈ, ਜੇ ਕੋਈ ਇਹਨੂੰ ਮੰਨਣਾ ਚਾਹੇ। ਹੋਰ ਕਿਸੇ ਦਾ ਸਵਾਲ ਨਹੀਂ। ਪੰਜਾਬੀ ਨੂੰ ਲਾਗੂ ਕਰਨ ਵਾਸਤੇ, ਇਹਦੇ ਵਾਸਤੇ ਫਿਕਰਮੰਦ ਵਿਦਿਆਰਥੀ ਵੀ ਹੈ, ਵਧੀਆ ਗੱਲ ਹੈ। ਕਿ ਸਾਡੇ ਲੇਖਕ ਵੀ ਹੈ, ਲੇਖਕ ਸਭਾਵਾਂ ਵੀ ਹੈ। ਹੁਣ ਤਾਂ ਇੰਨਾ ਸਾਡੇ ਕੋਲ ਆ ਗਿਆ ਇਹਦੇ ਉੱਤੇ ਕਿ ਤੁਹਾਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈਗੀ, ਠੀਕ ਹੈ। ਹੁਣ ਜੇ ਪੰਜਾਬੀ ਥਾਂ ਦੇ ਉੱਤੇ ਭਾਵੇਂ ਦਬਾਅ ਪਿਆ, ਜਦੋਂ ਕਿਤੇ ਕਰਨ ਲੱਗਦੇ ਆ ਉਦੋਂ ਨਾਲ ਹੀ ਰੌਲਾ ਪੈ ਜਾਂਦਾ। ਹਰ ਥਾਂ ਦੇ ਉੱਤੇ ਪੰਜਾਬੀ ਭਾਸ਼ਾ
ਹਰਿਆਣੇ ਦੇ ਵਿੱਚ ਦੂਜਾ ਦਰਜਾ ਦਿੱਤਾ, ਕੈਨੇਡਾ ਦੇ ਵਿੱਚ ਵੀ ਦੂਜਾ ਦਰਜਾ ਮਿਲਿਆ। ਪਤਾ ਤੁਹਾਨੂੰ? ਤਾੜੀ ਮਾਰੋ ਤਾਂ। ਨਿੱਕੇ ਨਿੱਕੇ ਸਿੰਗਰਾਂ ਦੇ ਨਾਲ ਨਿੱਕੇ ਨਿੱਕੇ ਜਿਹੜੇ ਅੱਗੇਲੇ ਕਦਮ ਹਨ ਉਹਨਾਂ ਪ੍ਰਤੀ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਉਸਤਾਦ ਜਮਲਾ ਜੀ ਲਿਖਦੇ ਸੀ, ਚੰਗਾ ਕੀਤਾ ਤੂੰ ਯਾਦ ਕਰਾਤਾ। ਬੋਲੀਏ ਪੰਜਾਬ ਦੀ ਜੁਗ ਜੁਗ ਜੀਂਦੀ ਰਾਹ, ਜੁਗ ਜੁਗ ਜੀਵੇ ਤੇਰਾ ਨਾਂ। ਨੀ ਬੋਲੀਏ ਜੁਗ ਜੁਗ ਜੀਵੇ ਤੇਰਾ ਨਾਂ। ਬੋਲੀਏ ਪੰਜਾਬ ਦੀ ਜੁਗ ਜੁਗ ਜੀਂਦੀ ਰਾਹ, ਜੁਗ ਜੁਗ ਜੀਵੇ ਤੇਰਾ ਨਾਂ। ਨੀ ਬੋਲੀਏ ਜੁਗ ਜੁਗ ਜੀਵੇ ਤੇਰਾ ਨਾਂ। ਹੋਰ ਭਾਵੇਂ ਰੁੱਖ ਤਾਂ ਬਥੇਰੇ ਇੱਥੇ ਹੋਣਗੇ, ਗੋੜ ਜੀ ਨਾ ਠੰਡੀ ਮਿੱਠੀ ਛਾਂ। ਬੋਲੀਏ ਗੋੜ ਜੀ ਨਾ ਠੰਡੀ ਮਿੱਠੀ ਛਾਂ। ਬੋਲੀਏ ਗੋੜ ਜੀ ਨਾ ਠੰਡੀ। ਹੋਰ ਕੋਈ ਸਵਾਲ? बहुत अच्छा। ये बहुत ਥਾਵਾਂ ਤੇ ਹੁੰਦਾ ਕਿ ਜਿਹੜਾ ਪੰਜਾਬੀ ਠੇਠ ਤੇ ਸ਼ੁੱਧ ਬੋਲਦਾ ਮੇਰੇ ਵਰਗਾ ਉਹ ਕਹਿੰਦੇ ਅਨਪੜ੍ਹ ਹੈ, ਪਰ ਉਹਨੂੰ ਅਨਪੜ੍ਹ ਖਵਾਉਣਾ ਚੰਗਾ ਲੱਗਦਾ। ਜਿਹੜੀ ਠੇਠ ਪੰਜਾਬੀ ਕਿਸੇ ਨੂੰ ਆਉਂਦੀ ਆ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੇ, ਕਿਉਂਕਿ ਉਹਦੇ ਅਧਿਆਪਕ ਤੇ ਉਹਦੇ ਮਾਪੇ ਭਾਗਾਂ ਵਾਲੇ ਆ ਨਾ ਕਿ ਉਹਨੂੰ ਠੇਠ ਪੰਜਾਬੀ 'ਚ ਉਹ ਪੜ੍ਹਾ ਰਹੇ ਆ ਤੇ ਸਿਖਾ ਰਹੇ ਆ। ਉਸੇ ਠੇਠ ਪੰਜਾਬੀ ਨੂੰ ਉਹ ਤਰਸ ਰਹੇ ਆ ਲੋਕ ਵੀ ਸਾਡਾ ਬੱਚਾ ਕੋਈ ਠੇਠ ਪੰਜਾਬੀ ਬੋਲੇ। ਉੱਥੇ ਕੋਈ ਠੇਠ ਪੰਜਾਬੀ ਬੋਲਣਾ ਉਹਨੂੰ ਬੰਦਾ ਮਿਲ ਜਾਏ ਨਾ ਪਾਰਕ 'ਚ ਕੋਈ ਬਜ਼ੁਰਗ ਬੇਬੇ ਬਾਪੂ, ਉਹਨੂੰ ਹੀ ਲੋਕ ਪਿਆਰ ਕਰਨ ਲੱਗ ਜਾਂਦੇ ਸਾਡੇ ਵੀ ਕਿੰਨੀ ਸੋਹਣੀ ਪੰਜਾਬੀ ਬੋਲਦੇ ਆ। ਇਸ ਕਰਕੇ ਨਾ ਜਿਹੜੇ ਯੂਜ਼ ਟੂ ਹੋ ਜਾਂਦੇ ਆ, ਜਿਵੇਂ ਮੈਂ ਹੁਣ ਕਿਹਾ ਤੁਹਾਨੂੰ ਹਨਾ, ਆਪਾਂ ਗੱਲ ਕਰਦੇ ਕਰਦੇ ਉਹ ਸ਼ਬਦ ਵਰਤਦੇ ਆ ਅੰਗਰੇਜ਼ੀ ਦੇ। ਇਹ ਕੋਈ ਭੈੜਾ ਨਹੀਂ ਹੈ। ਜਦੋਂ ਅਸੀਂ ਇਸ ਵਾਸਤੇ ਭਾਵ ਪਾਉਂਦੇ ਆ ਕਿ ਮੈਂ ਬਹੁਤ ਵੱਡਾ ਵਿਦਵਾਨ ਲੱਗਾ, ਇਹ ਤਾਂ ਅੰਗਰੇਜ਼ੀ ਬਹੁਤ ਆਉਂਦੀ ਹੈ, ਤਾਂ ਪੜ੍ਹੇ ਲਿਖੇ ਕਿਸੇ ਪਰਿਵਾਰ ਤੋਂ ਆਇਆ ਹੈਗਾ ਜਾਂ ਪੜ੍ਹੇ ਲਿਖੇ ਅਦਾਰੇ ਤੋਂ ਆਇਆ, ਉਹ ਪ੍ਰਭਾਵ ਤੁਹਾਡਾ ਉਦੋਂ ਹੀ ਮੰਦਾ ਪੈ ਜਾਂਦਾ ਹੈਗਾ। ਬਹੁਤ ਕੱਲ੍ਹ ਵੀ ਮੈਂ ਘਰੇ ਸੀ ਤੇ ਉਹ ਬੱਚੇ ਨੂੰ ਪੰਜਾਬੀ ਪਰਿਵਾਰ ਚੰਡੀਗੜ੍ਹ ਬਹੁਤ ਚੰਗਾ ਪੰਜਾਬੀ ਪਰਿਵਾਰ, ਪੰਜਾਬੀ ਲਿਖਣ ਪੜ੍ਹਨ ਵਾਲੇ, ਉਹ ਬੱਚਾ ਉਹਨਾਂ ਦਾ ਹਿੰਦੀ ਬੋਲ ਰਿਹਾ। ਮੈਂ ਕਿਹਾ ਇਹ ਕਿਉਂ? ਇਹ ਮੰਮੀ ਡੈਡੀ ਨਾਲ ਜ਼ਿਆਦਾ ਰਹਿੰਦਾ, ਮੰਮੀ ਡੈਡੀ ਇਹਦੇ ਇੰਜੀਨੀਅਰ ਹੈ, ਠੀਕ ਹੈ। ਉੱਥੇ ਦਾਦੇ ਦਾਦੀਆਂ ਤੇ ਨੂੰ ਪੋਤੇ ਪੋਤੀਆਂ ਨੂੰ ਮਾਂ ਪਿਓ ਉਹਨਾਂ ਨੂੰ ਤਾਂ ਛੱਡਦੇ ਆ ਵੀ ਇਹ ਦਾਦੇ ਦਾਦੀ ਦੀ ਬੋਲੀ ਪਿੱਕ ਕਰ ਲੈਣ, ਠੀਕ ਹੈ ਨਾ। ਕਈ ਚੀਜ਼ਾਂ ਰਲ ਗੱਡ ਹੋਈਆਂ ਨੇ ਇਸ ਵਰਤਾਰੇ ਦੇ ਵਿੱਚ, ਪਰ ਫਿਕਰਮੰਦ ਹੋਣਾ ਵੀ ਚਾਹੀਦਾ ਤੇ ਆਸਵਾਦੀ ਹੋਣਾ ਚਾਹੀਦਾ। ਹੋਰ ਕੋਈ ਸਵਾਲ? नहीं केस में रखे भी सी ना, केस इन्ने ਵੱਡੇ ਸੀ ਜੂੜੀ ਬਣ ਜਾਂਦੀ ਸੀ ਉਹਨਾਂ ਦੀ, ਰਬੜ ਚੜਾ ਦਿੰਦੀ ਸੀ ਬੀਬੀ ਤੇ ਮੈਂ ਪੱਗ ਬੰਨ ਲੈਂਦਾ ਸੀ। ਮਤਲਬ ਅਗਲਾ ਇਹ ਨਾ ਕਹੇ ਵੀ ਇਹ ਜੂੜੀ ਹੈ ਨਹੀਂ ਜੂੜਾ ਹੈ, ਨਿਕਲੇ ਜਵਾਬ ਜੂੜੀ ਹੋਊ ਟੋਕਰਾ ਰੱਖੋ ਜਾ। ਉਸ ਕਰਕੇ ਉਦੋਂ ਮੈਂ ਇਸ ਤਰ੍ਹਾਂ ਦਾੜੀ ਤਾਂ ਹੈ ਹੀ ਨਹੀਂ ਸੀ, ਉਹ ਦਾੜੀ ਨਹੀਂ ਸੀ, ਨਿੱਕਾ ਸੀ ਨਾ 9 ਸਾਲ 10 ਸਾਲ ਦਾ 11 ਸਾਲ। ਬਹੁਤ ਸਵਾਲ ਦਾੜੀ ਤਾਂ ਹੁਣੇ ਆਈ ਹੈ। ਹਾਂਜੀ ਪੱਛਮੀ ਸੱਭਿਆਚਾਰ ਦਾ ਬਹੁਤ ਰੌਲਾ ਪੈਂਦਾ ਵੀ ਇਹ ਗਾਇਕੀ ਜੀ ਸਾਡੀ ਆਪਣੀ ਕਰਤੀ ਹੈ, ਗੁੰਗੀ ਗੋਲੀ ਕਰਤੀ ਪੱਛਮੀ ਸੱਭਿਆਚਾਰ ਤੇ। ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਉਹਨਾਂ ਤੋਂ ਸਾਨੂੰ ਮਿਲੀਆਂ ਵੀ ਹੈ। ਜਦੋਂ ਯਾਰ ਅਸੀਂ ਲੰਡਨ ਤੋਂ ਇੱਥੇ ਆਵਾਂਗੇ, ਉੱਥੇ ਜਾਵਾਂਗੇ, ਗਲੋਬਲਾਈਜੇਸ਼ਨ ਜਿਹਨੂੰ ਕਹਿੰਦੇ ਆ, ਵਿਸ਼ਵ ਵਿਆਪੀ ਵਿਸ਼ਵੀਕਰਨ, ਔਖੇ ਸ਼ਬਦ ਹੈ ਵਿਦਵਾਨਾਂ ਵਾਲੇ, ਤੇ ਇਹ ਹੋ ਰਿਹਾ ਹੈ। ਉੱਧਰ ਜਾ ਰਹੇ, ਉੱਧਰੋਂ ਆ ਰਹੇ ਆ ਤੇ ਉੱਥੋਂ ਸਾਡੇ ਬੱਚੇ ਗੀਤ ਸੁਣ ਕੇ ਆ ਰਹੇ, ਇੱਥੇ ਹੀ ਗਾਉਣਗੇ ਹਨਾ। ਜਦੋਂ ਪੰਜਾਬੀ ਧੁਨਾਂ, ਗੋਰੇ ਪੰਜਾਬੀ ਧੁਨਾਂ ਤੇ ਨੱਚਣਗੇ, ਪੰਜਾਬੀ ਬੋਲ ਤਾਂ ਨਹੀਂ ਸਮਝ ਆਏਗਾ ਉਹਨੂੰ, ਥ੍ਰਿਲ ਬੀਟ ਜਿਹੜੀ ਉਹਦੀ ਹੈ ਉਹ ਸਮਝ ਆਏਗੀ, ਉਹ ਨੱਚੇਗਾ ਤਾਂ ਇਹ 'ਚ ਕੀ ਮਾੜਾ ਹੈਗਾ। ਪਰ ਜਦੋਂ ਉਹਦਾ ਸਰੂਪ ਵਿਗਾੜੇਗਾ, ਗੰਦੀ ਭਾਸ਼ਾ ਵਰਤੇਗਾ, ਉਦੋਂ ਤਕਲੀਫ ਹੁੰਦੀ ਹੈ। ਸੱਭਿਆਚਾਰਕ ਤੌਰ ਤੇ ਕਲਾਵਾਂ ਦਾ, ਬੋਲੀਆਂ ਦਾ, ਪਹਿਰਾਵੇ ਦਾ ਆਦਾਨ ਪ੍ਰਦਾਨ ਹੋਣਾ ਚੰਗੀ ਗੱਲ ਹੈ। ਇਸ ਵੇਲੇ ਪੰਜਾਬ ਇੱਕ ਹੱਬ ਬਣ ਰਿਹਾ। ਪੰਜਾਬ ਦੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਨਾ, ਅਸੀਂ ਨੈਗੇਟਿਵ ਸੋਚ ਰਹੇ ਹਾਂ। ਚਲੋ ਮੰਨ ਲਓ ਰੁਜ਼ਗਾਰ ਹੈ ਨਹੀਂ, ਚੱਲੇ ਜਾ ਰਹੇ ਆ, ਪਰ ਉਹ ਪੰਜਾਬ ਨਾਲੋਂ ਟੁੱਟਣਗੇ ਕਦੀ ਨਹੀਂ। ਉਹ ਵਿਆਹ ਕਰਾਉਣ ਵੀ ਇੱਥੇ ਆਉਣਗੇ, ਉਹ ਇੱਥੇ ਇਨਵੈਸਟਮੈਂਟ ਵੀ ਪਹਿਲੇ ਨੇ ਕੀਤੀ, ਇਨਵੈਸਟਮੈਂਟ ਵੀ ਕਰਨਗੇ, ਸਾਰਾ ਕੁਝ ਹੋਏਗਾ। ਪੰਜਾਬ ਇੱਕ
ਵਿਸ਼ਵ ਦਾ ਧੁਰਾ ਬਣ ਰਿਹਾ, ਜਿੱਥੇ ਲੋਕ ਇੱਧਰ ਆ ਕੇ ਆਪਣੀ ਆਂਦਰਾਂ ਨਾਲ, ਆਪਣੀ ਜ਼ਮੀਨ ਨਾਲ, ਆਪਣੀ ਮਿੱਟੀ ਨਾਲ ਮੁੜ ਜੁੜੇ ਰਹਿਣ ਵਾਸਤੇ ਪ੍ਰਯਾਸ ਤੇ ਯਤਨ ਕਰਦੇ ਰਹਿਣਗੇ। ਇਹ ਨਹੀਂ ਹੈ ਵੀ ਪੰਜਾਬ ਖਾਲੀ ਹੋ ਗਿਆ, ਪੰਜਾਬ ਕਦੇ ਖਾਲੀ ਹੋਣਾ ਹੀ ਨਹੀਂ, ਨਾ ਕਦੇ ਹੋਇਆ ਸੀ। ਜਦ ਜਾਂਦਾ ਬੱਚਾ ਜੋ ਸੈੱਟ ਜਿਹਾ ਹੋ ਜਾਂਦਾ, ਮੁੜ ਕੇ ਫੇਰ ਆ ਕੇ 2-3 ਮਹੀਨੇ ਮੰਮੀ ਡੈਡੀ ਕੋਲ ਬੈਠਾ ਰਹਿੰਦਾ। ਇਸ ਕਰਕੇ ਅਸੀਂ ਬੈਠੇ ਰਹਾਂਗੇ, ਕਿਤੇ ਨਹੀਂ ਜਾਣਾ। ਹੋਰ ਕੋਈ ਸਵਾਲ? ਇੱਕ ਸਵਾਲ ਹੀ ਮੈਂ ਬੱਚਿਆਂ ਵਾਸਤੇ, ਬੱਚਿਆਂ ਵੱਲੋਂ ਬਰਾੜ ਕਰਨਾ, ਸਾਹਿਬ, ਉਹ ਇਹ ਹੈ ਜੀ ਕਿ ਮਤਲਬ ਤੁਸੀਂ ਇੰਨੀ ਮਿਹਨਤ ਮਜ਼ਦੂਰੀ ਜਦੋਂ ਕਰਦੇ ਸੀ, ਉਦੋਂ ਵੀ ਆਪਦੇ ਪੜ੍ਹਨ ਲਿਖਣ ਵਾਸਤੇ ਜਿਹੜਾ ਉਹ ਸਮਾਂ ਕੱਢ ਲੈਂਦੇ ਸੀ। ਤੇ ਬੱਚਿਆਂ ਨੂੰ ਵੀ ਇਹ, ਸਾਡੇ ਬਹੁਤ ਸਾਰੇ ਬੱਚੇ ਉਹ ਜਿਹੜੇ ਬਹੁਤ ਮਿਹਨਤ ਕਰਦੇ ਆ, ਮਤਲਬ ਕਈ ਬੱਚੇ ਉਹ ਜਿਹੇ ਵੀ ਆ ਜਿਹੜੇ ਮੰਡੀ ਦੇ ਵਿੱਚ ਸੀਜ਼ਨ ਲਾਉਂਦੇ ਆ ਤੇ ਨਾਲ ਦੀ ਨਾਲ ਪੜ੍ਹਦੇ ਵੀ ਆ। ਮੈਂ ਉਹਨਾਂ ਬੱਚਿਆਂ ਵਾਸਤੇ ਇਹ ਸਵਾਲ ਕਰਨਾ ਚਾਹੁੰਦਾ ਕਿ ਉਹ ਤੁਸੀਂ ਉਹ ਸਮਾਂ ਕਿਵੇਂ ਕੱਢਦੇ ਸੀ ਤੇ ਉਹ ਕਿਵੇਂ ਕੱਢਣ, ਜਿਸ ਕਰਕੇ ਉਹਨਾਂ ਦੇ ਪੜ੍ਹਨ ਲਿਖਣ ਦੇ ਵਿੱਚ ਕੋਈ ਜਿਹੜੀ ਬਹੁਤ ਅੱਛਾ, ਬਹੁਤ ਅੱਛਾ। ਤੁਸੀਂ ਇੱਕ ਰੂਟੀਨ ਸ਼ਡਿਊਲ ਸੈਟਅਪ ਕਰੋ, ਜਿਹਨੂੰ ਕਹਿੰਦੇ ਆ ਨਿਤਾ ਪ੍ਰਤੀਦਰ ਜੀ। ਕਿ ਮੈਂ ਆਪਣੇ ਘਰ ਦੇ ਕੰਮ ਤੋਂ, ਆਪਣੇ ਮਾਂ ਪਿਓ ਦੇ ਨਾਲ ਜਿਹੜਾ ਕੰਮ, ਉਹਦੇ ਕੰਮ ਤੋਂ ਇਲਾਵਾ, ਸਕੂਲ ਦੇ ਕੰਮ ਤੋਂ ਇਲਾਵਾ ਆਪਣੇ ਵਾਸਤੇ ਕੁਝ ਪੜ੍ਹਨਾ ਵੀ ਹੈ। 24 ਘੰਟਿਆਂ 'ਚ ਜੇ ਅਸੀਂ 24 ਮਿੰਟ ਵੀ ਆਪਦੇ ਵਾਸਤੇ ਕੱਢ ਲਈਏ ਤਾਂ ਬਹੁਤ ਹੈ। ਤੁਸੀਂ, ਮੈਨੂੰ ਪਤਾ, ਮੈਂ ਤੁਹਾਡੇ ਮੱਥੇ ਦੇਖ ਰਿਹਾ, ਤੁਹਾਡੇ ਮਸਤਕ ਦੇਖ ਰਿਹਾ, ਤੁਹਾਡੇ ਚਿਹਰੇ ਦੇਖ ਰਿਹਾ, ਤੁਸੀਂ ਆਸ਼ਾਵਾਦੀ ਪਰਿਵਾਰਾਂ ਚੋਂ ਹੈ। ਤੁਸੀਂ ਉਹਨਾਂ ਪਰਿਵਾਰਾਂ ਚੋਂ ਹੈ ਜਿਨ੍ਹਾਂ ਦੇ ਮਾਂ ਪਿਓ ਲਗਾਤਾਰ ਮਿਹਨਤ ਕਰਦੇ ਆ, ਠੀਕ ਹੈ। ਆਮ ਦਰਮਿਆਨੇ ਕਿਸਾਨ ਪਰਿਵਾਰ, ਠੀਕ ਹੈ, ਜਿਨ੍ਹਾਂ ਦੀ ਬਹੁਤ ਸਮਾਜ ਨੂੰ ਲੋੜ ਹੈ, ਉਹਨਾਂ ਪਰਿਵਾਰਾਂ ਦੇ ਬੱਚੇ ਤੁਸੀਂ ਸਾਰੇ ਮੈਂ ਦੇਖ ਰਿਹਾ। ਖਾਸ ਕਰਕੇ ਕਿ ਤੁਹਾਡੀ ਮਿਹਨਤ, ਮਤਲਬ ਪਹਿਲਾਂ ਨਹੀਂ ਕਿਹਾ, ਤੁਹਾਨੂੰ ਅੰਗ ਸੰਗ ਲੈ ਕੇ ਚੱਲੇਗੀ। ਜੇ ਬੰਦਾ, ਮੈਂ ਇੱਕ ਗੱਲ ਤੁਹਾਨੂੰ ਕਹਿਣਾ, 24 ਘੰਟਿਆਂ 'ਚ 24 ਮਿੰਟ ਵੀ ਕਦੇ ਆਪਦੇ ਬਾਰੇ ਇਕੱਲਾ ਬਹਿ ਕੇ ਸੋਚ ਲੈ, ਜੀਵਨ ਕੀ ਹੈ, ਸੰਘਰਸ਼ ਕੀ ਹੈ, ਮਿਹਨਤ ਕੀ ਹੈ, ਮੇਰੇ ਮਾਂ ਪਿਓ ਕੀ ਹੈ, ਮੇਰਾ ਪਰਿਵਾਰ ਕੀ ਹੈ, ਸਿਸਟਮ ਕੀ ਹੈ, ਕਦੇ ਮੰਥਨ ਕਰਿਆ ਕਰੋ, ਪੜ੍ਹਿਆ ਕਰੋ। ਜਦੋਂ ਤੁਸੀਂ ਪੜ੍ਹਨ ਲੱਗ ਗਏ, ਕਿਤਾਬਾਂ ਦੀ ਉਂਗਲ ਫੜ ਲਈ, ਫਿਰ ਕਿਤਾਬਾਂ ਨੇ ਤੁਹਾਡੀ ਉਂਗਲ ਕਦੇ ਛੱਡਣੀ ਨਹੀਂ ਹੈ। ਮੈਂ 6-7 ਸਾਲ ਦਾ ਸੀ ਜਦੋਂ ਮੈਨੂੰ ਅਖਬਾਰਾਂ ਦੀ ਰੱਦੀ ਪੜ੍ਹਨ ਤੋਂ ਸਾਹਿਤ ਪੜ੍ਹਨ ਦਾ ਸ਼ੌਕ ਜਾਗਿਆ ਸੀ। ਹੁਣ ਇੰਨੇ ਰੁਝੇਵੇਂ ਹੈ, ਰਿਕਾਰਡਿੰਗਾਂ, TV, ਰੇਡੀਓ, ਸਫ਼ਰ, ਚੰਡੀਗੜ੍ਹ, ਮੀਟਿੰਗ, ਇੱਧਰ ਉੱਧਰ, ਨਵੀਆਂ ਕਿਤਾਬਾਂ ਰਿਵਾਇਜ਼ ਹੋ ਰਹੀਆਂ, ਕਾਲਮ ਲਿਖ ਕੇ ਭੇਜਣਾ, ਰਿਕਾਰਡਿੰਗ, ਦਿਨ ਭਰ ਦੇ ਰੁਝੇਵੇਂ ਹੈ। ਉਹਦੇ ਬਾਵਜੂਦ ਵੀ ਮੈਂ ਆਪਣੀ ਕੋਈ ਨਾ ਕੋਈ ਟੇਬਲ ਤੇ, ਆਪਣੇ ਸਰਾਣੇ, ਆਪਣੇ ਬੈਗ ਵਿੱਚ ਸਫ਼ਰ ਵਾਸਤੇ ਕੋਈ ਨਾ ਕੋਈ ਕਿਤਾਬ ਰੱਖਦਾ, ਉਹਨੂੰ ਪੜ੍ਹਦਾ ਤੇ ਦੁਨੀਆ ਲਿਖੀ ਹੁੰਦੀ ਉਹਦੇ ਨਾਲ ਸੰਪਰਕ ਵਿੱਚ ਰਹਿੰਦਾ। ਤੁਸੀਂ ਜੋ ਕਿਤਾਬਾਂ ਪੜ੍ਹ ਕੇ, ਰਚਨਾਵਾਂ ਪੜ੍ਹ ਕੇ ਲੋਕਾਂ ਦੇ ਸੰਪਰਕ 'ਚ ਆਓਗੇ, ਲੋਕਾਂ ਨੂੰ ਐਪਰੀਸ਼ੀਏਟ ਕਰੋਗੇ, ਤਾਂ ਤੁਹਾਨੂੰ ਵੀ ਚੰਗਾ ਲੱਗੇਗਾ, ਲੋਕ ਉਹਨਾਂ ਦੇਖਣ ਵਾਲਿਆਂ ਨੂੰ ਵੀ ਚੰਗਾ ਲੱਗੇਗਾ। ਉਹ ਕੋਈ ਸਵਾਲ ਉੱਚੀ ਬੇਟੇ, ਵਾਰਤਕ ਕੀ ਹੈ? ਜਿਹੜੀ ਆਪਾਂ ਗੱਲ ਕਰਦੇ ਹਾਂ, ਵਾਰਤਕ ਕੀ ਹੈ? ਵਾਰਤਕ ਬਣ ਗਈ। ਗੱਲ ਇਹ ਹੈ ਕਿ ਤੁਸੀਂ ਸਾਰੇ ਲੇਖਕ ਹੋ। ਬਰਾੜ ਸਾਹਿਬ ਨੇ ਸਵਾਲ ਜਿਹੜਾ ਕੀਤਾ, ਉਹਦੇ ਵਿੱਚ ਇੱਕ ਨਾਲ ਕੜੀ ਜੋੜਦਾ ਕਿ ਤੁਸੀਂ ਸਾਰੇ ਲੇਖਕ ਹੋ। ਤੁਸੀਂ ਕੋਈ ਦੱਬ ਕੇ ਬੈਠੇ ਰਹਿੰਦੇ ਹੋ, ਜਿਹੜਾ ਲੇਖਕ ਦਾ ਲੇਖਕ ਬਣ ਜਾਂਦਾ, ਜਿਹਨੇ ਨਹੀਂ ਲਿਖਿਆ ਉਹ ਇੱਕ ਇਨਸਾਨ ਹੈ ਨਾ। ਲਿਖਿਆ ਕਰੋ। ਫਾਰ ਐਗਜ਼ਾਮਪਲ, ਉਦਾਹਰਨ ਦੇ ਤੌਰ ਤੇ ਡਾਇਰੀ ਦਾ ਪੰਨਾ ਲਿਖਿਆ ਕਰੋ। ਡਾਇਰੀ ਤੋਂ ਲੋਕਾਂ ਨੇ ਸ਼ੁਰੂ ਕੀਤੀ, ਪ੍ਰਿੰਸੀਪਲ ਸਾਹਿਬ ਨੇ ਪੜ੍ਹਿਆ ਬਹੁਤ, ਇਹਨਾਂ ਨੇ, ਅਸੀਂ ਤਾਂ ਛੋਟੇ ਭਰਾ ਇਹਨਾਂ ਦੇ, ਡਾਇਰੀ ਤੋਂ ਸ਼ੁਰੂ ਕੀਤਾ ਲੋਕਾਂ ਨੇ ਲਿਖਣਾ, ਔਰ ਡਾਇਰੀ ਲਿਖਦੇ ਬਣੇ ਕਿ ਅੱਜ ਮੈਂ ਸਾਡੇ ਕਾਲਜ ਨੂੰ ਰੁਝਾਨ ਵੀ ਆਇਆ ਸੀ, ਇੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਇਆ, ਇੰਨੇ ਵਜੇ ਮੁੱਕਿਆ। ਸਾਡੇ ਪ੍ਰਿੰਸੀਪਲ ਸਾਹਿਬ ਨੇ ਇੱਦਾਂ ਬੋਲਿਆ, ਪੂਰੀ ਜੀ ਆਏ, ਤੇ ਉਹ ਜਿੱਦਾਂ ਰੁਝਾਨ ਜੀ ਨੇ ਆਹ 2-4 ਗੱਲਾਂ ਕੀਤੀਆਂ ਸੀ, ਉਹ ਡਾਇਰੀ 'ਚ ਡੇਟ ਪਾ ਲਓ, ਸਮਾਂ ਪਾ ਲਓ, ਇੱਕ ਇਤਿਹਾਸ ਬਣ ਜਾਏਗਾ। ਹੁਣ ਤੱਕ ਦੀ ਡਾਇਰੀ ਪੜ੍ਹੇ ਵੱਡੇ ਲੇਖਕਾਂ ਦੀ ਤਾਂ ਹਿਸਟਰੀ ਬਣ ਗਈ। ਡਾਇਰੀ ਜ਼ਰੂਰ ਲਿਖਿਆ ਕਰੋ। ਡਾਇਰੀ ਲਿਖੋਗੇ ਤਾਂ ਉਹ 20 ਸਾਲ ਬਾਅਦ ਤੁਸੀਂ ਜਦੋਂ ਖੋਲੋਗੇ ਉਹਨੂੰ, ਤੇ ਤੁਹਾਨੂੰ ਅਤੀਤ, ਤੁਹਾਨੂੰ ਬਚਪਨ, ਤੁਹਾਨੂੰ ਆਹ ਸਮਾਂ ਯਾਦ ਆਊਗਾ। ਠੀਕ ਹੈ, ਡਾਇਰੀ ਜ਼ਰੂਰ ਲਿਖਿਆ ਕਰੋ। ਹੋਰ ਸਵਾਲ? ਨਹੀਂ, ਇਹ ਕਹਿੰਦੇ ਵੀ ਮੇਰੇ ਖਿਆਲ ਤੋਂ ਕੋਈ ਪ੍ਰੋਫੈਸ਼ਨਲ ਜੌਬਸ ਦੀਆਂ ਜਦੋਂ ਅਸੀਂ ਦਿੱਲੀ ਜਾਵਾਂਗੇ ਤਾਂ ਹਿੰਦੀ ਬੋਲਣੀ ਪੈਣੀ ਹੈ ਨਾ। ਚੰਡੀਗੜ੍ਹ ਵੀ ਕੁਝ ਵਿਭਾਗ ਹੈ, ਜੇ ਕੋਈ ਇੰਟਰਵਿਊ ਦੇਵਾਂਗੇ ਤਾਂ ਹਿੰਦੀ ਬੋਲਣੀ ਪੈਣੀ ਹੈ। ਜਦੋਂ ਪੰਜਾਬ ਤੋਂ ਸਿੱਖਿਆ ਬੋਰਡ 'ਚ ਜਾਓਗੇ ਉਦੋਂ ਤਾਂ ਪੰਜਾਬੀ ਬੋਲਾਂਗੇ ਆਪਾਂ।
ਠੀਕ ਹੈ ਨਾ। ਜਦੋਂ ਦਿੱਲੀ ਚਿੱਠੀ ਵੀ ਆਦਾਨ ਪ੍ਰਦਾਨ ਕਰਾਂਗੇ ਤਾਂ ਉਹ ਚਿੱਠੀ ਸਾਡੀ ਅੰਗਰੇਜ਼ੀ ਚ ਜਾਊਗੀ, ਇਹ ਕੁਦਰਤੀ ਆ। ਜੋ ਪੰਜਾਬੀ ਜਾਊਗੀ ਉਹਨਾਂ ਨੂੰ ਪੜ੍ਹੀ ਨਹੀਂ ਜਾਣੀ ਹੈ। ਇਸ ਕਰਕੇ ਭਾਸ਼ਾਵਾਂ ਦਾ ਸਾਰੀਆਂ ਦਾ ਗਿਆਨ ਵੱਧ ਤੋਂ ਵੱਧ ਲਓ। ਜਿੱਥੇ ਵੀ ਤੁਸੀਂ ਜਿਹੜੀ ਭਾਸ਼ਾ ਦਾ ਇਸਤੇਮਾਲ ਕਰਨਾ ਪੈ ਰਿਹਾ ਉਹ ਕਰੋ, ਪਰ ਪੰਜਾਬ 'ਚ ਪੰਜਾਬੀ ਨੂੰ ਕਦੇ ਨਾ ਭੁੱਲੋ। ਹੋਰ ਕੋਈ ਸਵਾਲ? ਹਾਂਜੀ, ਲਾਸਟ ਸਵਾਲ ਜੀ ਤੁਹਾਡਾ ਦੁਬਾਰਾ। ਹਾਂਜੀ ਸਰ ਮੇਰਾ ਸੰਗਤ ਦਾ ਇੰਟਰਵਿਊ ਦੇਖਿਆ ਸੀਗਾ YouTube ਤੇ, ਉਹਦੇ ਵਿੱਚ ਤੁਸੀਂ ਦੱਸਿਆ ਸੀਗਾ ਵੀ ਪੀਸੀ ਤੇ ਚੜ੍ਹਨਾ ਬਹੁਤ ਹੈਗਾ ਤੇ ਪਰ ਉੱਤੇ ਖੜੇ ਰਹਿਣਾ ਮੁਸ਼ਕਿਲ ਆ, ਉਹਦਾ ਅਸਰ। ਆਖਰੀ ਸੀਗਾ ਇਹ, ਤੇ ਇਸ ਤੋਂ ਬਾਅਦ ਮੇਰਾ ਖਿਆਲ ਗੱਲ ਕਰਨੀ ਬੰਦ ਹੀ ਨਹੀਂ। ਹਰ ਬੰਦਾ ਮੁਕਾਮ ਮਿਹਨਤ ਹਾਸਲ ਕਰਦਾ ਹੈ। ਤੁਸੀਂ ਮੇਰੀਆਂ ਗੱਲਾਂ ਸੁਣ ਕੇ ਇਹ ਵੀ ਨਾ ਸੋਚੋ ਕਿ ਪਤਾ ਨਹੀਂ ਕੀ ਅਫਲਾਤੂਨ, ਕੁਛ ਵੀ ਨਹੀਂ ਹੈ। ਗੱਲਾਂ ਹੀ ਸੁਣਾਈਆਂ ਤੁਹਾਨੂੰ ਮੈਂ, ਪਰ ਮਿਹਨਤ ਕੀਤੀ ਹੈ ਤੇ ਮਿਹਨਤ ਮੈਂ ਕਰਦਾ ਰਹੂੰਗਾ। ਠੀਕ ਹੈ। ਇਹ ਟੀਸੀ ਪਾਉਣੀ ਬਹੁਤ ਔਖਾ। ਟੀਸੀ ਪਾ ਵੀ ਲੈਂਦਾ ਬੰਦਾ, ਮੰਜ਼ਲ ਤੇ ਚੜ੍ਹਨਾ ਸੌਖਾ, ਉੱਤੇ ਟਿਕੇ ਰਹਿਣਾ ਬਹੁਤ ਔਖਾ। ਉਹਦੀ ਲਗਾਤਾਰਤਾ, ਉਹਦੀ ਨਿਰੰਤਰਤਾ, ਉਹਦੀ ਗਤੀਸ਼ੀਲਤਾ, ਇਹ ਤਿੰਨ ਚੀਜ਼ਾਂ ਨੂੰ ਸਟੇਬਲ ਰੱਖਣਾ ਬਹੁਤ ਔਖਾ ਹੈ। ਇਸ ਲਈ ਤੁਸੀਂ ਸਾਰੇ ਮੰਜ਼ਿਲਾਂ ਤੇ ਪਹੁੰਚੋ, ਤਰੱਕੀਆਂ ਕਰੋ। ਥੈਂਕ ਯੂ। ਸਰ ਮੇਰਾ ਮਨਜੀਤ ਸਰ ਨਾਲ ਇੱਕ ਸਵਾਲ ਸੀਗਾ। ਕੁਝ ਤਿੜਕਿਆ ਤਾਂ ਹੈ, ਤੁਹਾਡੀ ਜਿਹੜੀ ਪੁਸਤਕ ਹੈ ਸਰ ਉਹ ਬਹੁਤ ਚਰਚਿਤ ਹੋਈ ਹੈ, ਤੇ ਤੁਹਾਡੀ ਅਗਲੀ ਪੁਸਤਕ ਕਿਹੜੀ ਆ ਰਹੀ ਹੈ ਸਰ? ਇਹ ਅਜੇ ਨਾਂ ਰੱਖਣਾ ਹੈ, ਕਵਿਤਾ ਇਕੱਠੀਆਂ ਕਰਨੀਆਂ। ਬੱਚੇ ਇਸ ਮਾਮਲੇ 'ਚ ਨਾ ਸਿੱਧਾ ਜਿਹਾ ਆਨਸਰ ਇਹ ਆ ਵੀ ਮੈਨੂੰ ਤਾਂ ਨਾ ਕੁਝ ਤੜਕਿਆ ਤਾਂ ਹੈ ਦਾ ਵੀ ਨਹੀਂ ਪਤਾ ਸੀ ਵੀ ਕਦੋਂ ਆਈ ਜਾਵੇ, ਹੈ ਨਾ। ਤੇ ਮੈਨੂੰ ਅਗਲੀ ਦਾ ਵੀ ਕੋਈ ਪਤਾ ਨਹੀਂ ਵੀ ਕਦੋਂ ਆਉਣੀ ਹੈ, ਤੇ ਨਾ ਹੀ ਮੈਨੂੰ ਉਹਦਾ ਨਾਮ ਪਤਾ। ਠੀਕ ਹੈ। ਇੱਕ ਵਾਰੀ ਨਾ ਇੱਕ ਅੰਗਰੇਜ਼ੀ ਦਾ ਪੋਇਟ ਸੀ ਸਾਡਾ, ਰਾਬਰਟ ਬਰਾਊਨਿੰਗ। ਉਹਨੇ ਕੋਈ ਕਵਿਤਾ ਲਿਖੀ ਤੇ ਉਹ ਕਿਸੇ ਪਾਠਕ ਨੂੰ ਸਮਝ ਨਹੀਂ ਆਈ। ਉਹਨੇ ਪੁੱਛਿਆ ਉਹਨੂੰ ਵੀ ਇਹਦਾ ਅਰਥ ਕੀ ਹੈ। ਉਹ ਕਹਿੰਦਾ ਯਾਰ ਜਦੋਂ ਮੈਂ ਲਿਖੀ ਸੀ ਨਾ ਉਦੋਂ ਇਹਦਾ ਅਰਥ ਦੋ ਬੰਦੇ ਜਾਣਦੇ ਸੀਗੇ, ਇੱਕ ਤਾਂ ਮੈਂ ਜਾਣਦਾ ਸੀਗਾ ਤੇ ਦੂਸਰਾ ਮੇਰਾ ਇਸ਼ਕ ਜਾਂ ਮੇਰਾ ਰੱਬ ਜਾਣਦਾ ਸੀ। ਤੇ ਕਹਿੰਦਾ ਮੈਂ ਤਾਂ ਯਾਰ ਕਮਲਾ ਜਿਹਾ ਬੰਦਾ, ਮੈਂ ਤਾਂ ਨਾ ਮਹੀਨੇ ਕੁ ਬਾਅਦ ਭੁੱਲ ਗਿਆ ਸੀ ਤੇ ਹੁਣ ਮੇਰੇ ਰੱਬ ਨੂੰ ਪਤਾ। ਉਹ ਮਤਲਬ ਉਹਦੇ ਕਹਿਣ ਦਾ ਮਤਲਬ ਸੀ ਕਵੀ ਲੋਕਾਂ ਨੂੰ ਅਰਥ ਥੋੜੀ ਦੱਸਦਾ ਫਿਰਦਾ ਹੁੰਦਾ ਕਵਿਤਾ ਦੇ। ਸੋ ਮੈਨੂੰ ਨਹੀਂ ਪਤਾ ਕਿ ਭਾਈ ਕਦੋਂ ਆਉਣੀ ਹੈ, ਹਨਾ। ਨਾ ਮੈਨੂੰ ਇਹ ਪਤਾ ਵੀ ਮੈਂ ਅਗਲੀ ਕਵਿਤਾ ਲਿਖੂੰਗਾ ਵੀ ਕਿ ਨਹੀਂ ਲਿਖੂੰਗਾ। ਇਹ ਤਾਂ ਬਖਸ਼ਿਸ਼ ਹੈ ਨਾ। ਬਹੁਤ ਸਵਾਲ ਮੈਨੂੰ ਇੱਕ ਵਾਰੀ ਕਿਸੇ ਨੇ ਇੰਟਰਵਿਊ 'ਚ ਇਹ ਸਵਾਲ ਵੀ ਕੀਤਾ ਸੀ ਵੀ ਸਰ ਜੇ ਤੁਹਾਡੇ ਸਾਹਮਣੇ ਵੀ ਆਹ ਸਿਚੁਏਸ਼ਨ ਹੋ ਜਾਏ ਵੀ ਫਿਰ ਤੁਸੀਂ ਕੀ ਕਰੋਗੇ। ਮੈਂ ਕਿਹਾ ਜੀ ਮੈਨੂੰ ਕੀ ਪਤਾ, ਜਦੋਂ ਮੇਰੇ ਸਾਹਮਣੇ ਸਿਚੁਏਸ਼ਨ ਬਣੂਗੀ ਹੈ ਨਾ ਉਦੋਂ ਮੈਂ ਹੁਣ ਕੀ ਕਰਦਾ, ਮੈਂ ਪਹਿਲਾਂ ਹੀ ਐਵੇਂ ਸਟੇਟਮੈਂਟ ਦੇ ਦਾਂ ਮੁੜ ਕੇ ਹੋਵੇ ਨਾ ਮੌਕੇ ਤੇ, ਹੈ ਨਾ। ਮੈਨੂੰ ਨਹੀਂ ਪਤਾ ਗਾ, ਜਦੋਂ ਕਿਤੇ ਬਣੂਗੀ ਉਦੋਂ ਪਤਾ ਲੱਗੂਗਾ। ਉਹ ਗਜ਼ਲ ਦੇ ਤਿੰਨ ਚਾਰ ਸ਼ੇਰ ਸੀ ਕਿ ਵੈਸੇ ਮੈਨੂੰ ਆਏ ਸੀ ਵੀ ਉਹ ਤਾਂ ਕਿਤਾਬਾਂ 'ਚ ਪੜ੍ਹਨ ਲਈ ਜੇ ਇੱਕ ਤਾਂ ਨਵੀਂ ਨਹੀਂ ਸਮਝੀ ਪਤਾ ਕੀ ਹੈ ਜੀ, ਉਹਦਾ ਰੈਫਰੈਂਸ ਕਈ ਵਾਰੀ ਦਿੱਤਾ ਕਲਾਸ। ਹਾਂ, ਉਹ ਸੀ ਕਿ ਹੱਕ ਸੀ ਜਿਸ ਦਾ ਉਡਾਰੀ ਤੇ ਘੁੰਮਣਾ ਸੀ ਡਾਲ ਡਾਲ, ਤੇ ਉਮਰ ਭਰ ਪੰਛੀ ਵਿਚਾਰਾ ਉੜਦਿਆ ਹੈ ਜਾਲ ਜਾਲ। ਔਰ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਸ਼ੇਅਰ ਸੀ ਕਿ ਯਾਤਰਾ ਸਾਡੀ ਉਦਾਸੀ ਇਸ ਲਈ ਨਾ ਬਣ ਸਕੀ, ਕਿ ਯਾਤਰਾ ਸਾਡੀ ਉਦਾਸੀ ਇਸ ਲਈ ਨਾ ਬਣ ਸਕੀ ਕਿ ਤੁਰਨ ਲੱਗੇ ਤੋਰ ਲੈਂਦੇ ਸਾਂ ਘਰਾਂ ਨੂੰ ਨਾਲ ਨਾਲ। ਔਰ ਇੱਕ ਸ਼ੇਰ ਵਿੱਚ ਹੋਰ ਸੀ ਕਿ ਸ਼ੁਕਰ ਹੈ ਕਿ ਜ਼ਹਿਰ ਸੀ ਨਕਲੀ ਅਤੇ ਆਪਾਂ ਵੀ ਤਾਂ, ਸ਼ੁਕਰ ਹੈ ਕਿ ਜ਼ਹਿਰ ਸੀ ਨਕਲੀ ਅਤੇ ਆਪਾਂ ਵੀ ਤਾਂ, ਕਾਗਜ਼ੀ ਸੁਕਰਾਤ ਸਾਂ ਤੇ ਬਚ ਗਏ ਹਾਂ ਵਾਲ ਵਾਲ। ਦੋ ਸ਼ੇਰ ਮੈਂ ਚਲੋ ਥੋੜੇ ਬਣ ਕੇ ਬੱਚਿਆਂ ਲਈ ਇਹ ਗਜ਼ਲ ਨਾ ਮੈਨੂੰ ਸਵੇਰ ਕਿਸੇ ਦਾ ਮੈਸੇਜ ਆਇਆ ਕਿ ਅੱਜ ਨਾ ਪਾਣੀ ਦਿਵਸ ਆ। ਅੱਛਾ, ਮੈਂ ਸੋਚਣ ਲੱਗਾ ਪਤਾ ਨਹੀਂ ਕਿਹੜੇ ਦਿਵਸ ਆਈ ਜਾਂਦੇ ਰਹਿੰਦੇ ਆ ਨਾ।
ਵੀ ਪਰ ਉਸ ਦਿਨ ਕਿਤੇ ਇਹ ਸ਼ੇਰ ਮੈਂ ਤਿੰਨ ਚਾਰ ਲਿਖੇ ਕਿ ਖੂਨ ਚ ਰਚ ਗਏ ਸੱਜਣ ਆਖਰ ਪਾਣੀ ਹੋ ਕੇ ਨਿਕਲੇ ਨੇ। ਪਾਣੀ ਦੇ ਉਸੇ ਨਾ ਉਸ ਦਿਨ ਕਿ ਖੂਨ ਚ ਰਚ ਗਏ ਸੱਜਣ ਆਖਰ ਪਾਣੀ ਹੋ ਕੇ ਨਿਕਲੇ ਨੇ ਤੇ ਪਾਣੀ ਵੀ ਇਹ ਚੰਦਰੇ ਅੱਖਾਂ ਥਾਣੀ ਹੋ ਕੇ ਨਿਕਲੇ ਨੇ। ਸ਼ੁਕਰੀਆ। ਕਿ ਖੂਨ ਚ ਰਚ ਗਏ ਸੱਜਣ ਆਖਰ ਪਾਣੀ ਹੋ ਕੇ ਨਿਕਲੇ ਨੇ ਤੇ ਪਾਣੀ ਵੀ ਇਹ ਚੰਦਰੇ ਅੱਖਾਂ ਥਾਣੀ ਹੋ ਕੇ ਨਿਕਲੇ ਨੇ। ਔਰ ਸੀਨੇ ਲੱਥਣ ਵੇਲੇ ਬੇਸ਼ੱਕ ਉਮਰਾਂ ਅਹੁਦੇ ਵੱਖਰੇ ਸਨ ਕਿ ਸੀਨੇ ਲੱਥਣ ਵੇਲੇ ਬੇਸ਼ੱਕ ਉਮਰਾਂ ਅਹੁਦੇ ਵੱਖਰੇ ਸਨ ਤੇ ਨਿਕਲਣ ਵੇਲੇ ਸਭ ਜ਼ਖਮਾਂ ਦੇ ਹਾਣੀ ਹੋ ਕੇ ਨਿਕਲੇ ਨੇ। ਔਰ ਇੱਕ ਸ਼ੇਰ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਸੀ ਕਿ ਰੋਸੇ ਗਿਲੇ ਉਲੰਭੇ ਸ਼ਿਕਵੇ ਤੇ ਰੋਹ ਦੇ ਬੋਲ ਵੀ ਬਾਬੇ ਨੇ। ਕਿ ਰੋਸੇ ਗਿਲੇ ਉਲੰਭੇ ਸ਼ਿਕਵੇ ਤੇ ਰੋਹ ਦੇ ਬੋਲ ਵੀ ਬਾਬੇ ਨੇ। ਜਦ ਵੀ ਮੂੰਹੋਂ ਨਿਕਲੇ ਤਾਂ ਇਹ ਬਾਣੀ ਹੋ ਕੇ ਨਿਕਲੇ। ਸ਼ੁਕਰੀਆ। ਕਿਉਂਕਿ ਟਾਈਮ ਬਹੁਤ ਹੋ ਗਿਆ ਫੇਰ ਸੱਦ ਲਿਓ ਗਏ ਥੋੜਾ ਰੂਪ ਰੱਖ ਲਾਂਗੇ। ਬਹੁਤ ਬਹੁਤ ਧੰਨਵਾਦ। ਤੇ ਹੁਣ ਸਾਡੇ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਡਾਕਟਰ ਕੁਲਬੀਰ ਮਲਿਕ ਜੀ ਇਸ ਸਮਾਗਮ ਨੂੰ ਇੱਕ ਟਿੱਪਣੀ ਦੇ ਰੂਪ ਵਿੱਚ ਸਾਡੇ ਨਾਲ ਪ੍ਰਸਤੁਤ ਕਰਨਗੇ। ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਸਾਡੇ ਨਾਲ ਵਿਚਾਰ ਸਾਂਝੇ ਕਰਨ। ਬਈ ਬਹੁਤ ਔਖਾ ਕੰਮ ਲਾਇਆ ਮੇਰੇ ਜੁਮਲੇ, ਸਭ ਤੋਂ ਔਖਾ ਕੰਮ। ਮੈਂ ਕੋਈ ਰਸਮੀ ਜਿਹੀਆਂ ਗੱਲਾਂ ਨਹੀਂ ਕਰਨੀਆਂ ਤੇ ਨਾ ਹੀ ਤੁਹਾਡਾ ਬੜਾ ਸਮਾਂ ਲੈਣਾ, ਕਿਉਂਕਿ ਮੈਂ ਜਦੋਂ ਨਿੰਦਰ ਭਾਜੀ ਬੋਲ ਰਹੇ ਸੀ ਮੈਂ ਸੁਣ ਰਿਹਾ ਸੀ। ਮੈਂ ਇਹਨੂੰ ਘੱਟੋ ਘੱਟ ਆਪਦੇ ਅੰਦਰੋਂ ਗਵਾਉਣਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਕਿ ਮੈਂ ਛੇਤੀ ਛੇਤੀ ਸਮਾਗਮ ਨੂੰ ਖਤਮ ਕਰਕੇ ਛੇਤੀ ਛੇਤੀ ਜਿਹੜਾ ਹੈਗਾ ਇੱਥੇ ਚਲਾ ਜਾਣਾ। ਇਹ ਕਿਉਂਕਿ ਜਿਸ ਮੰਡੀ 'ਚ ਅਸੀਂ ਤੁਰੇ ਫਿਰਦੇ ਹਾਂ ਬੜਾ ਕੁਛ ਨਾਲੋਂ ਝੜ ਜਾਂਦਾ। ਮੈਂ ਇਹਨੂੰ ਐਂ ਲੈ ਕੇ ਜਾਣਾ ਚਾਹੁੰਦਾ ਭਰਿਆ ਭਰਿਆ। ਮੇਰੇ ਲਈ ਮੈਨੂੰ ਉਮੀਦ ਹੀ ਨਹੀਂ ਸੀਗੀ ਕਿ ਮੇਰੀ ਜਿਹੜੀ ਹੈਗੀ ਹੈ ਅੱਜ ਦੀ ਛੁੱਟੀ ਇੰਨੀ ਮੁੱਲਵਾਨ ਹੋ ਜੂਗੀ। ਮਤਲਬ ਬਹੁਤ ਅਨਮੁੱਲੇ ਦਿਨਾਂ 'ਚ ਅੱਜ ਦਾ ਦਿਨ ਮੇਰਾ ਸ਼ਾਮਿਲ ਕਰਨ ਲਈ ਜਿਹੜਾ ਹੈ ਮੈਂ ਡਾਕਟਰ ਸਾਹਿਬ ਤੁਹਾਡਾ ਵੀ ਤੇ ਭਾਸ਼ਾ ਸਾਹਿਬ ਤੁਹਾਡਾ ਵੀ ਤੇ ਨਿੰਦਰ ਭਾਜੀ ਤੁਹਾਡੇ ਵਾਸਤੇ ਤਾਂ ਮੈਂ ਕਹਾਂ। ਤੱਕੜ ਸਾਹਿਬ ਮੈਨੂੰ ਕਹਿ ਰਹੇ ਸੀ ਕਿ ਮਲਕ ਸਾਹਿਬ ਤੁਸੀਂ ਇਹਨੂੰ ਇਕੱਠਾ ਕਰਨਾ ਸਮਾਗਮ ਨੂੰ, ਆਪਣੇ ਹੱਥ ਖੜੇ ਨੇ, ਠੀਕ ਹੈ। ਕੋਈ ਖਾਲੇ ਖੂਲੇ ਦਾ ਪਾਣੀ ਹੁੰਦਾ ਤਾਂ ਬੰਨ ਬੁੰਨ ਮਾਰ ਕੇ ਰੋਕ ਲੈਂਦਾ, ਦਰਿਆਵਾਂ ਨੂੰ ਹੜਨਾ ਜਿਹੜਾ ਹੈਗਾ ਉਹ ਬਹੁਤ ਔਖਾ। ਇਸ ਕਰਕੇ ਨਿੰਦਰ ਨੇ ਜਿਹੜਾ ਦਰਿਆ ਵਗਾਇਆ ਉਹ ਮੇਰੇ ਵੱਸੋਂ ਬਾਹਰ ਹੈ। ਮੈਂ ਬੜਾ ਭਾਵਕ ਕਿਸਮ ਦਾ ਬੰਦਾ, ਕੋਈ ਉਸ ਤਰ੍ਹਾਂ ਦੀ ਮਤਲਬ ਨਹੀਂ। ਜਦੋਂ ਮੈਨੂੰ ਇਹ ਲੱਗਦਾ ਹੁੰਦਾ ਬੰਦਾ ਭਰਦਾ ਕਦੇ ਕਦੇ ਹੁੰਦਾ। ਸਾਡੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ, ਬੜੇ ਸਮਾਗਮਾਂ ਤੇ ਜਾਂਦੇ ਆ ਉੱਠ ਕੇ ਥੂ ਥੂ ਕਰਕੇ ਆਉਂਦੇ ਆ, ਪਰ ਬਹੁਤ ਥੋੜੇ ਜਿਹੇ ਸਮਾਗਮ ਹੁੰਦੇ ਆ ਵੀ ਜਿੱਥੇ ਤੁਹਾਡੇ ਪੈਰ ਦੇ ਚੀਜ਼ ਤੋਂ ਲੈ ਕੇ ਤੇ ਤੁਹਾਡੇ ਸਿਰ ਦੇ ਵਾਲ ਤੱਕ ਤੁਸੀਂ ਨਿਸ਼ਾਨ ਜਾਂਦੇ ਹੋ। ਇਹ ਉਹ ਸਮਾਗਮ ਸੀ। ਇਹ ਭਾਸ਼ਾ ਵਿਭਾਗ ਇਹ ਭਾਸ਼ਾ ਵਿਭਾਗ ਦਾ ਵੱਡਾ ਉਪਰਾਲਾ ਹਮੇਸ਼ਾ ਯਾਦ ਰਹੇਗਾ। ਅਸੀਂ ਪਤਾ ਨਹੀਂ ਕਿੰਨੇ ਕਿ ਮੈਂ ਨਾਟਕ ਦਾ ਬੰਦਾ, ਬੜੇ ਚਰਿੱਤਰ ਬੜੇ ਕਰੈਕਟਰ ਜਿਉਣੇ ਪੈਂਦੇ ਨੇ। ਖੁਦ ਨਾਟਕ ਲਿਖਦੇ ਆ, ਖਿਡਾਉਂਦੇ ਆ ਜਾਂ ਖੇਡਦੇ ਆ। ਜਿਹੜੀਆਂ ਸਥਿਤੀਆਂ ਅੱਜ ਮੈਂ ਮਹਿਸੂਸ ਕੀਤੀਆਂ ਵੀ ਜਦੋਂ ਤੁਸੀਂ ਕੁਝ ਨਹੀਂ ਹੁੰਦੇ, ਜਦੋਂ ਤੁਸੀਂ ਕੁਝ ਨਹੀਂ ਹੁੰਦੇ, ਇਹ ਇੱਕ ਐਸੀ ਸੁਣਨ ਦੀ ਅਵਸਥਾ ਹੁੰਦੀ ਹੈ ਜਿਹਨੂੰ ਤੁਸੀਂ ਜੇ ਸਮਾਧੀ ਤੱਕ ਲੈ ਜਾਓ ਤਾਂ ਇਹੋ ਜਿਹੀਆਂ ਸਮਾਧੀਆਂ ਇਹੋ ਜਿਹੀਆਂ ਸੁਣਨਾ ਕਦੇ ਕਦੇ ਨਸੀਬ ਹੁੰਦੀਆਂ। ਤੁਸੀਂ ਵਡਭਾਗੇ ਵਿਦਿਆਰਥੀ ਹੋ ਕਿ ਤੁਸੀਂ ਜਿਹੜੀ ਹੈਗੀ ਹੈ ਇਸ ਸੁਣਨ ਨੂੰ ਜਿਹੜਾ ਹੈਗਾ ਹੰਡਾਇਆ। ਤੇ ਮੈਨੂੰ ਤਾਂ ਜਿਹੜਾ ਹੈਗਾ
ਸੱਚੀ ਮੁੱਚੀ ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਂ ਬੇਸ਼ੱਕ ਰਸਮੀ ਤੌਰ ਤੇ ਮੂਹਰੇ ਬੈਠਾ ਸੀਗਾ, ਪਰ ਮੈਂ ਤੁਹਾਡੇ ਵਿੱਚ ਹੀ ਬੈਠਾ ਸੀ ਤੇ ਬੜੇ ਲੰਬੇ ਸਮੇਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਜਿਹੜਾ ਕਿ ਮੈਂ ਉਡੀਕ ਰਿਹਾ ਸੀ ਕਿ ਮੈਂ ਵੀ ਇੱਕ ਨਿੱਕਾ ਜਿਹਾ ਤੁਹਾਡੇ ਵਰਗਾ ਇੱਕ ਵਿਦਿਆਰਥੀ ਹੋਣ ਦਾ ਅਹਿਸਾਸ ਜਦੋਂ ਤੁਹਾਨੂੰ ਕਿਤੋਂ ਮਿਲੇ, ਉਸ ਤੋਂ ਖੂਬਸੂਰਤ ਮਹਿਫਲ ਜਾਂ ਉਸ ਤੋਂ ਖੂਬਸੂਰਤ ਜਿਹੜੀ ਗੱਲ ਬਾਤ ਜਿਹੜੀ ਹੈਗੀ ਹੈ ਉਹ ਮੈਨੂੰ ਨਹੀਂ ਲੱਗਦਾ ਕਦੇ ਵੀ ਹੋ ਸਕਦੀ ਹੈ। ਵਿਦਿਆਰਥੀ ਹੋਣਾ ਬਹੁਤ ਬਹੁਤ ਮਹੱਤਵਪੂਰਨ ਹੈ, ਇੱਕ ਐਸਾ ਤਰਸੇਵਾ ਹੈ ਵਿਦਿਆਰਥੀ ਹੋਣਾ। ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੂੰ ਇਹ ਨਸੀਬੀ ਮਿਲਿਆ, ਵਿਦਿਆਰਥੀ ਦਾ ਮਤਲਬ ਕਲਾਸੀ ਵਿਦਿਆਰਥੀ ਦੀ ਗੱਲ ਨਹੀਂ ਮੈਂ ਕਰਦਾ, ਜਮਾਤਾਂ ਦੀ ਗੱਲ ਨਹੀਂ ਕਰਦਾ। ਵਿਦਿਆਰਥੀ ਹੋਣਾ ਕਿ ਜਦੋਂ ਤੁਸੀਂ ਵਿਦਿਆਰਥੀ ਹੋ ਗਏ ਇਹਦਾ ਮਤਲਬ ਕੁਛ ਨਾ ਕੁਛ ਜ਼ਰੂਰ ਹੋ। ਸ਼ੁਕਰੀਆ ਨਿੰਦਰ ਭਾਜੀ ਇੱਕ ਵਿਦਿਆਰਥੀ ਬਣਾਉਣ ਲਈ ਫਿਰ ਤੋਂ, ਕਿਉਂਕਿ ਬੜੇ ਚਿਹਰੇ ਨੇ ਚਿਪਕਾਏ ਹੁੰਦੇ ਆ ਮੂੰਹ ਤੇ, ਘਰੇ ਜਾਂਦੇ ਆ ਪਤੀ ਵਾਲਾ ਬਾਪ ਵਾਲਾ, ਕਾਲਜ ਜਾਂਦੇ ਆ ਥੋੜਾ ਜਿਹਾ ਐਕਚੁਅਲੀ ਚੌੜੀ ਜੀ ਕਰਕੇ ਚਾਲ ਜੀ ਬਦਲ ਲਈਦੀ ਹੈ, ਪੈਨ ਜਿਹਾ ਠੀਕ ਕਰਕੇ ਟੰਗ ਲਈਦਾ, ਅੱਖਾਂ ਜਿਹੜੀਆਂ ਬਦਲ ਲਈਦੀਆਂ ਕਿ ਪ੍ਰੋਫੈਸਰ ਆ। ਪਰ ਜਿਹਨੂੰ ਮੈਂ ਜੇ ਕਹਾਂ ਕਿ ਅੱਜ ਜਿਹੜਾ ਹੈ ਇਸ ਸਮੁੱਚੇ ਦੇ ਵਿੱਚ ਘੱਟੋ ਘੱਟ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਘੱਟੋ ਘੱਟ ਮੈਂ ਨਿਹਾਲ। ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਡਾਕਟਰ ਕੁਲਵੀਰ ਮਲਿਕ ਜੀ। ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ, ਖਾਸ ਕਰਕੇ ਵਿਦਿਆਰਥੀਆਂ ਨੂੰ ਵੀ ਸਾਨੂੰ ਡਾਕਟਰ ਸਾਹਿਬ ਵਾਲੀ ਇਹ ਸੋਚ ਲੈ ਕੇ ਜਾਣਾ ਚਾਹੀਦਾ ਹੈ ਕਿ ਜੋ ਸਾਹਿਤ ਦਾ ਸਮੁੰਦਰ ਅਸੀਂ ਇੱਥੇ ਮਾਣਿਆ ਹੈ, ਹੰਢਾਇਆ ਹੈ, ਉਹਨੂੰ ਸਾਨੂੰ ਜ਼ਿੰਦਗੀ ਦੇ ਪੱਲੇ ਬੰਨ੍ਹਣਾ ਚਾਹੀਦਾ ਹੈ ਜੇ ਅਸੀਂ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਤੇ ਹੁਣ ਸਾਡੇ ਅੱਜ ਦੇ ਇਸ ਸਮਾਗਮ ਦੇ ਨੂੰ ਅਸੀਂ ਅੰਤਮ ਛੋਹਾਂ ਵੱਲ ਲਿਜਾਂਦੇ ਹੋਏ ਜਿਹੜਾ ਹੈਗਾ ਇਸ ਨੂੰ ਸਨਮਾਨ ਚਿੰਨ੍ਹ ਦੇ ਜਿਹੜਾ ਹੈਗਾ ਉਹਦੀ ਕਾਰਵਾਈ ਨੂੰ ਅੱਗੇ ਪੇਸ਼ ਕਰਦੇ ਹਾਂ। ਤੇ ਅਸੀਂ ਜਿਵੇਂ ਪਹਿਲਾਂ ਵੀ ਹਾਂਜੀ ਤੇ ਇੱਕ ਵਿਦਿਆਰਥੀਆਂ ਦੇ ਇਤਿਹਾਸ ਜਾਣਕਾਰੀ ਹੈ ਕਿ ਇਸ ਤੋਂ ਬਾਅਦ ਧੰਨਵਾਦ ਹੋਣਾ ਹੈ। ਧੰਨਵਾਦ ਤੋਂ ਬਾਅਦ ਸਾਡਾ ਜਿਹੜਾ ਹੈਗਾ ਸਾਹਿਤਕ ਪ੍ਰੋਗਰਾਮ ਜ਼ਰੂਰ ਖਤਮ ਹੋਣਾ, ਪਰ ਬੱਚਿਆਂ ਨੇ ਜਿਹੜੀ ਹੈਗੀ ਪੁਸਤਕ ਪ੍ਰਦਰਸ਼ਨੀ ਨੂੰ ਜਿਹੜਾ ਹੈਗਾ ਜ਼ਰੂਰ ਜਿਹੜਾ ਹੈਗਾ ਉਹਨੂੰ ਪੜ੍ਹਾਉਣਾ ਹੈਗਾ, ਉੱਥੋਂ ਕੋਈ ਕਿਤਾਬਾਂ ਖਰੀਦਣੀਆਂ ਤੇ ਫਿਰ ਤੁਸੀਂ ਜਾਣਾ ਹੈ। ਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਭਾਸ਼ਾ ਵਿਭਾਗ ਪੰਜਾਬ ਫਰੀਦਕੋਟ ਵੱਲੋਂ ਕਰਵਾਇਆ ਜਾ ਰਿਹਾ ਤੇ ਨਰਿੰਦਰ ਘੁਗਿਆਨਵੀ ਜੀ ਨੂੰ ਸਨਮਾਨ ਚਿੰਨ੍ਹ ਪ੍ਰਧਾਨਗੀ ਮੰਡਲ ਦੇ ਵਿੱਚ ਜਿਹੜਾ ਹੈਗਾ ਸਾਡੇ ਮਨਜੀਤ ਪੁਰੀ ਜੀ ਤੇ ਦੂਸਰਾ ਹੈਗਾ ਸਾਡੇ ਖੋਜ ਅਫਸਰ ਕੰਵਰਜੀਤ ਸਿੰਘ ਸਿੱਧੂ ਸਾਹਿਬ ਤੇ ਡਾਕਟਰ ਪਰਮਿੰਦਰ ਤੱਗੜ ਜੀ ਜਿਹੜਾ ਹੈਗਾ ਸਨਮਾਨ ਚਿੰਨ੍ਹ ਭੇਂਟ ਕਰ ਰਹੇ ਹਨ। ਤੇ ਹਾਂਜੀ ਇੱਕ ਜਿਹੜੇ ਸਾਡੇ ਮੰਚ ਦੇ ਭਾਸ਼ਾ ਮੰਚ ਦੇ ਉਹਦੇ ਨਾਲ ਵਿਦਿਆਰਥੀ ਹੈ ਉਹ ਵੀ ਜਿਹੜੇ ਹੈਗੇ ਮੰਚ ਤੇ ਸਾਡੇ ਨਾਲ ਸਾਥ ਦੇਣ, ਤੇ ਪ੍ਰੋਫੈਸਰ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਮੰਚ ਤੇ ਆਉਣ। ਹਾਲ ਦੇ ਵਿੱਚ ਸਾਰੇ ਹੀ ਪ੍ਰੋਫੈਸਰ ਸਾਹਿਬਾਨਾਂ ਨੂੰ ਗੁਜ਼ਾਰਿਸ਼ ਹੈ ਕਿ ਜਿਹੜਾ ਹੈਗਾ ਮੰਚ ਤੇ ਪ੍ਰਿੰਸੀਪਲ ਸਾਹਿਬ ਡਾਕਟਰ ਪਰਮਿੰਦਰ ਸਿੰਘ ਤੱਗੜ ਸਾਹਿਬ ਪੰਜਾਬੀ ਵਿਭਾਗ ਦੇ ਮੁਖੀ, ਉਹਨਾਂ ਨੂੰ ਸਨਮਾਨ ਚਿੰਨ੍ਹ ਭਾਸ਼ਾ ਵਿਭਾਗ ਵੱਲੋਂ ਜਿਹੜਾ ਹੈ ਭੇਂਟ ਕੀਤਾ ਜਾ ਰਿਹਾ ਹੈ। ਪਰ ਹੁਣ ਮੇਰੀ ਗੁਜ਼ਾਰਿਸ਼ ਖੋਜ ਅਫਸਰ ਕੰਵਰਜੀਤ ਸਿੰਘ ਸਿੱਧੂ ਸਾਹਿਬ ਨੂੰ ਹੈ ਕਿ ਉਹ ਧੰਨਵਾਦੀ ਸ਼ਬਦ ਪੇਸ਼ ਕਰਨ। ਅੱਜ ਦੇ ਇਸ
ਰੂਬਰੂ ਪ੍ਰੋਗਰਾਮ ਦੇ ਵਿੱਚ ਹਾਜ਼ਰ ਇਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦਾ ਜਿਹੜਾ ਸਮਾਗਮ ਹੈ ਇਹ ਲੀਕਣ ਲਈ ਜਿਹੜਾ ਕਿਉਂਕਿ ਲੀਕਿਆ ਤਾਂ ਸਾਡੇ ਵਿਭਾਗ ਨੇ ਭਾਸ਼ਾ ਵਿਭਾਗ ਪੰਜਾਬ ਇਹਦੀ ਸਾਰੀ ਟੀਮ ਸਾਡੇ ਮਾਣਯੋਗ ਜ਼ਿਲ੍ਹਾ ਭਾਸ਼ਾ ਅਫਸਰ ਸ਼੍ਰੀ ਮਨਜੀਤਪੁਰੀ ਜੀ ਤੇ ਟੀਮ ਦੇ ਮੈਂਬਰ ਸੀਨੀਅਰ ਸਹਾਇਕ ਸਾਡੇ ਸਰਦਾਰ ਰਣਜੀਤ ਸਿੰਘ ਜੀ, ਸ਼੍ਰੀ ਰਾਹੁਲ ਜੀ, ਸਾਡੇ ਸੇਵਾਦਾਰ ਸੰਦੀਪ ਜੀ, ਇਹਨਾਂ ਸਾਰਿਆਂ ਦੀ ਇਕੱਠੀ ਕੋਸ਼ਿਸ਼ ਕੀਤੀ, ਸੋਚਿਆ ਵੀ ਕੀ ਕੀਤਾ ਜਾਵੇ ਤੇ ਇਹਦੇ 'ਚ ਫਿਰ ਜਿਹੜਾ ਅਗਲਾ ਇੱਥੇ ਸਾਰਾ ਪੂਰਾ ਇਹ ਪ੍ਰੋਗਰਾਮ ਨੂੰ ਸਹੀ ਸੱਜੇ ਤਰੀਕੇ ਨਾਲ ਵਿਅਕਤਨ ਦੇ ਲਈ ਡਾਕਟਰ ਪਰਮਿੰਦਰ ਸਿੰਘ ਤੱਕੜ ਜੀ ਤੇ ਇਹਨਾਂ ਦੀ ਸਾਰੀ ਇੱਥੇ ਜਿਹੜੀ ਟੀਮ ਹੈ, ਪ੍ਰੋਫੈਸਰ ਲਖਵਿੰਦਰ ਜੀ, ਬਾਕੀ ਜਿਹੜੇ ਅਧਿਆਪਕ ਨੇ, ਉਹਨਾਂ ਸਾਰਿਆਂ ਦਾ ਧੰਨਵਾਦ। ਉਸ ਤੋਂ ਵੀ ਜ਼ਿਆਦਾ ਜ਼ਰੂਰੀ ਵੀ ਅੱਜ ਦਾ ਜਿਹੜਾ ਸਾਰੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਨਿੰਦਰ ਘਿਆਣਵੀ ਜੀ, ਕਿਉਂਕਿ ਇਹ ਜਿੱਦਾਂ ਸਾਡੇ ਤੋਂ ਥੋੜੇ ਜਿਹੇ ਵੱਡੇ ਨੇ। ਮੈਂ ਜਦੋਂ ਤੁਹਾਡੀ ਉਮਰ ਦਾ ਸੀ BA ਕਰਦਾ ਸੀ ਤੇ ਉਦੋਂ ਮੈਂ ਪਹਿਲੀ ਵਾਰੀ ਇਹਨਾਂ ਦੀ ਕਿਤਾਬ ਪੜ੍ਹੀ, ਜਿਹੜੀ ਇਹਨਾਂ ਦੀ ਮਸ਼ਹੂਰ ਕਿਤਾਬ ਆ, ਜਿਹੜੀ ਕਿਤਾਬ ਕਰਕੇ ਦੁਨੀਆ 'ਚ ਭਾਵੇਂ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਕਿਤਾਬਾਂ 30 ਕਿਤਾਬਾਂ ਹੋਰ ਲਿਖਤੀਆਂ ਹੋਣਗੀਆਂ, 40 ਲਿਖਤੀਆਂ ਹੋਣਗੀਆਂ, ਹੋਰ ਵੀ ਮੈਂ ਬਾਬਾ ਸੁੱਖ ਰੱਖੇ 40-50 ਹੋਰ ਵੀ ਲਿਖਣਗੇ, ਹਜੇ ਲਿਖਦੇ ਰਹਿਣਗੇ ਲਗਾਤਾਰ। ਤੇ ਉਹ ਮੈਂ ਸਾਂ ਜੱਜ ਦਾ ਅਰਦ ਲਈ ਉਹ ਪੜ੍ਹੀ ਸੀਗੀ। ਇੱਕ ਇਹਨਾਂ ਦੀ ਹੋਰ ਕਿਤਾਬ ਆ ਬਹੁਤ ਵਧੀਆ, ਜਿਹੜੀ ਮਤਲਬ ਸੇਧ ਦਿੰਦੀ ਆ ਮੈਨੂੰ। ਉਸ ਸਮੇਂ ਬਹੁਤ ਉਹਨੇ ਪੋਜ਼ਿਟਿਵ ਕੀਤਾ, ਮੈਨੂੰ ਉਦਮੀ ਬਣਾਇਆ, ਉਸ ਚੀਜ਼ ਨੂੰ ਇਸ ਪਾਸੇ ਜੋੜਿਆ ਸਾਹਿਤ ਦੇ ਨਾਲ ਵੀ। ਉਹ ਕਿਤਾਬ ਸੀ ਸੱਚੇ ਦਿਲੋਂ, ਜਿਹਦੇ 'ਚ ਇਹਨਾਂ ਨੇ ਲਿਖਿਆ ਸੀ ਜਿਹੜੀਆਂ ਉਸ ਸਮੇਂ ਇਹਨਾਂ ਦੀਆਂ 25-30 ਕਿਤਾਬਾਂ ਉਦੋਂ ਤੱਕ ਜਿਹੜੀਆਂ ਛਪੀਆਂ ਸੀ, 20 ਜਾਂ 25, ਉਹ ਹਰੇਕ ਕਿਤਾਬ ਦੀ ਰਚਨਾ ਪ੍ਰਕਿਰਿਆ ਲਿਖੀ ਸੀ ਵੀ ਕੋਈ ਕਿਤਾਬ ਕਿਵੇਂ ਲਿਖੀ, ਕਿਵੇਂ ਛਪੀ। ਜੱਜ ਦਾ ਅਰਦ ਤੋਂ ਲੈ ਕੇ ਜਿਹੜੀਆਂ ਹੋਰ ਜਾਂ ਉਦੋਂ ਪਹਿਲਾਂ ਦੀਆਂ ਕਿਤਾਬਾਂ, ਹਰੇਕ ਕਿਤਾਬ ਬਾਰੇ 2-2, 3-3 ਪੇਜ ਦੇ, 4-4 ਪੇਜ ਦੇ ਛੋਟੇ ਲੇਖਾਂ ਦੇ ਰੂਪ 'ਚੋਂ ਕਿਤਾਬ ਸੀ ਸੱਚੇ ਦਿਲੋਂ। ਹਰੇਕ ਕਿਤਾਬ ਬਾਰੇ ਪਤਾ ਵੀ ਲੱਗ ਜਾਂਦਾ ਵੀ ਕਿਹੜੀ ਕਿਤਾਬ 'ਚ ਕੀ ਆ, ਇਹਨਾਂ ਨੇ ਕਿਵੇਂ ਲਿਖੀ, ਕਿਵੇਂ ਉਹਦੇ ਲਈ ਮਿਹਨਤ ਲੱਗੀ, ਫਿਰ ਉਹਨੂੰ ਛਪਾਉਣ ਦੇ ਲਈ। ਕਿਉਂਕਿ ਕਿਤਾਬ ਲਿਖਣਾ ਇੱਕ ਹੋਰ ਤਰ੍ਹਾਂ ਦੀ ਪ੍ਰਕਿਰਿਆ, ਉਹਨੂੰ ਛਪਾਉਣਾ ਇੱਕ ਬਹੁਤ ਵੱਖਰੇ ਤਰ੍ਹਾਂ ਦੀ ਪ੍ਰਕਿਰਿਆ। ਉਹ ਦੋਨਾਂ ਚੀਜ਼ਾਂ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਵੀ ਕਿਸ ਤਰ੍ਹਾਂ ਕੀ ਹੁੰਦਾ, ਕੀ ਕਰਨਾ ਪੈਂਦਾ, ਕਿੱਦਾਂ ਦੇ ਯਤਨ ਕਰਨੇ ਪੈਂਦੇ ਆ, ਕਿੱਦਾਂ ਇੱਧਰ ਉੱਧਰ 100 ਜਗ੍ਹਾ ਖੋਜਣਾ ਪੈਂਦਾ ਇਹਨਾਂ ਚੀਜ਼ਾਂ ਲਈ, ਉਹ ਪਤਾ ਲੱਗਦਾ। ਤੇ ਮੈਂ ਉਸ ਸਮੇਂ ਪੜ੍ਹੀਆਂ ਉਦੋਂ ਤੋਂ ਹੀ ਜਾਣਦੇ ਹੀ ਲੱਗਦੇ ਕਿ ਚਲੋ ਸਾਡੇ ਨੇੜੇ ਨੇ, ਘਿਆਣਵੀ ਪਿੰਡ ਤੋਂ ਨੇ ਨਿੰਦਰ ਜੀ। ਇਹ ਬਾਕੀ ਗੱਲਾਂ ਬਾਅਦ 'ਚ ਪਤਾ ਲੱਗੀਆਂ, ਥੋੜਾ ਸੋਸ਼ਲ ਮੀਡੀਆ ਆਇਆ ਜਾਂ ਉਦੋਂ ਪਹਿਲਾਂ ਅਖਬਾਰਾਂ ਰਾਹੀਂ ਵੀ ਇਹ ਤਾਂ ਬਹੁਤ ਪਹੁੰਚੀ ਹੋਈ ਹਸਤੀ ਨੇ ਤੇ ਅੱਜ ਆਪਾਂ ਨੂੰ ਪਤਾ ਲੱਗਿਆ। ਦੂਸਰੀ ਜਿਹੜੀ ਇਹਨਾਂ ਦੇ ਜੀਵਨ ਤੋਂ ਸੇਧ ਇਹ ਮਿਲਦੀ ਆ ਵੀ ਜਿਹੜੀ ਦੁਨਿਆਵੀ ਪੜ੍ਹਾਈ ਆ ਉਹ ਜ਼ਰੂਰੀ ਤਾਂ ਹੈ ਵੀ ਆਪਾਂ ਪੜ੍ਹੀਏ, ਵੱਧ ਤੋਂ ਵੱਧ ਬੰਦੇ ਨੇ ਡਿਗਰੀਆਂ ਕੀਤੀਆਂ ਹੋਣ, ਗਿਆਨ ਜਿੰਨਾ ਵੱਧ ਤੋਂ ਵੱਧ ਹਾਸਲ ਕੀਤਾ ਹੋਵੇ, ਪਰ ਬੰਦਾ ਜਿਹੜਾ ਦੁਨਿਆਵੀ ਗਿਆਨ ਹੈ ਇਹਦੀ ਸੀਮਾ ਨੂੰ ਲੰਘ ਕੇ ਵੀ ਅੱਗੇ ਵੱਧ ਸਕਦਾ। ਕਿ ਭਾਵੇਂ ਕਿ ਇਹਨਾਂ ਨੇ ਜਿਵੇਂ ਦੇਖਿਆ ਵੀ ਮੈਂ 10ਵੀਂ ਦੇ ਪੇਪਰ 'ਚੋਂ ਫੇਲ ਹੋ ਗਿਆ, ਪਰ ਉਸ ਤੋਂ ਬਾਅਦ ਕੋਈ ਪੇਪਰ ਪਾਸ ਹੋਣ ਦਾ ਯਤਨ ਵੀ ਨਹੀਂ ਕੀਤਾ, ਮਤਲਬ ਛੱਡ ਹੀ ਦਿੱਤਾ ਵੀ ਨਹੀਂ ਕਰਨਾਗਾ। ਪਰ ਅੱਜ ਜੋ ਇਹਨਾਂ ਦੀ ਹੈਸੀਅਤ ਆ, ਅੱਜ ਉੱਥੇ ਜਿਹੜੇ ਬੰਦੇ ਮਤਲਬ IAS ਨੇ, IPS ਨੇ, DCA SSP ਲੱਗਦੇ ਆ, ਉਹਨਾਂ ਨੂੰ ਇਹ ਪੰਜਾਬੀ ਪੜ੍ਹਾਉਂਦੇ ਨੇ, ਪੰਜਾਬੀ ਪੜ੍ਹਾਉਂਦੇ ਆ, ਹੋਰ ਗੱਲਾਂ ਸਾਹਿਤ ਬਾਰੇ ਵੀ ਦੱਸਦੇ ਆ। ਰਾਜ ਜਿਹੜੇ ਵਿਭਾਗ ਦੇ ਵਿੱਚ ਇਹਨਾਂ ਦੀ ਉੱਥੇ ਕਲਾਸ 4 ਦੀ ਨੌਕਰੀ ਕੀਤੀ, ਜਿੱਥੇ ਉੱਥੇ ਉਹਨਾਂ ਦੇ ਜਿਹੜਾ ਸਲਾਹਕਾਰ ਬੋਰਡ ਸਭ ਤੋਂ ਵੱਡਾ ਉਹਨਾਂ ਦਾ ਇੱਕ ਅਦਾਰਾ ਸਲਾਹਕਾਰ ਬੋਰਡ ਭਾਸ਼ਾ ਵਿਭਾਗ ਦਾ, ਉਹਦੇ ਵੀ ਇਹ ਮੈਂਬਰ ਰਹੇ। ਜਿਵੇਂ ਇਹਨਾਂ ਨੇ ਕਾਫੀ ਸਾਰੀਆਂ ਘਟਨਾਵਾਂ ਸੁਣਾਈਆਂ, ਬਹੁਤ ਸਾਰੀਆਂ ਇਹਨਾਂ ਨੇ ਜਿਹੜੀਆਂ ਸੁਣਾਉਣੋਂ ਛੱਡ ਦਿੱਤੀਆਂ, ਉਹ ਆਪਾਂ ਮਹਿਸੂਸ ਕਰਦੇ ਹਾਂ। ਇਹਨਾਂ ਦੀਆਂ ਕਿਤਾਬਾਂ ਤੋਂ ਪੜ੍ਹ ਸਕਦੇ ਹਾਂ, ਗਾਹੇ ਬਗਾਹੇ ਖਿਲਰੀਆਂ ਪਈਆਂ। ਇਹਨਾਂ ਨੂੰ ਇੱਕ ਬੇਨਤੀ ਵੀ ਕਰਦੇ ਕਿ ਆਪਦੀ ਹੁਣ ਇੱਕ ਫੇਰ ਇੱਕ ਵਿਸਤਾਰਤ ਸਵੇ ਜੀਵਨੀ ਇਹਨਾਂ ਨੂੰ ਜ਼ਰੂਰ ਲਿਖਣੀ ਚਾਹੀਦੀ ਹੈ। ਬਚਪਨ ਤੋਂ ਲੈ ਕੇ ਇਹਨਾਂ ਦਾ ਜਿਹੜਾ ਸੰਘਰਸ਼ ਆ ਉਹਨੂੰ ਚਿਤਰਨ ਦੇ ਵਾਸਤੇ ਵੀ ਕਿੱਦਾਂ ਆਏ। ਤੇ ਇਹਨਾਂ ਦਾ ਅਸੀਂ ਬਹੁਤ ਸਾਰੇ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫਰੀਦਕੋਟ ਦਫ਼ਤਰ ਵੱਲੋਂ ਤੇ ਯੂਨੀਵਰਸਿਟੀ ਕਾਲਜ ਜੈਤੋ ਦੇ ਸਮੂਹ ਸਟਾਫ ਵੱਲੋਂ ਤੇ ਵਿਦਿਆਰਥੀਆਂ ਦੇ ਵਿਆਹ ਤੇ ਵੀ ਸਾਰਿਆਂ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਸਮਾਂ ਕੱਢਿਆ। ਜਿਹੜੀ ਛੁੱਟੀ ਆ ਉਹ ਬਹੁਤ ਪਿਆਰੀ ਹੁੰਦੀ ਆ ਵੀ ਇਹ ਪਿੰਡ ਜਦੋਂ ਆਉਂਦੇ ਆ ਤੇ ਆਪਦੇ ਪਿੰਡ ਦੀ ਮੋਹ ਮੁਹੱਬਤ ਲਈ 2 ਦਿਨ ਬਿਤਾਉਣ ਆਉਂਦੇ ਆ, ਸ਼ਨੀਵਾਰ ਐਤਵਾਰ। ਇਹਨਾਂ ਨੇ ਇੱਕ ਦਿਨ ਆਪਾਂ ਨੂੰ ਜਿਹੜਾ ਪੂਰਾ ਦਿੱਤਾ, ਆਪਦੇ ਜ਼ਰੂਰੀ ਰੁਝੇਵੇਂ ਵੀ ਛੱਡੇ, ਜਿਹੜੇ ਬਹੁਤ ਸਾਰੇ ਹਰੇਕ ਜਿਹੜਾ ਬੰਦੇ ਦੇ ਕੰਮ ਹੁੰਦੇ ਆ, ਨੌਕਰੀ ਪੇਸ਼ਾ ਬੰਦੇ ਨੂੰ ਛੁੱਟੀ ਦਾ ਹੁੰਦਾ ਬਹੁਤ ਹੈ, ਉਹ ਆਪਦੀ ਛੁੱਟੀ ਜਿਹੜੀ ਕੀਮਤੀ ਛੁੱਟੀ ਇਹਨਾਂ ਨੇ ਆਪਾਂ ਨੂੰ ਦਿੱਤੀ, ਆਪਦੇ ਗਿਆਨ ਦੇ ਨਾਲ ਆਪਾਂ ਨੂੰ ਸ਼ਰਸ਼ਾਰ ਕੀਤਾ। ਆਪਾਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਵੀ ਕਰਦੇ ਵੀ ਅਗਲੇ ਸਮੇਂ 'ਚ ਹੋਰ ਵੀ ਸਾਨੂੰ ਇੱਦਾਂ ਹੀ ਆਪਦੀ ਜ਼ਿੰਦਗੀ ਦੇ ਵਿੱਚੋਂ, ਆਪਦੇ ਤਜਰਬੇ ਦੇ ਵਿੱਚੋਂ ਜਿਹੜੇ ਸਾਬਕਾ ਗ੍ਰਹਿਣ ਕਰਵਾਉਂਦੇ ਰਹਿਣਗੇ। ਡਾਕਟਰ ਕੁਲਵੀਰ ਮਲਕ ਜੀ ਇੱਥੇ ਸਾਡੇ ਨਾਲ ਸ਼ਰੀਕ ਹੋਏ ਇਸ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਕੀ ਸਾਰੇ ਸਟਾਫ ਦੇ ਨਾਲ ਜਿਹੜੇ ਬੱਚੇ ਆ ਜਿਨ੍ਹਾਂ ਨੇ ਬਹਿ ਕੇ ਧਿਆਨ ਮਗਨ ਹੋ ਕੇ ਇਸ ਪ੍ਰੋਗਰਾਮ ਨੂੰ ਸੁਣਿਆ ਸਿਰ ਤੋਂ ਲੈ ਕੇ, ਤੇ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰੇ ਭਾਸ਼ਾਵਾਂ 'ਚ ਟੀਮ ਦਾ ਵੀ ਧੰਨਵਾਦ।
ਜੀ ਹਾਂ